हाँ जी दोस्तों, ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਗੱਲਾਂ ਕਰੀਏ ਦੇ 105ਵੇਂ ਐਪੀਸੋਡ ਦੇ ਵਿੱਚ ਅੱਜ ਆਪਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਤੇ ਗੱਲਬਾਤ ਕਰ ਰਹੇ ਹਾਂ। ਦੋਸਤੋ, ਇਹ ਸੰਸਾਰ ਬਹੁਤ ਸਾਰੀਆਂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ। ਲਗਭਗ 800 ਕਰੋੜ ਦੇ ਕਰੀਬ ਇਨਸਾਨ ਨੇ ਇਸ ਧਰਤੀ ਦੇ ਉੱਤੇ ਤੇ 800 ਕਰੋੜ ਲੋਕਾਂ ਨੂੰ ਕੁਦਰਤ ਨੇ ਵਿਲੱਖਣ ਬਣਾਇਆ ਹੈ, ਯੂਨੀਕ ਬਣਾਇਆ ਹੈ, ਅਕਲ ਪੱਖੋਂ ਵੀ, ਸ਼ਕਲ ਪੱਖੋਂ ਵੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਉਹਦੀਆਂ ਸ਼ਖਸੀਅਤ ਦੀਆਂ ਬਹੁਤ ਸਾਰੀਆਂ ਖੂਬੀਆਂ ਨੇ ਉਹਨਾਂ ਪੱਖੋਂ ਵੀ। ਤੇ ਇਹਨਾਂ 800 ਕਰੋੜ ਲੋਕਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ, ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਰੀਰਕ ਤੌਰ ਤੇ ਕਿਸੇ ਪ੍ਰਕਾਰ ਦੀ ਕੋਈ ਕਮੀ ਰਹਿ ਜਾਂਦੀ ਹੈ। ਇਹ ਕਮੀ ਕੁਦਰਤ ਦੇ ਤੌਰ ਤੇ ਵੀ ਹੋ ਸਕਦੀ ਹੈ ਤੇ ਬਾਅਦ ਦੇ ਵਿੱਚ ਵੀ ਹੋ ਸਕਦੀ ਹੈ। ਤੇ ਅਕਸਰ ਇਹੋ ਜਿਹੇ ਬੱਚੇ ਸਾਡੇ ਸਮਾਜ ਦੇ ਵਿੱਚ ਹਾਸ਼ੀਏ ਤੇ ਚਲੇ ਜਾਂਦੇ ਨੇ ਜਾਂ ਹਾਸ਼ੀਏ ਤੇ ਧੱਕ ਦਿੱਤੇ ਜਾਂਦੇ ਨੇ। ਇਹਦੇ ਵਿੱਚ ਬਹੁਤ ਸਾਰੇ ਕਾਰਕ ਨੇ, ਪਰਿਵਾਰ ਤੋਂ ਲੈ ਕੇ ਪੂਰੇ ਸਮਾਜ ਤੱਕ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਇਹੋ ਜਿਹੇ ਬੱਚੇ ਹਾਸ਼ੀਏ ਤੇ ਧੱਕ ਦਿੱਤੇ ਜਾਂਦੇ ਨੇ। ਤੇ ਇਹੋ ਜਿਹੇ ਬੱਚਿਆਂ ਨੂੰ ਅਸੀਂ ਵਿਸ਼ੇਸ਼ ਲੋੜਾਂ ਵਾਲੇ ਬੱਚੇ CWSN ਦੇ ਤੌਰ ਤੇ ਪਰਿਭਾਸ਼ਿਤ ਕਰਦੇ ਹਾਂ। ਤੇ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਵੱਲੋਂ ਵੀ ਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਹਨਾਂ ਬੱਚਿਆਂ ਤੇ ਫੋਕਸ ਕੀਤਾ ਜਾਣਾ ਸ਼ੁਰੂ ਹੋਇਆ ਹੈ ਕਿ ਇਹਨਾਂ ਬੱਚਿਆਂ ਨੂੰ ਵੀ ਵਿਕਸਿਤ ਹੋਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਨੇ। ਇਹਨਾਂ ਬੱਚਿਆਂ ਦੇ ਅੰਦਰ ਵੀ ਪ੍ਰਤਿਭਾ ਹੁੰਦੀ ਹੈ, ਇਹਨਾਂ ਬੱਚਿਆਂ ਦਾ ਵੀ ਇੱਕ ਵਿਅਕਤਿਤਵ ਹੁੰਦਾ ਹੈ। ਇਹ ਬੱਚੇ ਵੀ ਦੂਜਿਆਂ ਵਾਂਗੂ ਸਧਾਰਨ ਜ਼ਿੰਦਗੀ ਜਿਉ ਸਕਦੇ ਨੇ। ਇਹਨਾਂ ਬੱਚਿਆਂ ਦੇ ਵੀ ਚਾਹ ਹੁੰਦੇ ਨੇ, ਅਰਮਾਨ ਹੁੰਦੇ ਨੇ। ਉਹਨਾਂ ਚਾਵਾਂ ਤੇ ਅਰਮਾਨਾਂ ਨੂੰ ਐਡਰੈਸ ਕਰਨਾ ਵੀ ਸਾਡੀ ਸੋਸਾਇਟੀ ਦਾ ਫਰਜ਼ ਹੈ। ਤੇ ਪਿਛਲੇ ਸਮੇਂ ਤੋਂ ਇਹ ਕੋਸ਼ਿਸ਼ਾਂ ਹੋਈਆਂ ਨੇ ਕਿ ਇਹਨਾਂ ਨੂੰ ਇਹਨਾਂ ਵਰਗਾ ਮਾਹੌਲ ਦਿੱਤਾ ਜਾਵੇ ਜਿਹਦੇ ਵਿੱਚ ਇਹੋ ਜਿਹੇ ਬੱਚੇ ਆਪਣਾ ਵਿਕਾਸ ਕਰ ਸਕਣ। ਮੈਨੂੰ ਇਤਿਹਾਸ ਦੇ ਵਿੱਚ ਕਈ ਕਰੈਕਟਰ ਯਾਦ ਆਉਂਦੇ ਨੇ, ਜਿਹਦੇ ਵਿੱਚ ਇੱਕ ਕਰੈਕਟਰ ਹੈ ਹੈਲਨ ਕੈਲਰ, ਜੋ ਅਕਸਰ ਮੇਰੇ ਚੇਤਿਆਂ ਦੇ ਵਿੱਚ ਰਹਿੰਦੀ ਹੈ, ਜਿਹੜੀ ਡੈਫ ਐਂਡ ਬਲਾਈਂਡ ਚਾਈਲਡ ਸੀ, ਬੱਚਾ ਸੀ। ਪਰ ਉਹਦੀ ਟੀਚਰ ਐਨੀ ਸਲੀਵਾਨ, ਜਿਹਨੂੰ ਮੈਂ ਅਕਸਰ ਸਲੂਟ ਕਰਦਾ, ਜਿਸ ਨੇ ਉਸਨੂੰ ਜ਼ਿੰਦਗੀ ਦਿੱਤੀ, ਜਿਹਨੇ ਉਸਨੂੰ ਪੜ੍ਹਨਾ ਲਿਖਣਾ ਸਿਖਾਇਆ ਤੇ ਜ਼ਿੰਦਗੀ ਦੇ ਰਾਹਾਂ ਤੇ ਤੋਰਿਆ। ਐਸੇ ਤਰ੍ਹਾਂ ਹੀ ਲੂਈ ਬਰੇਲ ਵਰਗੇ ਬੰਦੇ, ਜਿਨ੍ਹਾਂ ਨੇ ਇਸ ਦੁਨੀਆ ਨੂੰ ਉਹਨਾਂ ਲੋਕਾਂ ਲਈ ਸਰਲ ਬਣਾਇਆ ਜਿਹੜੇ ਲੋਕ ਕਿਸੇ ਨਾ ਕਿਸੇ ਪਾਸਿਓਂ ਅਧੂਰੇ ਸੀ, ਪਰ ਉਹਨਾਂ ਦਾ ਕੋਈ ਨਾ ਕੋਈ ਪਾਸਾ ਬਹੁਤ ਪੂਰਾ ਵੀ ਸੀ। ਸੋ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਈ ਦੋਸਤ ਜੁੜੇ ਹੋਏ ਨੇ। ਮੈਂ ਉਹਨਾਂ ਸਾਰਿਆਂ ਦਾ ਬਹੁਤ ਸਵਾਗਤ ਕਰਦਾ। ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ ਸਿੰਘ ਆਨੰਦ ਜੀ, ਜਿਹੜੇ ਪ੍ਰੈਜ਼ੀਡੈਂਟ ਨੇ ਚਾਨਣ ਐਸੋਸੀਏਸ਼ਨ ਦੇ। ਜਿਵੇਂ ਕਿ ਇਸ ਐਸੋਸੀਏਸ਼ਨ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਚਾਨਣ ਵੰਡਣ ਵਾਲੇ ਲੋਕ ਨੇ ਤੇ ਚਾਨਣ ਵੰਡਣ ਵਾਲੇ ਲੋਕਾਂ ਦਾ ਹਨੇਰਿਆਂ ਦੀ ਦੁਨੀਆ ਦੇ ਵਿੱਚ ਬਹੁਤ ਜ਼ਰੂਰਤ ਹੁੰਦੀ ਹੈ। ਤੇ ਅਸੀਂ ਇਸ ਕਰਕੇ ਚਾਨਣ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਆਨੰਦ ਹੋਰਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਇਹ ਅੱਜ ਸਾਡੇ ਨਾਲ ਜੁੜੇ ਨੇ ਤੇ ਆਪਾਂ ਇਹਨਾਂ ਨਾਲ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਇਸੇ ਤਰ੍ਹਾਂ ਸਾਡੇ ਨਾਲ ਕੁਝ ਸਪੈਸ਼ਲ ਐਜੂਕੇਟਰ ਜੁੜੇ ਨੇ, ਜਿਹੜੇ ਸਾਡੇ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦੇ ਨੇ, ਜਿਹਦੇ ਵਿੱਚ ਬਠਿੰਡਾ ਤੋਂ ਸਪੈਸ਼ਲ ਐਜੂਕੇਟਰ ਨੇ ਦਵਿੰਦਰ ਕੁਮਾਰ, ਇਸੇ ਤਰ੍ਹਾਂ ਜਲੰਧਰ ਤੋਂ ਸਪੈਸ਼ਲ ਐਜੂਕੇਟਰ ਨੇ ਰਾਜੂ ਕੁਮਾਰ। ਸੋ ਦਵਿੰਦਰ ਕੁਮਾਰ ਹੋਰੀ ਤੇ ਰਾਜੂ ਕੁਮਾਰ ਹੋਰੀ ਇਹ ਵੀ ਰੌਸ਼ਨੀਆਂ ਵੰਡਣ ਦਾ ਕਾਰਜ ਕਰ ਰਹੇ ਨੇ। ਇਹ ਵੀ ਉਹਨਾਂ ਬੱਚਿਆਂ ਲਈ ਮਾਹੌਲ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਬੱਚਿਆਂ ਨੂੰ ਵਿੱਦਿਆ ਦੀ ਰੌਸ਼ਨੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਬੱਚੇ ਅਸੀਂ ਹਾਸ਼ੀਏ ਤੇ ਧੱਕੇ ਹੋਏ ਸੀ। ਸਾਡੇ ਨਾਲ ਗੱਲਬਾਤ ਕਰਨ ਲਈ, ਐਂਕਰਿੰਗ ਦੇ ਤੌਰ ਤੇ ਅੱਜ ਦੀ ਡਿਬੇਟ ਦਾ ਸੰਚਾਲਨ ਕਰਨ ਲਈ ਇੱਕ ਸਾਡੇ ਐਡਮਿਨ ਨੇ ਸੁਖਜੀਵਨ, ਜਿਹੜੇ ਲਗਾਤਾਰ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੇ ਨੇ, ਇਸ ਪ੍ਰੋਗਰਾਮ ਦੇ ਸੰਚਾਲਕ ਨੇ। ਤੇ ਇਹਨਾਂ ਦੇ ਨਾਲ ਹੀ ਇੱਕ ਸਾਡੇ ਨਾਲ ਬਿਕਰਮਦੀਪ ਸਿੰਘ ਹੋਰੀ ਨੇ, ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਹੈ। ਸੋ ਮੈਂ ਬਿਕਰਮਦੀਪ ਸਿੰਘ,
ਸੁਖਜੀਵਨ ਸਿੰਘ ਇਹ ਸਾਡੇ ਹੋਸਟ ਨੇ, ਇਹਨਾਂ ਦਾ ਸਵਾਗਤ ਕਰਦਾ ਤੇ ਨਾਲ ਹੀ ਸਾਡੇ ਤਿੰਨੇ ਮਹਿਮਾਨਾਂ ਦਾ ਸਵਾਗਤ ਕਰਦਾ। ਤੇ ਇਹਦੇ ਨਾਲ ਸਾਡੇ ਨਾਲ ਕੁਝ ਦੋਸਤ ਹੋਰ ਜੁੜੇ ਹੋਏ ਨੇ ਜਿਹੜੇ ਭਾਵੇਂ ਕਿਸੇ ਅਹੁਦੇ ਤੇ ਨਹੀਂ ਹੈਗੇ, ਉਹ ਟੀਚਰ ਨੇ, ਪਰ ਟੀਚਰ ਦੇ ਹੁੰਦਿਆਂ ਉਹਨਾਂ ਨੇ ਇਸ ਖੇਤਰ ਦੇ ਵਿੱਚ ਉਹਨਾਂ ਬੱਚਿਆਂ ਦੀ ਸੰਵੇਦਨਾ ਨੂੰ ਮਹਿਸੂਸ ਕੀਤਾ ਤੇ ਉਸ ਸੰਵੇਦਨਾ ਦੇ ਆਧਾਰ ਤੇ ਉਹਨਾਂ ਨੇ ਉਹਨਾਂ ਬੱਚਿਆਂ ਲਈ ਕੰਮ ਕੀਤਾ ਤੇ ਕੰਮ ਕਰ ਰਹੇ ਨੇ। ਕੁਲਜੀਤ ਕੌਰ ਮੰਡ ਨੇ ਸਾਡੇ ਵਿਚਕਾਰ ਅਧਿਆਪਕ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਅਨੁਭਵ ਮੇਰੇ ਨਾਲ ਸਾਂਝੇ ਕੀਤੇ ਇਹੋ ਜਿਹੇ ਬੱਚਿਆਂ ਦੇ ਸੰਬੰਧ ਦੇ ਵਿੱਚ, ਤੇ ਮੈਂ ਉਹਨਾਂ ਦਾ ਵੀ ਬਹੁਤ ਖੈਰ ਮਕਦਮ ਕਰਦਾ, ਬਹੁਤ ਸਵਾਗਤ ਕਰਦਾ। ਬਾਕੀ ਸਾਰੇ ਸਾਡੇ ਜਿਹੜੇ ਐਡਮਿਨ ਸਾਥੀ ਨੇ, ਨਵਨੀਤ ਕੱਕੜ, ਮਨਦੀਪ ਰਿੰਪੀ, ਜਾਂ ਕੁਝ ਹੋਰ ਦੋਸਤ ਜੁੜੇ ਹੋਏ ਨੇ, ਪ੍ਰਦੀਪ ਕੌਰ ਸ਼ਰਮਾ ਜੀ, ਜੋਗਿੰਦਰ ਲਾਲੀ ਜੀ, ਤੇ ਹੋਰ ਜਿਹੜੇ ਜਿਹਨੇ ਦੋਸਤ ਇੱਥੇ ਜੁੜੇ ਹੋਏ ਨੇ ਤੇ ਫੇਸਬੁੱਕ ਤੇ ਜੁੜੇ ਹੋਏ ਨੇ, ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਦੋਨਾਂ ਐਂਕਰਸ ਨੂੰ, ਅੱਜ ਦੀ ਇਸ ਬਹਿਸ ਦੇ ਸੰਚਾਲਕਾਂ ਨੂੰ, ਸੁਖਜੀਵਨ ਹੋਰਾਂ ਨੂੰ ਤੇ ਵਿਕਰਮਦੀਪ ਹੋਰਾਂ ਨੂੰ, ਕਿ ਉਹ ਅੱਜ ਦੀ ਬਹਿਸ ਦਾ ਸੰਚਾਲਨ ਕਰਨਗੇ ਤੇ ਆਪਾਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸਵਾਲ, ਬਹੁਤ ਸਾਰੇ ਤੌਖਲੇ, ਬਹੁਤ ਸਾਰੀਆਂ ਤਰਜੀਹਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਬੱਚਿਆਂ ਦੇ ਪ੍ਰਸੰਗ ਦੇ ਵਿੱਚ, ਉਹਨਾਂ ਬਾਰੇ ਆਪਣਾ ਨਜ਼ਰੀਆ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ, ਸਮਾਜ ਕੀ ਕਰ ਸਕਦਾ ਉਹਨਾਂ ਲਈ। ਮੈਂ ਹੁਣ ਇਸ ਤੋਂ ਬਾਅਦ ਹੋਸਟ ਦੇ ਰੂਪ ਦੇ ਵਿੱਚ ਵਾਈਫਾਈ ਦਾ ਬੰਦ ਕੀਤਾ, ਉਹ ਸੁਖਜੀਵਨ ਦੇ ਹਵਾਲੇ। ਸੁਖਜੀਵਨ ਜੀ ਆ ਨਹੀਂ ਰਿਹਾ। ਵਿਕਰਮ ਸਰ ਤੁਸੀਂ ਜਾਂ ਤਾਂ ਮਿਊਟ ਕਰ ਲਓ। ਤੇ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣੇ ਸਵਾਗਤੀ ਸ਼ਬਦਾਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿਸ਼ੇ ਨੂੰ ਵੀ ਵਿਆਖਿਆ ਕੀਤੀ, ਇਸ ਵਿਸ਼ੇ ਦੀ ਵੀ। ਤੇ ਬਿਨਾਂ ਕਿਸੇ ਦੇਰੀ ਦੇ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ। ਪਰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਇੱਕ ਪ੍ਰੋਗਰਾਮ ਕੀਤਾ ਸੀ ਤੇ ਬਹੁਤ ਸਾਰੇ ਅਧਿਆਪਕਾਂ ਦੀ ਮਿਹਨਤ ਸਦਕਾ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਵਿਸ਼ੇਸ਼ ਯੋਗਤਾਵਾਂ ਸੀ ਉਹ ਵੀ ਸਾਹਮਣੇ ਆਈਆਂ ਸੀ ਉੱਭਰ ਕੇ, ਤੇ ਉਹਨਾਂ ਬੱਚਿਆਂ ਨੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦਿਆਂ ਇੱਕ ਬਹੁਤ ਸੋਹਣਾ ਪ੍ਰੋਗਰਾਮ ਸਾਡੇ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਵਿੱਚ ਪੇਸ਼ ਕੀਤਾ ਸੀ। ਤੇ ਕਿਸ ਤਰ੍ਹਾਂ ਅਧਿਆਪਕ ਇਹਨਾਂ ਬੱਚਿਆਂ ਨਾਲ ਵਿਚਰਦੇ ਆ, ਕਿਸ ਤਰ੍ਹਾਂ ਮਾਪੇ ਇਹਨਾਂ ਬੱਚਿਆਂ ਨਾਲ ਵਿਚਰਦੇ ਆ, ਇਹਨਾਂ ਬੱਚਿਆਂ ਨੂੰ ਸੋਹਣੀ ਜ਼ਿੰਦਗੀ ਦੇ ਸਕਦੇ ਨੇ, ਇਹਨਾਂ ਦੇ ਹੁਨਰਾਂ ਨੂੰ ਉਭਾਰ ਸਕਦੇ ਨੇ, ਇਹਨਾਂ ਦੀਆਂ ਲੋੜਾਂ ਨੂੰ ਸਮਝ ਸਕਦੇ ਨੇ, ਉਸ ਬਾਰੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਪਹਿਲਾ ਸਵਾਲ ਅਸੀਂ ਡਿਸਟ੍ਰਿਕਟ ਐਜੂਕੇਟਰ ਬਠਿੰਡਾ ਦਵਿੰਦਰ ਕੁਮਾਰ ਜੀ ਨੂੰ ਕਰਾਂਗੇ ਕਿ ਉਹ ਸਾਨੂੰ ਇਹ ਦੱਸਣ ਸ਼ੁਰੂ ਦੇ ਵਿੱਚ ਕਿ ਅਸਲ ਦੇ ਵਿੱਚ ਅਸੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੋਂ ਕੀ ਭਾਵ ਲੈਂਦੇ ਹਾਂ, ਉਹ ਕਿਹੜੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਤੌਰ ਤੇ ਗਿਣਦੇ ਹਾਂ, ਤੇ ਇਹਨਾਂ ਬੱਚਿਆਂ ਨੂੰ ਕਿਹੜੀਆਂ ਸ਼੍ਰੇਣੀਆਂ ਦੇ ਵਿੱਚ ਅੱਗੇ ਜਾ ਕੇ ਵੰਡਿਆ ਜਾਂਦਾ ਹੈ। ਡਾਕਟਰ ਦਵਿੰਦਰ ਕੁਮਾਰ ਜੀ। ਨਮਸਕਾਰ ਜੀ। ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਜੀ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਬੱਚੇ ਜਾਂ ਚਿਲਡਰਨ ਵਿਦ ਸਪੈਸ਼ਲ ਨੀਡਸ ਜੀ, ਅਸੀਂ ਡਿਸੇਬਿਲਿਟੀ ਨੂੰ ਦੋ ਤਰ੍ਹਾਂ ਤੋਂ ਦੇਖ ਸਕਦੇ ਹਾਂ। ਇੱਕ ਆਪਾਂ ਜੇ ਦਿਵਿਆਂਗਤਾ ਦੀ ਗੱਲ ਕਰੀਏ ਤੇ ਦਿਵਿਆਂਗਤਾ ਦੋ ਤਰ੍ਹਾਂ ਤੋਂ ਆਪਾਂ ਦੇਖਦੇ ਹਾਂ। ਇੱਕ ਉਹ ਜਿਹੜੀ ਆਪਾਂ ਨੂੰ ਸਾਹਮਣੇ ਤੋਂ ਦਿਖਾਈ ਦਿੰਦੀ ਹੈ। ਆਮ ਤੌਰ ਤੇ ਜਿਹੜੀ ਦਿਵਿਆਂਗਤਾ ਬੱਚੇ ਵਿੱਚ ਸਾਹਮਣੇ ਦਿਖਾਈ ਦਿੰਦੀ ਹੈ ਉਸ ਨੂੰ ਆਪਾਂ ਦਿਵਿਆਂਗ ਬੱਚਾ ਸਮਝ ਲੈਂਦੇ ਹਾਂ ਕਿ ਵੀ ਇਸ ਦੇ ਹੱਥ ਹੈ ਨਹੀਂ ਜਾਂ ਇਸ ਦੇ ਅੱਖ ਹੈ ਨਹੀਂ। ਬਟ ਜਦੋਂ ਆਪਾਂ ਦੇਖਦੇ ਹਾਂ ਕਿ ਕੁਝ ਬੱਚੇ ਅਜਿਹੇ ਹੁੰਦੇ ਨੇ ਜਿਨ੍ਹਾਂ ਕੋਲੇ ਮਾਨਸਿਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਕਹਿ ਲੈਂਦੇ ਆ ਜਾਂ ਮਤਲਬ ਸਰਵਣ ਸ਼ਕਤੀ ਦੇ ਆਧਾਰ ਤੇ ਕਹਿ ਲੈਂਦੇ ਆ ਜਾਂ ਦ੍ਰਿਸ਼ਟੀਵੀਨਤਾ ਦੇ ਆਧਾਰ ਨਾਲ ਕਹਿ ਲੈਂਦੇ ਆ, ਇਹ ਜਿਹੇ ਬੱਚੇ ਜਦੋਂ ਤੱਕ ਆਪਾਂ ਅਜਿਹੇ ਬੱਚਿਆਂ ਨੂੰ ਖੁਦ ਚੱਲ ਕੇ ਉਹਨਾਂ ਨਾਲ ਗੱਲ ਨਹੀਂ ਕਰਦੇ ਉਦੋਂ ਤੱਕ ਪਤਾ ਨਹੀਂ ਚੱਲਦਾ। ਤੇ ਡਿਸੇਬਿਲਿਟੀ ਨੂੰ ਦੋ ਤਰ੍ਹਾਂ ਤੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਸਾਹਮਣੇ ਦਿਖਾਈ ਦਿੰਦੀ ਹੈ, ਇੱਕ ਸਾਹਮਣੇ ਦਿਖਾਈ ਨਹੀਂ ਦਿੰਦੀ। ਹੁਣ ਆਪਾਂ ਗੱਲ ਕਰੀਏ ਇੱਥੇ ਕਿ ਵੀ ਵਿਸ਼ੇਸ਼ ਬੱਚੇ ਕਿਹੜੇ ਹੁੰਦੇ ਨੇ। ਇੱਥੇ ਮੈਂ ਸਪਸ਼ਟ ਕਰੂੰਗਾ ਕਿ ਇੱਕ ਜਿਹੜੇ ਫਿਜ਼ੀਕਲੀ ਡਿਸੇਬਲਡ ਨੇ, ਇੱਕ ਜਿਹੜੇ ਮਾਨਸਿਕ ਤੌਰ ਤੇ ਜਾਂ ਮਤਲਬ ਦਿਮਾਗੀ ਤੌਰ ਤੇ ਕੁਝ ਇਸ ਤਰ੍ਹਾਂ ਦੀ ਉਹਨਾਂ 'ਚ ਕਮੀ ਰਹਿ ਜਾਂਦੀ ਹੈ ਜਿਸ ਕਾਰਨ ਉਹ ਦਿਵਿਆਂਗਤਾ ਨਾਲ ਪ੍ਰਭਾਵਿਤ ਹੁੰਦੇ ਨੇ। ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਫਿਜ਼ੀਕਲ ਤੌਰ ਤੇ ਆਮ ਤੌਰ ਤੇ ਹਰ ਇੱਕ ਜਿਹੜੀ ਆਮ ਜਨਤਾ ਹੈ, ਜਿਹੜੇ ਅਵੇਅਰਨੈਸ ਉਹਨਾਂ ਬਾਰੇ ਉਹਨਾਂ ਨੂੰ ਪਤਾ ਹੁੰਦਾ ਹੈ। ਬਟ ਜਿਹੜੇ ਦੂਜੇ ਬੱਚੇ ਆ ਜਿਨ੍ਹਾਂ ਨੂੰ ਇੰਟੈਲੈਕਚੁਅਲ ਡਿਸੇਬਲਡ ਕਹਿ ਲੈਂਦੇ ਆ, ਆਪਾਂ ਦ੍ਰਿਸ਼ਟੀਵੀਹੀਨ ਕਹਿ ਲੈਂਦੇ ਆ ਜਾਂ ਬਲਾਈਂਡ ਕਹਿ ਲੈਂਦੇ ਆ ਜਾਂ ਮਾਨਸਿਕ ਤੌਰ ਤੇ ਮਲੰਗ ਕਹਿ ਲੈਂਦੇ ਆ, ਔਟਿਜ਼ਮ ਕਹਿ ਲੈਂਦੇ ਆ, ਡਾਊਨ ਸਿੰਡਰੋਮ ਕਹਿ ਲੈਂਦੇ ਆ, ਇਹ ਜਿਹੇ ਬੱਚਿਆਂ ਬਾਰੇ ਹਜੇ ਤੱਕ ਵੀ ਆਪਣੀ ਸੁਸਾਇਟੀ 'ਚ ਅਵੇਅਰਨੈਸ ਨਹੀਂ ਹੈ। PWD ਐਕਟ 1995 ਜਦੋਂ ਆਪਣੇ ਦੇਸ਼ 'ਚ ਇੰਪਲੀਮੈਂਟ ਹੋਇਆ ਸੀ 1995 'ਚ
95 ਚ ਉਦੋਂ ਉਸ ਚ 8 ਪ੍ਰਕਾਰ ਦੀ ਡਿਸੇਬਿਲਿਟੀ ਨੂੰ ਕਾਊਂਟ ਕੀਤਾ ਗਿਆ ਸੀ। ਉਸ ਚ ਸ਼ੁਰੂ ਤੌਰ ਤੇ ਜਿਵੇਂ ਆਪਾਂ ਮੋਟੇ ਤੌਰ ਤੇ ਮੰਨੀਏ ਤੇ ਮੈਂਟਲ ਰਿਟਾਰਡੇਸ਼ਨ, ਜਿਸ ਨੂੰ ਅੱਜ ਦੀ ਡੇਟ ਚ ਇੰਟੈਲੈਕਚੁਅਲ ਡਿਸੇਬਲਡ ਕਹਿੰਦੇ ਆ ਆਪਾਂ, ਫਿਜ਼ੀਕਲੀ ਡਿਸੇਬਲਡ ਹੋ ਗਈ, ਸੈਰਬਲ ਪਾਲਸੀ ਹੋ ਗਈ, ਔਟਿਜ਼ਮ ਹੋ ਗਿਆ। ਬਟ ਜਦੋਂ ਆਪਾਂ ਹੁਣ 2016 ਚ ਇੱਕ ਨਵਾਂ ਐਕਟ ਹੋਰ ਲਾਗੂ ਕੀਤਾ ਗਿਆ ਜਿਸ ਵਿੱਚ 21 ਪ੍ਰਕਾਰ ਦੀ ਡਿਸੇਬਿਲਿਟੀਜ਼ ਨੂੰ ਲਾਗੂ ਕੀਤਾ ਗਿਆ। ਇਹ PWD ਪਰਸਨਸ ਵਿਦ ਡਿਸੇਬਿਲਿਟੀ ਐਕਟ 16 ਦੇ ਆਧਾਰ ਤੇ ਜੇ ਆਪਾਂ ਗੱਲ ਕਰੀਏ ਤੇ 21 ਪ੍ਰਕਾਰ ਦੀ ਡਿਸੇਬਿਲਿਟੀਜ਼ ਇਸ ਨੂੰ ਬੈਂਚਮਾਰਕ ਡਿਸੇਬਿਲਿਟੀਜ਼ ਕਾਊਂਟ ਕੀਤਾ ਗਿਆ। ਇਸ ਵਿੱਚ ਇੰਟੈਲੈਕਚੁਅਲ ਡਿਸੇਬਲਡ ਹੋ ਗਏ ਜੀ, ਫਿਜ਼ੀਕਲ ਡਿਸੇਬਲਡ ਹੋ ਗਏ, ਲੋਕੋਮੋਟਰ ਡਿਸੇਬਿਲਿਟੀ ਦੇ ਬੱਚੇ ਹੋ ਗਏ, ਉਸ ਦੇ ਨਾਲ ਬਲਾਈਂਡ ਹੋ ਗਏ, ਹੀਅਰਿੰਗ ਇੰਪੇਅਰਡ ਹੋ ਗਏ। ਹੀਅਰਿੰਗ ਇੰਪੇਅਰਡ ਚ ਵੀ ਇੱਥੇ ਦੋ ਗੱਲਾਂ ਆਉਂਦੀਆਂ ਨੇ। ਹੀਅਰਿੰਗ ਇੰਪੇਅਰਡ ਬੱਚੇ ਇੱਕ ਉਹ ਜਿਹੜੇ ਡੈਫ ਐਂਡ ਮਿਊਟ ਨੇ, ਇੱਕ ਉਹ ਜਿਹੜੇ ਸਿਰਫ ਡੈਫ ਨੇ। ਇਸੇ ਤਰ੍ਹਾਂ ਜੇ ਦੂਸਰੀ ਗੱਲ ਕਰਦੇ ਆ, ਐਸਿਡ ਅਟੈਕ ਨਾਲ ਪ੍ਰਭਾਵਿਤ ਬੱਚੇ ਨੇ, ਕੁਝ ਇਸ ਤਰ੍ਹਾਂ ਦੀ ਬਿਮਾਰੀਆਂ ਨੇ ਜਿਵੇਂ ਹੀਮੋਫੀਲੀਆ, ਥੈਲੇਸੀਮੀਆ, ਇਸ ਤਰ੍ਹਾਂ ਦੀ ਬਿਮਾਰੀਆਂ ਨਾਲ ਪ੍ਰਭਾਵਿਤ ਵੀ ਬੱਚੇ ਹੈ ਜਿਸ ਨੂੰ ਡਿਸੇਬਿਲਿਟੀ ਚ ਮੰਨਿਆ ਗਿਆ। ਹੁਣ ਇੱਕ ਹੋਰ ਜਿਹੜਾ ਉਪਰਾਲਾ ਕੀਤਾ ਸਰਕਾਰ ਵੱਲੋਂ, ਜਿਨ੍ਹਾਂ ਨੂੰ ਆਪਾਂ ਨਰਾਫਿਜ਼ਮ ਕਹਿ ਦਿੰਦੇ ਆ, ਬੋਨਸਾਈ, ਜਿਹੜੇ ਮਤਲਬ ਛੋਟੇ ਕੱਦ ਦੇ ਬੱਚੇ ਹੁੰਦੇ ਨੇ ਜੀ, ਛੋਟੇ ਕੱਦ ਦੇ, ਉਹਨਾਂ ਨੂੰ ਵੀ ਡਿਸੇਬਿਲਿਟੀ ਚ ਸ਼ਾਮਿਲ ਕੀਤਾ ਹੈਗਾ। ਬਟ ਆਮ ਜਨਤਾ ਚ ਦੇਖਿਆ ਜਾਵੇ ਤਾਂ ਜਿਹੜੇ ਬੋਨੇ ਹੁੰਦੇ ਉਹਨਾਂ ਨੂੰ ਡਿਸੇਬਿਲਿਟੀ ਚ ਕਾਊਂਟ ਨਹੀਂ ਕੀਤਾ ਜਾਂਦਾ। ਬਟ ਇੱਥੇ ਆਪਾਂ ਜੇ ਸਧਾਰਨ ਸ਼ਬਦਾਂ 'ਚ ਗੱਲ ਕਰੀਏ ਕਿ ਇੱਕ ਸਧਾਰਨ ਵਿਅਕਤੀ ਦੀ ਕਾਰਿਆਕੁਸ਼ਲਤਾ, ਜੇ ਉਹਦੀ ਕਾਰਿਆ ਕਰਨ ਦੀ ਜਿਹੜੀ ਸ਼ਮਤਾ ਹੈ ਉਸ ਤੋਂ ਘੱਟ ਕੰਮ ਕਰਨ ਵਾਲਾ, ਸ਼ਮਤਾ ਦੇ ਨਾਲ ਘੱਟ ਕੰਮ ਕਰਨ ਵਾਲਾ ਵਿਅਕਤੀ ਡਿਸੇਬਿਲਿਟੀ 'ਚ ਕਾਊਂਟ ਹੁੰਦਾ ਹੈ। ਜੀ, ਸ਼ੁਕਰੀਆ ਦਵਿੰਦਰ ਜੀ। ਤੇ ਜਿਵੇਂ ਤੁਸੀਂ ਦੱਸਿਆ ਕਿ ਇਹ ਸਾਰੇ ਬੱਚੇ ਜਿਨ੍ਹਾਂ ਦੇ ਵਿੱਚ ਕੁਦਰਤ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਜਾਂਦੀ ਹੈ, ਕਿਸੇ ਤਰ੍ਹਾਂ ਦੀ ਸਮਰੱਥਾ ਉਹਨਾਂ ਦੀ ਘੱਟ ਹੁੰਦੀ ਹੈ, ਉਹਨਾਂ ਨੂੰ ਆਪਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਿੱਚ ਗਿਣਦੇ ਹਾਂ। ਤੇ ਇਹ ਸਾਰੇ, ਜੇਕਰ ਕਿਸੇ ਬੱਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਯੋਗਤਾ ਬਹੁਤ ਜ਼ਿਆਦਾ ਗਈ, ਕਿਸ ਦਾ IQ ਲੈਵਲ ਬਹੁਤ ਜ਼ਿਆਦਾ ਗਾ, ਜਾਂ ਕੋਈ ਹੋਰ ਯੋਗਤਾ ਉਸ ਦੇ ਵਿੱਚ ਬਹੁਤ ਜ਼ਿਆਦਾ ਗਈ, ਤਾਂ ਕੀ ਉਹਨਾਂ ਬੱਚਿਆਂ ਦੀਆਂ ਵੀ ਵਿਸ਼ੇਸ਼ ਲੋੜਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਵੀ ਆਪਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚ ਕਿਸੇ ਤਰ੍ਹਾਂ ਗਿਣਦੇ ਹਾਂ? ਜੀ ਸਰ, ਜੇ ਆਪਾਂ ਗੱਲ ਕਰੀਏ ਸਰ, ਇੱਕ IQ ਦਾ ਜਿਹੜਾ ਲੈਵਲ ਹੈ ਉਹ ਇੱਕ ਮੈਜ਼ਰਮੈਂਟ ਹੈ ਆਦਮੀ ਦੀ ਕਾਰਿਆਕੁਸ਼ਲਤਾ, ਜਿਹੜੀ ਉਹਦੀ ਮਾਨਸਿਕ ਕੈਪੈਸਿਟੀ ਹੈ ਉਸ ਦੇ ਹਿਸਾਬ ਨਾਲ ਉਹ ਕਿੰਨਾ ਕੰਮ ਕਰ ਸਕਦਾ ਹੈ। ਜੇ ਆਪਾਂ ਗੱਲ ਕਰੀਏ ਤੇ ਇੱਕ ਸਧਾਰਨ ਵਿਅਕਤੀ ਦਾ IQ ਹੈ ਉਹ 90 ਤੋਂ 100 ਦੇ ਵਿਚਾਲੇ ਹੁੰਦਾ ਹੈ, ਤੇ ਉਸ ਤੋਂ ਘੱਟ ਵਾਲੇ ਜਿਹੜੇ ਹੁੰਦੇ ਨੇ ਉਹਨੂੰ ਵੀ ਆਪਾਂ ਸਧਾਰਨ ਐਬਿਲਿਟੀ ਦੇ ਅਕੋਰਡਿੰਗ ਹੀ ਕਾਊਂਟ ਕਰਦੇ ਨੇ। ਜਿਵੇਂ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਵੀ ਜਿਹੜੇ ਬੱਚੇ ਨੇ ਉਹਨਾਂ ਦਾ, ਜਿਹੜੇ ਡਿਸੇਬਲਡ ਬੱਚੇ ਨੇ ਉਹਨਾਂ ਦਾ IQ 0 ਤੋਂ ਸਟਾਰਟ ਹੋ ਜਾਂਦਾ ਹੈ, 0 ਤੋਂ 20, 20 ਤੋਂ 40, 40 ਤੋਂ 50, 50 ਤੋਂ 70, ਤੇ ਜਿਹੜੇ ਬਲੋ 70 ਨੇ ਜਿਨ੍ਹਾਂ ਦਾ IQ ਲੈਵਲ 70 ਤੋਂ ਘੱਟ ਹੈ, ਉਹ ਸਾਰੇ ਦੇ ਸਾਰੇ ਬੱਚੇ ਸਪੈਸ਼ਲ ਕੈਟੇਗਰੀ ਵਿੱਚ ਕਾਊਂਟ ਹੁੰਦੇ ਨੇ। ਬਟ ਜਿਨ੍ਹਾਂ ਦਾ IQ ਆਪਣੇ ਤੋਂ ਵੀ ਵੱਧ ਹੈ, 100 ਤੋਂ ਵੱਧ ਹੈ ਜਿਨ੍ਹਾਂ ਦਾ, ਉਹ ਬੱਚੇ ਸਪੈਸ਼ਲ ਗੋਡ ਗਿਫਟਡ ਕੈਟੇਗਰੀ ਚ ਆਉਂਦੇ ਨੇ। ਇਹ ਜਿਹੇ ਬੱਚੇ ਜਿਨ੍ਹਾਂ ਦਾ IQ ਲੈਵਲ ਬਹੁਤ ਜ਼ਿਆਦਾ ਹੈ, ਉਹਨਾਂ ਲਈ ਵਿਸ਼ੇਸ਼ ਤਕਨੀਕਾਂ ਰਾਹੀਂ ਇੱਕ ਸਪੈਸ਼ਲ ਉਪਰਾਲੇ ਕਰਨੇ ਪੈਂਦੇ ਨੇ ਤਾਂ ਕਿ ਉਹ ਆਪਣੇ ਤੋਂ ਵੀ ਅੱਗੇ ਜਾ ਕੇ ਸੋਚਦੇ ਨੇ, ਆਪਣੇ ਤੋਂ ਅੱਗੇ ਵੀ ਜਾ ਕੇ ਕੰਮ ਕਰ ਸਕਦੇ ਨੇ। ਅਜਿਹੇ ਬੱਚੇ ਜਿਨ੍ਹਾਂ ਦਾ IQ ਲੈਵਲ ਬਹੁਤ ਜ਼ਿਆਦਾ ਹੈ, ਉਹਨਾਂ ਵਾਸਤੇ ਸਪੈਸ਼ਲ ਇਸ ਤਰ੍ਹਾਂ ਦੀ ਟੈਕਨੀਕ ਯੂਜ਼ ਕਰਨੀ ਪੈਂਦੀ ਹੈ ਜਿਸ ਨਾਲ ਉਹ ਬੱਚੇ ਉਸ ਤੋਂ ਵੀ ਅੱਗੇ ਜਾ ਕੇ ਸੋਚ ਸਕਣ ਤੇ ਕੰਮ ਕਰ ਸਕਣ। ਜੀ, ਵਿਕਰਮ ਸਰ, ਤੁਹਾਡਾ ਕੀ ਸਵਾਲ ਸੀ ਅੱਗੇ? ਹਾਂਜੀ, ਮੇਰਾ ਸਵਾਲ ਹੈ ਕਿ ਜੋ ਦਵਿੰਦਰ ਸਰ ਨੇ 21 ਤਰ੍ਹਾਂ ਦੀਆਂ ਵੱਖ-ਵੱਖ ਡਿਸੇਬਿਲਿਟੀ ਦੀਆਂ ਕੈਟੇਗਰੀਜ਼ ਇਹਨਾਂ ਨੇ ਦੱਸੀਆਂ ਨੇ ਹੁਣੀ, ਸੋ ਇਹ ਜਿਹੜੀਆਂ ਡਿਸੇਬਿਲਿਟੀ 21 ਕੈਟੇਗਰੀਜ਼ ਨੇ ਡਿਸੇਬਿਲਿਟੀ ਦੀਆਂ, ਇਹਨਾਂ ਦੀਆਂ ਕੀ ਲੋੜਾਂ ਨੇ, ਇਹਦੇ ਉੱਤੇ ਕਾਈਂਡਲੀ ਚਾਨਣ ਪਾਓ। ਸਰ, ਅਗਰ ਜੇ ਆਪਾਂ ਗੱਲ ਕਰੀਏ 21 ਪ੍ਰਕਾਰ ਦੀ ਜਿਹੜੀ ਡਿਸੇਬਿਲਿਟੀਜ਼ ਨੇ, ਉਹਨਾਂ ਵਿੱਚ ਆਮ ਤੌਰ ਤੇ ਜਿਹੜੇ ਬੱਚੇ ਸਰੀਰਕ ਤੌਰ ਤੋਂ ਬਿਲਕੁਲ ਸਵਸਥ ਨੇ ਬਟ ਆਵਾਜ਼ ਨਾਲ ਜਾਂ ਆਪਣੇ ਇਸ਼ਾਰੇ ਨਾਲ ਗੱਲ ਕਰਕੇ ਦੱਸ ਸਕਦੇ ਨੇ, ਉਹ ਆਪਣੀ ਪਹਿਚਾਣ ਨੂੰ, ਆਪਣੀ ਰਿਕਗਨਾਈਜੇਸ਼ਨ ਨੂੰ ਦੱਸ ਸਕਦੇ ਨੇ। ਬਟ ਸਭ ਤੋਂ ਵੱਡੀ ਗੱਲ ਹੈ, ਅਜਿਹੇ ਬੱਚੇ ਜਿਨ੍ਹਾਂ ਦਾ ਇੰਟੈਲੈਕਚੁਅਲ ਲੈਵਲ ਹੀ ਬਹੁਤ ਘੱਟ ਹੈ, ਜੋ ਆਪਣੀ ਪਹਿਚਾਣ ਨੂੰ ਦੱਸ ਨਹੀਂ ਸਕਦੇ, ਅਜਿਹੇ ਬੱਚਿਆਂ ਲਈ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਉਸ ਲਈ ਕੰਮ ਕਰਨ ਲਈ ਜਿਹੜੀ ਆਪਣੀ ਸਰਕਾਰ ਹੈ ਜਾਂ ਜਿਹੜੀ ਸਮਾਜ ਸੇਵੀ ਨੇ ਜਾਂ ਹਮਾਰੇ ਜਿਹੜੇ ਆਪਣੇ ਪੈਰੈਂਟਸ ਐਸੋਸੀਏਸ਼ਨ ਨੇ, ਉਹਨਾਂ ਨੂੰ ਵੱਧ ਕੰਮ ਕਰਨ ਦੀ ਲੋੜ ਹੈ। ਆਮ ਤੌਰ ਤੇ ਜੇ ਆਪਾਂ ਗੱਲ ਕਰੀਏ, ਇੱਕ ਬਲਾਈਂਡ ਹੈ, ਉਹਨੂੰ ਦਿਖਾਈ ਨਹੀਂ ਦਿੰਦਾ ਬਟ ਉਹ ਆਪਣੀ ਜ਼ਰੂਰਤ ਨੂੰ ਬਹੁਤ ਅੱਛੇ ਤਰੀਕੇ ਨਾਲ ਦੱਸ ਸਕਦਾ ਹੈ।
ਇੱਕ ਡੈਫ ਬੱਚਾ ਹੈ ਉਹ ਇਸ਼ਾਰੇ ਨਾਲ ਆਪਣੀ ਗੱਲ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਾ ਸਕਦਾ ਹੈ ਜੇ ਉਹ ਸਮਝਾ ਸਕਦਾ ਹੈ। ਬਟ ਇੱਕ ਜਿਹੜਾ ਫਿਜ਼ੀਕਲ ਡਿਸੇਬਲਡ ਬੱਚਾ ਹੈ ਉਹ ਆਪਣੀ ਗੱਲ ਨੂੰ ਦੱਸ ਸਕਦਾ ਹੈ, ਬਤਾ ਸਕਦਾ ਹੈ। ਬਟ ਜਿਹੜਾ ਇੰਟੈਲੈਕਚੁਅਲ ਡਿਸੇਬਲਡ ਹੈ ਜਾਂ ਡਾਊਨ ਸਿੰਡਰੋਮ ਕੈਟੇਗਰੀ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਵੱਖ ਸਮੱਸਿਆ ਨੇ, ਉਹ ਆਪਣੀ ਫੀਲਿੰਗਸ ਨੂੰ, ਆਪਣੀ ਐਬਿਲਿਟੀ ਨੂੰ ਦੱਸਣ 'ਚ ਬਹੁਤ ਇੰਨੇ ਮਾਹਿਰ ਨਹੀਂ ਹੁੰਦੇ, ਜਾਂ ਐਂ ਕਹਿ ਲਓ ਵੀ ਸਮਾਜ 'ਚ ਉਹਨਾਂ ਨੂੰ ਵਿਚਰਨ ਦਾ ਮੌਕਾ ਹੀ ਨਹੀਂ ਮਿਲਦਾ, ਜਿਸ ਕਰਕੇ ਉਹਨਾਂ ਦੀ ਇਹ ਦਿੱਕਤਾਂ ਜ਼ਿਆਦਾ ਹੁੰਦੀਆਂ ਨੇ। ਤੇ ਆਮ ਤੌਰ ਤੇ ਪੈਰੈਂਟਸ ਦੇ ਵਿੱਚ ਵੀ ਇਹ ਕਈ ਵਾਰ ਦੇਖਣ 'ਚ ਆਇਆ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਬੱਚਾ ਉਹਦਾ ਆਈਕਿਊ ਲੈਵਲ ਆਪਾਂ ਨੂੰ ਪਤਾ ਹੈ ਕਿ ਵੀ ਉਹ ਸਮਾਜ 'ਚ ਜਾਂ ਪਰਿਵਾਰ 'ਚ ਤਾਂ ਉਹਨੂੰ ਇੱਕ ਅਡੋਪਟੇਸ਼ਨ ਮਿਲ ਗਈ, ਬਟ ਸਮਾਜ 'ਚ ਉਹਨੂੰ ਅਡੋਪਟ ਕਰਨ ਨੂੰ ਤਿਆਰ ਨਹੀਂ ਹੈ। ਜਦੋਂ ਤੱਕ ਜੀ। ਸਮਾਜ ਅਜਿਹੇ ਬੱਚਿਆਂ ਨੂੰ ਅਡੋਪਟ ਕਰਨ ਨੂੰ ਤਿਆਰ ਨਹੀਂ ਹੋਊਗਾ ਤੇ ਸਮਾਜ ਵਿੱਚ ਉਹ ਬੱਚੇ ਵਿਚਰ ਨਹੀਂ ਸਕਦੇ, ਨਾ ਹੀ ਮਤਲਬ ਉਹ ਆਪਣੇ ਆਪ ਨੂੰ ਡਿਵੈਲਪ ਕਰ ਸਕਦੇ ਆ। ਸਭ ਤੋਂ ਜੀ। ਵੱਡੀ ਗੱਲ ਇਹ ਹੈ ਕਿ ਜਿਹੜਾ ਵੀ ਬੱਚਾ, ਚਾਹੇ ਆਪਾਂ ਨੇ ਚਾਹੇ ਹੋਰ ਸਮਾਜ ਦਾ ਕੋਈ ਵੀ ਵਿਅਕਤੀ ਹੈ, ਜਦੋਂ ਤੱਕ ਉਹ ਸਮਾਜ ਵਿੱਚ ਵਿਚਰਦਾ ਨਹੀਂ ਤਦੋਂ ਤੱਕ ਉਹ ਆਪਣੇ ਮਤਲਬ ਗਿਆਨ ਨੂੰ ਵਧਾ ਨਹੀਂ ਸਕਦਾ। ਇਹ ਬਹੁਤ ਜ਼ਰੂਰੀ ਹੈ ਕਿ ਅਜਿਹੇ ਬੱਚੇ ਜਿਨ੍ਹਾਂ ਦਾ ਇੰਟੈਲੈਕਚੁਅਲ ਲੈਵਲ ਬਹੁਤ ਘੱਟ ਹੈ ਉਹਨਾਂ ਨੂੰ ਸਮਾਜ ਸਵੀਕਾਰ ਕਰੇ ਤੇ ਉਹਨਾਂ ਨੂੰ ਸਿੱਖਣ ਦਾ ਮੌਕਾ ਦੇਵੇ ਤਾਂ ਜੇ ਇਹ ਬੱਚੇ ਵੀ ਵਿਚਰ ਸਕਣ। ਜੀ ਸਰ, ਤੁਸੀਂ ਜਿਵੇਂ ਗੱਲ ਕੀਤੀ ਕਿ ਪੇਰੈਂਟਸ ਆਰਗੇਨਾਈਜੇਸ਼ਨ ਜਿਹੜੀਆਂ ਬਣੀਆਂ ਨੇ ਜਾਂ ਐਸੋਸੀਏਸ਼ਨ ਬਣੀਆਂ ਨੇ ਜਾਂ ਹੋਰ ਸੰਸਥਾਵਾਂ ਬਣੀਆਂ ਨੇ ਕਿ ਉਹਨਾਂ ਨੂੰ ਵੀ ਇਹਨਾਂ ਬੱਚਿਆਂ ਲਈ ਬਹੁਤ ਸਾਰਾ ਖਾਸ ਕਰਕੇ ਖਾਸ ਲੋੜਾਂ ਦੇ ਮੌਕੇ ਕੰਮ ਕਰਨ ਦੀ ਜ਼ਰੂਰਤ ਹੈ। ਤੇ ਆਪਾਂ ਅਮਰਜੀਤ ਸਿੰਘ ਆਨੰਦ ਜੀ ਨਾਲ ਵੀ ਇਸ ਬਾਰੇ ਅਗਲੇ ਸਵਾਲ ਦੇ ਵਿੱਚ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਲੰਧਰ ਤੋਂ ਰਾਜੂ ਕੁਮਾਰ ਜੀ ਜੁੜੇ ਨੇ, ਡਿਸਟ੍ਰਿਕਟ ਸਪੈਸ਼ਲ ਐਜੂਕੇਟਰ ਨੇ। ਉਹਨਾਂ ਨੂੰ ਵੀ ਅਸੀਂ ਚਾਹਾਂਗੇ ਕਿ ਇਹਨਾਂ ਤਿੰਨਾਂ ਸਵਾਲਾਂ ਤੇ ਜਿਨ੍ਹਾਂ ਤੇ ਅਸੀਂ ਚਰਚਾ ਕੀਤੀ ਹੈ, ਇਹਨਾਂ ਦੇ ਸੰਦਰਭ ਦੇ ਵਿੱਚ ਉਹ ਕੁਝ ਐਡ ਆਨ ਕਰਨਾ ਚਾਹੁੰਦੇ ਹੋਣ, ਕੋਈ ਗੱਲ ਹੋਰ ਸਾਂਝੀ ਕਰਨੀ ਚਾਹੁੰਦੇ ਹੋਣ, ਜੋੜਨੀ ਚਾਹੁੰਦੇ ਹੋਣ। ਰਾਜੂ ਕੁਮਾਰ ਜੀ। ਰਾਜੂ ਕੁਮਾਰ ਜੀ, ਮਾਈਕ ਔਨ ਕਰ ਲਓ ਸਰ। ਜੀ, ਮੇਰੇ ਵੱਲੋਂ ਸਭ ਤੋਂ ਪਹਿਲਾਂ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਸਾਰੇ ਸਾਥੀ ਮੈਂਬਰਾਂ ਨੂੰ ਜਿਹੜਾ ਹੈ ਉਹ ਗੁੱਡ ਇਵਨਿੰਗ ਹੈ ਜੀ। ਤੇ ਜਿਹੜੀ ਗੱਲਾਂ ਅੱਜ ਆਪਾਂ ਕੀਤੀ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਚਾਨਣਾ ਪਾਉਣਾ ਚਾਹਾਂਗਾ ਕਿ ਸਾਡੇ ਵਿੱਚ ਸਰਦਾਰ ਅਮਰਜੀਤ ਸਿੰਘ ਆਨੰਦ ਜੀ ਜੁੜੇ ਹੋਏ ਹੈ ਤੇ ਉਹ ਇੱਕ ਇਹੋ ਜਿਹੀ ਪੰਜਾਬ ਦੀ ਸ਼ਖਸੀਅਤ ਨੇ ਕਿ ਜਿਹੜਾ ਐਡਵਾਈਜ਼ਰੀ ਬੋਰਡ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਬਣਾਇਆ ਗਿਆ ਹੈ ਐਡਵਾਈਜ਼ਰੀ ਬੋਰਡ PWD ਲਈ, ਉਹ ਸਾਡੇ ਵਿੱਚ ਸਟੇਟ ਐਡਵਾਈਜ਼ਰੀ ਬੋਰਡ ਦੇ ਮੈਂਬਰ ਨੇ ਜੁੜੇ ਹੋਏ ਆ ਸਾਡੇ ਵਿੱਚ। ਤੇ ਜਿਹੜਾ RPWD ਐਕਟ 2016 ਜਿਹੜਾ 16 ਆਇਆ ਹੈ ਉਹਦੇ ਵਿੱਚ ਵੀ ਉਹਨਾਂ ਵੱਲੋਂ ਕਾਫੀ ਜਿਹੜੇ ਹੈ ਉਪਰਾਲੇ ਕੀਤੇ ਗਏ ਹੈ ਤੇ ਜਿਹੜੀਆਂ ਡਿਸੇਬਿਲਿਟੀਜ਼ ਨੂੰ ਜੋੜਿਆ ਗਿਆ ਹੈ ਤੇ ਉਹ ਵੀ ਉਸ ਕੜੀ ਦਾ ਇੱਕ ਹਿੱਸਾ ਨੇ। ਤਾਂ ਮੈਂ ਅਮਰਜੀਤ ਆਨੰਦ ਜੀ ਦਾ ਵੀ ਧੰਨਵਾਦ ਤਾਂ ਨਹੀਂ ਕਰਾਂਗਾ, ਕਿਉਂਕਿ ਧੰਨਵਾਦ ਦੇ ਵਿੱਚ ਕੀ ਹੈ ਕਿ ਸ਼ਬਦ ਉਹਨਾਂ ਲਈ ਥੋੜੇ ਜਿਹੇ ਛੋਟੇ ਰਹਿ ਜਾਣੇ ਹੈ। ਸੋ ਜੋ ਉਹ ਕੰਮ ਕਰ ਰਹੇ ਹੈ ਇਸ ਸਮਾਜ ਲਈ, ਇਸ ਸੋਸਾਇਟੀ ਲਈ, ਤੇ ਉਹ ਕਾਫੀ ਮਤਲਬ ਅਪਰੀਸ਼ੀਏਟੇਬਲ ਹੈ ਕਿ ਉਹਨਾਂ ਵੱਲੋਂ ਇਦਾਂ ਦਾ ਉਪਰਾਲਾ ਕੀਤਾ ਜਾ ਰਿਹਾ। ਹੁਣ ਅਸੀਂ ਆਉਂਦੇ ਹਾਂ ਜੀ ਟੌਪਿਕ ਤੇ ਆਉਂਦੇ ਹਾਂ ਕਿ ਵਿਸ਼ੇਸ਼ ਜ਼ਰੂਰਤਾਂ ਵਾਲਾ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਇਹਦੇ ਵਿੱਚ ਮੈਂ ਇੱਕ ਐਡ ਕਰਾਂਗਾ ਕਿ ਆਪਾਂ ਗੱਲ ਕਰ ਰਹੇ ਹਾਂ ਸਿਰਫ ਬੱਚਿਆਂ ਬਾਰੇ, ਦਿਵਿਆਂਗ ਵਰਡ, ਦਿਵਿਆਂਗ ਜਨ ਬਾਰੇ ਗੱਲ ਕਰ ਰਹੇ ਹਾਂ। ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਵਿਸ਼ੇਸ਼ ਜ਼ਰੂਰਤ ਤਾਂ ਹਰ ਕਿਸੇ ਦੀ ਹੈ, ਚਾਹੇ ਉਹ ਅਸੀਂ ਹੀ ਕਿਉਂ ਨਾ ਹੋਈਏ। ਜੇ ਮੈਨੂੰ ਪੰਜਾਬੀ ਨਹੀਂ ਆਉਂਦੀ ਚੰਗੀ ਤਰ੍ਹਾਂ ਤਾਂ ਉਹ ਮੇਰੀ ਆਪਣੀ ਜ਼ਰੂਰਤ ਹੈ। ਜੇ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹ ਵੀ ਉਹਦੀ ਇੱਕ ਜ਼ਰੂਰਤ ਹੈ। ਸੋ ਦਿਵਿਆਂਗਤਾ ਦੀ ਜੇ ਆਪਾਂ ਗੱਲ ਕਰੀਏ, ਸਿਰਫ ਦਿਵਿਆਂਗਤਾ ਦੇ ਵਿੱਚ ਹੈ ਕਿ ਕਿਸੇ ਸਰੀਰਕ ਜਾਂ ਮਾਨਸਿਕ ਜਿਹੜੀ ਇੱਕ ਕਮੀ ਰਹਿ ਗਈ ਹੈ, ਉਹਦੇ ਨਾਲ ਆਪਾਂ ਉਹ ਬੱਚੇ ਨੂੰ ਟ੍ਰੇਨਿੰਗ ਜਾਂ ਦੇ ਕੇ ਸਾਰੇ ਕੰਮ ਕਰਵਾ ਸਕਦੇ ਹਾਂ। ਰੀਜ਼ਨ ਸਿਰਫ ਇੰਨਾ ਹੀ ਹੈ ਕਿ ਆਪਾਂ ਨੂੰ ਉਸ ਬੱਚੇ ਦੇ ਨਾਲ ਵੱਧ ਤੋਂ ਵੱਧ ਮਿਲ ਕੇ ਰਲ ਕੇ ਇੱਕ ਟੀਮ ਦੇ ਤਰ੍ਹਾਂ ਕੰਮ ਕਰਨ ਦੀ ਲੋੜ ਹੈ। ਜੇ ਆਪਾਂ ਬੱਚੇ ਨੂੰ ਘਰ ਦੇ ਵਿੱਚ ਛੁਪਾ ਕੇ ਰੱਖਦੇ ਹਾਂ ਤਾਂ ਬੱਚੇ ਦਾ ਆਲ ਓਵਰ ਡਿਵੈਲਪਮੈਂਟ ਨਹੀਂ ਹੁੰਦਾ। ਇਸ ਕਰਕੇ ਉਸ ਬੱਚੇ ਨੂੰ ਵੱਧ ਤੋਂ ਵੱਧ ਜਿਹੜਾ ਉਹ ਬਾਹਰ ਕੱਢਣਾ ਚਾਹੀਦਾ ਹੈ। ਤੇ ਬਾਕੀ ਐਕਟ ਦੀ ਗੱਲ ਆਪਾਂ ਕਰ ਹੀ ਚੁੱਕੇ ਹਾਂ ਵੀ ਐਕਟ ਦੇ ਵਿੱਚ 21 ਤਰ੍ਹਾਂ ਦੀ ਅਪੰਗਤਾਵਾਂ ਨੇ ਜਿਹੜੀ ਕਿ ਦਿਵਿਆਂਗਤਾ ਦੀ ਕੈਟਾਗਰੀ 'ਚ ਭਾਰਤ ਸਰਕਾਰ ਦਾ ਜਿਹੜਾ RPWD ਐਕਟ 2016 ਬਣਿਆ ਉਹਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਹੜੀ ਸਿੱਖਿਆ ਹੈ ਉਹ ਹਰ ਕਿਸੇ ਦੀ ਜ਼ਰੂਰਤ ਦੇ ਬੇਸ ਤੇ ਚੱਲਦੀ ਹੈ ਜੀ ਕਿ ਇੱਕ ਇੰਟੈਲੈਕਚੁਅਲ ਡਿਸੇਬਿਲਿਟੀ ਦਾ ਬੱਚਾ ਹੈ, ਉਹ ਇੰਟੈਲੈਕਚੁਅਲ ਦੇ ਵਿੱਚ ਦਿਮਾਗੀ ਜਿਹੜਾ ਹੈ ਵਿਕਾਸ ਆਪਾਂ ਕਹਿ ਸਕਦੇ ਕਿ ਉਹ ਥੋੜਾ
ਪਿਛੜਿਆ ਹੁੰਦਾ ਹੈ। ਇਸ ਕਰਕੇ ਉਹ ਸਾਡੇ ਵਾਂਗ ਜੋ ਆਪਾਂ ਪੇਰੈਂਟਸ ਬੀਇੰਗ ਏ ਪੇਰੈਂਟਸ ਜਾਂ ਬੀਇੰਗ ਏ ਟੀਚਰ ਜੋ ਅਸੀਂ ਇੱਕ ਐਕਸਪੈਕਟੇਸ਼ਨਸ ਰੱਖਦੇ ਹਾਂ ਕਿ ਬੱਚਾ ਆਹ ਕਰ ਲਵੇ ਜੀ ਪਰੰਤੂ ਉਹਨਾਂ ਦੇ ਦਿਮਾਗੀ ਵਿਕਾਸ ਕਰਕੇ ਮਤਲਬ ਕਿ ਪ੍ਰੋਪਰ ਡਿਵੈਲਪ ਨਾ ਹੋਣ ਕਰਕੇ ਕਹਿ ਸਕਦੇ ਹਾਂ ਆਪਾਂ ਕਿ ਉਹ ਕੰਮ ਤਾਂ ਕਰਦਾ ਹੈ ਪਰ ਉਹਨਾਂ ਐਫੀਸ਼ੀਐਂਸੀ ਜਾਂ ਉਹਨਾਂ ਨੀਟ ਐਂਡ ਕਲੀਨ ਉਹ ਨਹੀਂ ਕਰ ਪਾਉਂਦਾ। ਪਰ ਜਦ ਆਪਾਂ ਉਹਨੂੰ ਟ੍ਰੇਨਿੰਗ ਦੇ ਦਿੰਦੇ ਆ ਤਾਂ ਉਹ ਬੱਚਾ ਵੀ ਸਾਡੇ ਵਾਂਗ ਕੰਮ ਕਰ ਸਕਦਾ ਹੈ। ਇਸੇ ਤਰੀਕੇ ਨਾਲ ਜਿਹੜਾ ਹੈਰਿੰਗ ਏਡ ਜਿਹੜਾ ਹੈਰਿੰਗ ਇੰਪੇਅਰਡ ਹੈ, ਹੈਰਿੰਗ ਇੰਪੇਅਰਡ ਦੇ ਵਿੱਚ ਕੀ ਹੈ ਕਿ ਉਹਦਾ ਬ੍ਰੇਨ ਜਿਹੜਾ ਉਹ ਨਾਰਮਲ ਹੈ, ਸਿਰਫ ਉਹਨੂੰ ਸੁਣਨ ਦੀ ਤੇ ਬੋਲਣ ਦੀ ਸਮੱਸਿਆ ਹੈ। ਇਸ ਕਰਕੇ ਉਸ ਬੱਚੇ ਨੂੰ ਆਪਾਂ ਹੈਰਿੰਗ ਏਡ ਵਗੈਰਾ ਦੇ ਕੇ ਤੇ ਉਹ ਆਮ ਸਿੱਖਿਆ ਜਿਹੜੀ ਹੈਗਾ ਉਹ ਬੱਚੇ ਨੂੰ TLM ਦੇ ਰਾਹੀਂ ਉਹ ਕਰਵਾ ਸਕਦੇ ਆ। ਇਸ ਕਰਕੇ ਜਿਹੜੀ ਜ਼ਰੂਰਤਾਂ ਦੀ ਆਪਾਂ ਜੇ ਗੱਲ ਕਰ ਰਹੇ ਹਾਂ ਤੇ ਦਿਵਿਆਂਗਤਾ ਦੇ ਵਿੱਚ ਇਹ ਇੰਡੀਵਿਜੂਅਲ ਜ਼ਰੂਰਤ ਹੁੰਦੀ ਹੈ ਜੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ 100 ਬੱਚਿਆਂ ਦਾ ਗਰੁੱਪ ਹੈ, 100 ਬੰਦਿਆਂ ਦਾ ਗਰੁੱਪ ਹੈ ਤਾਂ ਸਾਰਿਆਂ ਦੀ ਜ਼ਰੂਰਤਾਂ ਉਹ ਜਿਹੀ ਉਹ ਨਹੀਂ ਹੋ ਸਕਦੀ। ਉਹ ਡਿਪੈਂਡ ਕਰਦੀ ਹੈ ਬੱਚੇ ਦੇ ਮਾਹੌਲ ਤੇ, ਬੱਚੇ ਦੀ ਡਿਸੇਬਿਲਿਟੀ ਸੀਵੀਅਰਿਟੀ ਤੇ ਆਪਾਂ ਉਹਨੂੰ ਕੀ ਕਰਾ ਰਹੇ ਆ ਉਹਦੇ ਤੇ ਉਹ ਡਿਪੈਂਡ ਕਰਦਾ ਹੈ। ਸੋ ਜ਼ਰੂਰਤਾਂ ਜਿਹੜੀ ਹੈਗੀ ਉਹ ਹਰ ਕਿਸੇ ਦੀ ਸਰ ਉਹ ਅਲੱਗ-ਅਲੱਗ ਹੁੰਦੀ ਹੈ। ਜੀ ਸਰ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਸਾਰੀਆਂ ਗੱਲਾਂ ਦੀ ਵਿਆਖਿਆ ਕੀਤੀ। ਤੇ ਵਿਕਰਮ ਸਰ, ਤੁਸੀਂ ਕੈਰੀ ਆਨ ਕਰੋ। ਹਾਂਜੀ ਹਾਂਜੀ, ਮੈਂ ਇੱਕ ਰਾਜੂ ਚੌਧਰੀ ਜੀ ਤੋਂ ਇੱਕ ਕੁਐਸਚਨ ਹੈ ਮੇਰਾ। ਜੀ ਜਿਵੇਂ ਇਹ ਹੀਅਰਿੰਗ ਇੰਪੇਅਰਡ ਬੱਚਿਆਂ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਨੂੰ ਹੀਅਰਿੰਗ ਏਡ ਦੀ ਲੋੜ ਪੈਂਦੀ ਹੈ। ਰਾਜੂ ਜੀ, ਕੀ ਜਿਹੜਾ ਬੱਚਾ ਟੋਟਲੀ ਡੈਫ ਐਂਡ ਮਿਊਟ ਹੈ ਉਹਨੂੰ ਹੀਅਰਿੰਗ ਏਡ ਲਗਾਉਣ ਦਾ ਕੋਈ ਫਾਇਦਾ ਹੈ, ਜਾਂ ਜੀ ਇਹ ਸਰ, ਹੀਅਰਿੰਗ ਏਡ ਕਿਹੜੇ ਬੱਚਿਆਂ ਵਾਸਤੇ ਕਾਮਯਾਬ? ਕਿੰਨੇ % ਬੱਚੇ ਨੂੰ ਸੁਣਨਾ ਆਉਣਾ ਚਾਹੀਦਾ ਜਿੱਥੇ ਇਹ ਕਾਰਗਰ ਹੋਵੇ? ਸਰ ਆਪਾਂ ਗੱਲ ਕਰ ਰਹੇ ਹਾਂ ਸੁਣਨ ਤੇ ਬੋਲਣ ਵਾਲੇ ਬੱਚਾ ਦੀ। ਕੋਈ ਵੀ ਬੱਚਾ ਇਹੋ ਜਿਹਾ ਨਹੀਂ ਹੁੰਦਾ ਜੀ ਜਿਹਨੂੰ ਕਿ ਸੁਣਾਈ ਨਾ ਦਿੰਦਾ ਹੋਵੇ। ਸੁਣਾਈ ਭਾਵੇਂ ਬੱਚੇ ਨੂੰ 10% ਦੇ ਰਿਹਾ ਹੈ ਪਰ ਉਹ ਬੱਚਾ ਸੁਣ ਪਾ ਰਿਹਾ ਹੈ, ਹਾਈ ਲਾਊਡ ਸੁਣ ਪਾ ਰਿਹਾ ਹੋਏਗਾ। ਜਿਹੜਾ ਹੀਅਰਿੰਗ ਏਡ ਦਾ ਮੇਨ ਮੋਟਿਵ ਹੁੰਦਾ ਹੈ ਕਿ ਹੀਅਰਿੰਗ ਏਡ ਜੇ ਬੱਚੇ ਦਾ ਲੋਸ ਹੋ ਚੁੱਕਿਆ ਹੈ ਤਾਂ ਬੱਚਾ ਜਿਹੜਾ ਹੈ ਹੀਅਰਿੰਗ ਦਾ ਹੋਰ ਲੋਸ ਨਾ ਹੋਵੇ, ਸਟੇਬਲ ਹੋਵੇ ਤੇ ਬੱਚਾ ਜਿਹੜਾ ਇੱਧਰ ਉੱਧਰ ਦਾ ਸ਼ੋਰ ਸੁਣ ਰਿਹਾ, ਆਵਾਜ਼ਾਂ ਸੁਣ ਪਾ ਰਿਹਾ ਹੈ, ਉਹ ਉਹਨੂੰ ਥੋੜਾ ਜਿਹਾ ਕਲੀਅਰ ਆਵਾਜ਼ ਜਿਹੜੀ ਹੈ ਉਹ ਸੁਣ ਸਕੇ। ਇਹ ਸਿਰਫ ਹੀਅਰਿੰਗ ਏਡ ਦਾ ਮੇਨ ਮੋਟਿਵ ਹੁੰਦਾ ਹੈ ਤੇ ਇਹਦਾ ਬੈਨੀਫਿਟ ਹੁੰਦਾ ਹੈ ਬੱਚੇ ਨੂੰ ਲਗਾਉਣ ਦਾ। ਜੀ ਸਰ, ਧੰਨਵਾਦ ਜੀ। ਸਾਡੇ ਨਾਲ ਅਮਰਜੀਤ ਸਿੰਘ ਆਨੰਦ ਜੀ ਜੁੜੇ ਨੇ, ਜਿਹੜੇ ਕਿ ਸਟੇਟ ਐਡਵਾਈਜ਼ਰੀ ਬੋਰਡ ਦੇ ਵਿੱਚ ਵੀ ਨੇ, ਤੇ ਇਸ ਤੋਂ ਇਲਾਵਾ ਚਾਨਣ ਐਸੋਸੀਏਸ਼ਨ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ, ਉਹਦੇ ਪ੍ਰੈਜ਼ੀਡੈਂਟ ਨੇ। ਤੇ ਅਸੀਂ ਸਰ ਤੁਹਾਨੂੰ ਪੁੱਛਣਾ ਚਾਹਾਂਗੇ, ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੇ ਕਿ ਚਾਨਣ ਐਸੋਸੀਏਸ਼ਨ ਕੀ ਹੈ, ਕਿਵੇਂ ਕੰਮ ਕਰਦੀ ਹੈ, ਕਿਹਨਾਂ ਲਈ ਕੰਮ ਕਰਦੀ ਹੈ ਤੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਇਸ ਐਸੋਸੀਏਸ਼ਨ ਰਾਹੀਂ ਤੁਸੀਂ ਦੇ ਰਹੇ ਹੋ। ਤੇ ਇਸ ਦੇ ਨਾਲ ਹੀ ਕਿ ਇਸ ਤੋਂ ਇਲਾਵਾ ਹੋਰ ਕਿਹੜੀਆਂ NGOs ਨੇ ਜਿਹੜੀਆਂ ਇਸ ਟਾਈਮ ਇਹਨਾਂ ਬੱਚਿਆਂ ਦੇ ਲਈ ਸਰਗਰਮ ਨੇ, ਤੇ ਨਾਲ ਹੀ ਤੁਸੀਂ ਸਟੇਟ ਐਡਵਾਈਜ਼ਰੀ ਬੋਰਡ ਦੇ ਕੰਮਾਂ ਬਾਰੇ ਜਾਂ ਸਟੇਟ ਐਡਵਾਈਜ਼ਰੀ ਬੋਰਡ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ। ਮੇਰੇ ਸਾਰੇ ਵੀਰਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ। ਅੱਜ ਦੀ ਸ਼ੁਰੂਆਤ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੇ ਬਹੁਤ ਸੋਹਣੇ ਸ਼ਬਦਾਂ ਨਾਲ ਕੀਤੀ। ਅੱਛਾ, ਉਹਨਾਂ ਨੂੰ ਡਿਸੇਬਿਲਿਟੀ ਦੇ ਅੰਦਰ ਸ਼ੌਕ ਔਰ ਉਹਨਾਂ ਦਾ ਪੈਸ਼ਨ ਦੇਖ ਕੇ ਪਤਾ ਲੱਗ ਜਾਂਦਾ, ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗ ਜਾਂਦਾ। ਜੀ ਸੁਖਜੀਵਨ ਜੀ, ਬ੍ਰਹਮ ਜੀ, ਤੁਹਾਡੀ ਅੱਜ ਦੀ ਇਸ ਐਡਮਿਨ ਔਰ ਹੋਸਟ ਦਾ ਤੁਹਾਨੂੰ ਧੰਨਵਾਦ। ਅੱਜ ਦੇ ਐਕਸਪਰਟਸ ਦਵਿੰਦਰ ਕੁਮਾਰ ਜੀ, ਨੰਦਾ ਜੀ ਤੇ ਰਾਜੂ ਚੌਧਰੀ, ਇਹ ਸਪੈਸ਼ਲਿਸਟ ਸਾਡੇ ਐਜੂਕੇਸ਼ਨ IRET ਤੇ ਮਾਹਿਰ ਹੈਗੇ। ਮੈਂ ਤੁਹਾਨੂੰ ਆਪਣੀ ਸ਼ੁਰੂਆਤ ਜਰਾ ਜੀ ਤੁਹਾਨੂੰ ਬਰੀਫ ਹੀ ਦੱਸ ਦੇਣਾ। ਜੀ ਜੀ 1994 ਵਿੱਚ NIMH, ਉਸ ਵੇਲੇ NIMH ਸੀਗਾ, ਦਿੱਲੀ ਰੀਜਨ ਦੇ ਡਾਇਰੈਕਟਰ ਡਾਕਟਰ KN ਓਝਾ ਹੁੰਦੇ ਸੀਗੇ ਤੇ ਸਾਡੇ ਕੋਲ ਡਿਵੀਜ਼ਨਲ ਕਮਿਸ਼ਨਰ ਜਲੰਧਰ ਦੀ ਹੈਡ ਸੀਗੇ IAS ਅਮਰਜੀਤ ਸਿੰਘ ਜੀ। ਸੌਰੀ, ਉਹਨਾਂ ਦੀ ਵਾਈਫ ਅਮਰਜੀਤ ਕੌਰ, ਉਹ ਰੈੱਡ ਕਰਾਸ ਦੀ ਪ੍ਰੈਜ਼ੀਡੈਂਟ ਐਜ਼ ਏ ਪ੍ਰੋਟੋਕਾਲ, ਉਹਨਾਂ ਨੂੰ ਉਹਨਾਂ ਦੇ ਅੰਡਰ ਸੀਗਾ ਪ੍ਰਿਆਸ ਸਕੂਲ। ਔਰ ਉਹਨਾਂ ਨੇ ਇੱਕ ਵਰਕਸ਼ਾਪ ਰੱਖੀ ਸੀ 3 ਦਿਨ ਦੀ, ਜਿਹਦੇ ਵਿੱਚ ਪੈਰੈਂਟਸ, ਸਪੈਸ਼ਲ ਐਜੂਕੇਟਰਸ
ਹੋਰ ਸਮਾਜ ਸੇਵੀ ਲੋਕਾਂ ਨੂੰ ਬੁਲਾਇਆ ਹੋਇਆ ਸੀਗਾ। ਉਸ ਵਰਕਸ਼ਾਪ ਨੂੰ ਮੈਂ ਅਟੈਂਡ ਕੀਤਾ ਤੇ ਜਿਸ ਦਿਨ ਉਹਦਾ ਕਨਕਲੂਜਨ ਸੀਗਾ ਤੇ ਡਾਕਟਰ ਓਝਾ ਦਾ ਇੱਕ ਕਹਿਣਾ ਸੀਗਾ ਕਿ ਉਹਨਾਂ ਦੇ ਉਸ ਵੇਲੇ ਦੇ ਡਾਇਰੈਕਟਰ NIM ਜਿਹੜੇ ਹੈਦਰਾਬਾਦ ਸੀਗਾ ਜੀ ਡਾਕਟਰ ਮੈਨਨ ਸਰ ਦੇ ਕੀਰਤੀ ਸਰ, ਮੈਨੂੰ ਨਾਂ ਦਿਮਾਗ ਤੋਂ ਉਤਰਦਾ, ਉਹਨਾਂ ਨੇ ਕਿਹਾ ਹੋਇਆ ਸੀਗਾ ਕਿ ਤੁਸੀਂ ਜਿੱਥੇ ਵੀ ਜਾਣਾ ਹੈਗਾ, ਕਿਉਂਕਿ ਇਹ ਬੱਚਿਆਂ ਦੀ ਆਵਾਜ਼ ਤੁਸੀਂ ਪੈਰੈਂਟਸ ਨੇ ਬਣਨਾ ਹੈਗਾ ਤੇ ਪੈਰੈਂਟ ਐਸੋਸੀਏਸ਼ਨ ਬਣਾਉਣੀ। ਤੇ ਉਹ 1994 ਵਿੱਚ ਜਲੰਧਰ ਦੇ ਅੰਦਰ ਪਹਿਲੀ ਪੈਰੈਂਟ ਐਸੋਸੀਏਸ਼ਨ ਬਣਾਈ ਗਈ। ਉਹਦਾ ਨਾਂ ਰੱਖਣ ਵਾਸਤੇ ਜਿਸ ਵੇਲੇ ਉਹਨਾਂ ਨੇ ਕਿਹਾ ਪਹਿਲੇ ਤਾਂ ਐਸੋਸੀਏਸ਼ਨ ਦਾ ਨਾਂ ਰੱਖੋ, ਫਿਰ ਅਸੀਂ ਅਹੁਦੇਦਾਰ ਚੁਣਾਂਗੇ। ਤੇ ਜੀ। ਜਦੋਂ ਉਹਨਾਂ ਨੇ ਨਾਂ ਦੀ ਗੱਲ ਕੀਤੀ ਤੇ ਉਸ ਦਿਨ ਬੜਾ ਅੱਛਾ ਦਿਨ ਸੀਗਾ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਦਾ ਸੀਗਾ, ਗੁਰਪੁਰਬ ਸੀਗਾ। ਤੇ ਇੱਕ ਸਾਡੇ ਇੱਥੇ ਅੱਜ ਸਾਡੇ ਵਿੱਚ ਨਹੀਂ ਹੈਗੇ, ਡਾਕਟਰ ਇੰਦਰਾ ਚੁਗ ਸੀਗੇ। ਉਹ ਕਹਿਣ ਜੀ। ਲੱਗੇ ਕਿ ਅੱਜ ਦਾ ਦਿਨ ਦੇ ਉੱਤੇ ਅਗਰ ਨਾਂ ਹੀ ਰੱਖਣਾ ਹੈਗਾ ਤੇ ਇਹਦਾ ਨਾਂ ਚਾਨਣ ਐਸੋਸੀਏਸ਼ਨ ਰੱਖ ਦਿਓ, ਉਹ ਜਿਹੜਾ ਸਰਬਸੰਮਤੀ ਨਾਲ ਸਾਰਿਆਂ ਨੇ ਪਾਸ ਕੀਤਾ। ਇਹ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਆ ਹੋਇਆ ਦਿਨ ਹੈਗਾ ਤੇ ਇਹਦਾ ਨਾਂ ਚਾਨਣ ਰੱਖਿਆ ਗਿਆ। ਇਹ ਤੇ ਸਾਡੀ ਸ਼ੁਰੂਆਤ ਸੀਗੀ ਔਰ ਪੰਜਾਬ ਦੀ ਪਹਿਲੀ ਪੈਰੈਂਟ ਐਸੋਸੀਏਸ਼ਨ ਸੀਗੀ। ਉਸ ਤੋਂ ਬਾਅਦ ਜਿਹੜੀ ਸਾਡੀ ਕਾਰਜਸ਼ੈਲੀ ਤੇ ਆ ਗਿਆ, ਅਸੀਂ ਪੈਰੈਂਟ ਐਸੋਸੀਏਸ਼ਨ ਵਿੱਚ ਜਿਹੜੀ ਦਾਸ ਨੂੰ ਐਜ਼ ਏ ਪ੍ਰਧਾਨਗੀ ਮਿਲੀ ਔਰ ਉਸ ਪ੍ਰਧਾਨਗੀ ਦੇ ਤਹਿਤ ਮੈਨੂੰ ਅੱਜ ਅਸੀਂ ਇਹ ਐਸੋਸੀਏਸ਼ਨ ਬਣਾ ਕੇ ਤੇ ਅਸੀਂ ਥੋੜਾ ਕੰਮ ਕਰਦੇ ਰਹੇ। ਸਾਡੀ ਰਜਿਸਟ੍ਰੇਸ਼ਨ ਜਾ ਕੇ 1996 ਚ ਹੋਈ। 96 ਦੇ ਹਿਸਾਬ ਨਾਲ ਸਾਨੂੰ ਅੱਜ 26 ਸਾਲ ਹੋ ਗਏ, ਅਦਰਵਾਈਜ਼ ਸਾਨੂੰ 28 ਸਾਲ ਹੋ ਗਏ ਹੋਂਦ ਵਿੱਚ ਆਇਆ। ਇਹਨਾਂ 28 ਸਾਲਾਂ ਵਿੱਚ ਮੈਂ 13 ਐਸੋਸੀਏਸ਼ਨਾਂ ਪੰਜਾਬ ਵਿੱਚ, 3 ਐਸੋਸੀਏਸ਼ਨਾਂ ਉੱਤਰਾਖੰਡ ਵਿੱਚ, 3 ਐਸੋਸੀਏਸ਼ਨਾਂ ਜੰਮੂ ਕਸ਼ਮੀਰ ਵਿੱਚ, 5 ਐਸੋਸੀਏਸ਼ਨਾਂ ਯੂਪੀ ਵਿੱਚ ਔਰ 1 ਐਸੋਸੀਏਸ਼ਨ ਹਰਿਆਣਾ ਵਿੱਚ ਐਜ਼ ਏ ਵਾਈਸ ਪ੍ਰੈਜ਼ੀਡੈਂਟ ਨਾਰਥ ਜ਼ੋਨ ਪਰਿਵਾਰ ਦੇ ਨਾਲ ਜੁੜ ਕੇ ਬਣਾਈਆਂ। ਪਰਿਵਾਰ ਵਰਲਡ ਦਾ ਬਿਗੇਸਟ ਪੈਰੈਂਟਸ ਪਲੇਟਫਾਰਮ ਹੈਗਾ, ਜਿਹਨੂੰ ਨੈਸ਼ਨਲ ਕਨਫੈਡਰੇਸ਼ਨ ਆਫ ਪੈਰੈਂਟ ਐਸੋਸੀਏਸ਼ਨ ਕਹਿੰਦੇ ਆ ਅਸੀਂ। ਜੀ। ਮੈਂ ਉਹਦਾ 9 ਸਾਲ ਤੱਕ ਵਾਈਸ ਪ੍ਰੈਜ਼ੀਡੈਂਟ ਰਿਹਾ ਹੈਗਾ। ਨਾਰਥ ਇੰਡੀਆ ਸਾਰਾ ਮੇਰੇ ਉਹਦੇ ਆਂਦਾ ਸੀਗਾ ਔਰ ਇਹਦੇ ਵਿੱਚ ਅਸੀਂ ਇੱਕ ਨੈਸ਼ਨਲ ਪੈਰੈਂਟਸ ਮੀਟ 2016 ਵਿੱਚ ਅਸੀਂ ਜਲੰਧਰ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਕਰਾਈ ਸੀਗੀ, ਜਿਹੜੀ ਕਿ ਜਿਹਦੇ ਵਿੱਚ ਲਗਭਗ 500 ਲੋਕ ਸਾਡੇ ਪੈਰੈਂਟਸ ਆਲ ਓਵਰ ਇੰਡੀਆ ਤੋਂ ਪਾਰਟਿਸਿਪੇਟ ਕੀਤਾ ਸੀਗਾ। ਔਰ ਰੀਜਨਲ ਪੈਰੈਂਟਸ ਮੀਟਸ ਮੈਂ ਹਰ ਸਟੇਟ ਵਿੱਚ ਯੂਪੀ, ਉੱਤਰਾਖੰਡ, ਹਰਿਆਣਾ, ਜੰਮੂ ਕਸ਼ਮੀਰ, ਇਹ ਵੀ ਲਗਭਗ 7 ਅਸੀਂ ਰੀਜਨਲ ਪੈਰੈਂਟਸ ਮੀਟ ਕਰਾਈਆਂ ਹੈਗੀਆਂ। ਮੈਂ ਹੁਣ ਆਪਣੀ ਐਜ਼ ਐਡਵਾਈਜ਼ਰੀ ਬੋਰਡ ਮੈਂਬਰ ਦੱਸਦਿਆਂ ਕਿ ਜਿਸ ਵੇਲੇ 2007 ਵਿੱਚ ਸਾਡੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ UNCRPD ਵਿੱਚ ਇਹ ਜਿਹੜਾ ਸਾਡਾ RPWD ਐਕਟ 2016 ਆਇਆ ਹੈ, ਉਹਦਾ ਮਸੌਦਾ ਦਸਤਖਤ ਕਰਕੇ ਆਏ ਸੀ। ਮੈਂ ਉਸ ਵੇਲੇ ਤੋਂ ਨੈਸ਼ਨਲ ਲੈਵਲ ਤੇ ਐਜ਼ ਐਕਟਿਵ ਮੈਂਬਰ ਉਹਦੇ ਵਿੱਚ ਜੁੜਿਆ ਸੀਗਾ। ਫਿਰ ਬਾਅਦ ਵਿੱਚ ਜਿਸ ਵੇਲੇ ਕਮੇਟੀਆਂ ਬਣ ਗਈਆਂ ਔਰ ਅਸੀਂ ਐਜ਼ ਏ ਪੈਰੈਂਟਸ ਵੱਲੋਂ ਸਾਡੀਆਂ ਜਿੰਨੀਆਂ ਆਊਟਪੁੱਟ ਸੀਗੀਆਂ ਅਸੀਂ ਉਹ ਪੇਸ਼ ਕੀਤੀਆਂ। ਫਿਰ ਬਾਅਦ ਵਿੱਚ ਜਿਸ ਵੇਲੇ ਡਰਾਫਟ ਬਣ ਗਿਆ ਬਿੱਲ ਦਾ 2015 ਦੇ ਅੰਦਰ, ਉਸ ਨੂੰ ਇੱਕ ਸਟੇਟ ਐਡਵਾਈਜ਼ਰੀ ਡਰਾਫਟ ਐਡਵਾਈਜ਼ਰੀ ਬੋਰਡ ਗਠਿਤ ਕੀਤਾ ਗਿਆ, ਜਿਹਦੇ ਮੈਂ ਪੰਜਾਬ ਵਿੱਚੋਂ 6 ਨੁਮਾਇੰਦੇ ਲੈ ਕੇ ਕਰਨਲ ਕੁਲਵਿੰਦਰ ਸਿੰਘ ਜੀ, ਡਾਕਟਰ ਨੀਲਮ ਸੋਢੀ ਅੰਮ੍ਰਿਤਸਰ ਤੋਂ, ਦਵਿੰਦਰ ਸਿੰਘ ਅੰਮ੍ਰਿਤਸਰ ਤੋਂ, ਇਸ ਤਰ੍ਹਾਂ 6 ਬੰਦੇ, ਹਾਂ ਮਿਸਿਸ ਜੌਨਸਨ ਹੁੰਦੇ ਸੀਗੇ ਲੁਧਿਆਣੇ ਬਲਾਈਂਡ ਵਾਲੇ,
ਉਹਨਾਂ ਨੂੰ ਇਹ 6 ਬੰਦਿਆਂ ਨੂੰ ਨਾਲ ਲੈ ਕੇ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀ ਐਸ RPWD ਐਕਟ ਦੀ ਡਰਾਫਟ ਕਮੇਟੀ ਵਿੱਚ। ਉਹਦੇ ਬਾਅਦ ਫਿਰ ਮੈਂ ਜਿਹੜਾ ਪਰਿਵਾਰ ਦਾ ਜਿਹੜਾ ਮੇਰੇ ਕੋਲ ਮੋਢਿਆਂ ਤੇ ਭਾਰ ਸੀਗਾ ਐਜ਼ ਵਾਈਸ ਪ੍ਰੈਜ਼ੀਡੈਂਟ ਨਾਰਥ ਜ਼ੋਨ, ਉਹ ਮੈਂ ਛੱਡ ਕੇ ਤੇ ਮੈਨੂੰ ਸਟੇਟ ਐਡਵਾਈਜ਼ਰੀ ਬੋਰਡ ਵਿੱਚ ਮੈਨੂੰ ਸ਼ਾਮਲ ਕਰ ਲਿੱਤਾ ਗਿਆ ਤੇ ਮੇਰਾ ਫੋਕਸ ਹੋ ਗਿਆ ਕਿ ਮੈਂ ਹੁਣ ਪੰਜਾਬ ਵਾਸਤੇ ਕੁਝ ਕਰਨਾ ਹੈਗਾ। ਪੰਜਾਬ ਨੂੰ ਜੋ ਸਾਡਾ ਕਾਨੂੰਨ ਕਹਿੰਦਾ ਹੈਗਾ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਸੀਗਾ। ਤੇ ਇਸ ਵੇਲੇ ਐਜ਼ ਐਡਵਾਈਜ਼ਰੀ ਬੋਰਡ ਮੈਂਬਰ ਸਾਡਾ ਇੱਕ ਟੈਨਿਓਰ ਸਾਡਾ ਕੰਪਲੀਟ ਹੋ ਚੁੱਕਾ ਹੈ 2021 ਵਿੱਚ, ਔਰ ਦੂਸਰਾ ਅਜੇ ਤੱਕ ਸਾਡਾ ਰਿਨਿਊ ਨਹੀਂ ਕੀਤਾ ਇਹਨਾਂ ਨੇ ਜਾਂ ਨਵੀਂ ਕਮੇਟੀ ਨਹੀਂ ਤਿਆਰ ਕੀਤੀ। ਤਦ ਤੱਕ ਇਹ ਕਮੇਟੀ ਐਜ਼ ਪਰ ਐਕਟ ਇਹ ਕਮੇਟੀ ਜਦ ਤੱਕ ਨਵੀਂ ਨਹੀਂ ਬਣਦੀ ਤਦ ਤੱਕ ਇਹ ਹੋਂਦ ਵਿੱਚ ਰਹਿੰਦੀ ਹੈ। ਮੈਂ ਅਜੇ ਵੀ ਡਾਕਟਰ ਬਲਜੀਤ ਕੌਰ ਜਿਹੜੇ ਸਾਡੇ ਮੰਤਰੀ ਹੈਗੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਟਾਈਮ ਟੂ ਟਾਈਮ ਨਵੇਂ ਕਿਉਂਕਿ ਲੈਬਸ ਸੁਪਰੀਮ ਕੋਰਟ ਨੂੰ ਕਿਹਾ ਹੋਇਆ ਹੈ ਕਿ ਲਾਅ ਨੂੰ ਇੰਪਲੀਮੈਂਟ ਕਰਨ ਵਾਸਤੇ ਇਹਦੇ ਚ ਲੈਪਸਿਸ ਨਹੀਂ ਆਣੇ ਚਾਹੀਦੇ, ਪਰ ਅਜੇ ਵੀ ਸਾਨੂੰ ਨਵੀਂ ਸਰਕਾਰ ਨੂੰ ਆਇਆ ਵੀ 8 ਮਹੀਨੇ ਹੋ ਗਏ, ਅਜੇ ਵੀ ਔਰ ਅਜੇ ਰਿਨਿਊ ਨਹੀਂ ਹੋਇਆ ਸਾਡਾ ਬੋਰਡ। ਔਰ ਪਿਛਲੀ ਸਰਕਾਰ ਨੇ ਵੀ 4 ਮੀਟਿੰਗਾਂ ਕਰਨੀਆਂ ਸੀ ਜਿਹਦੇ ਵਿੱਚ ਉਹਨਾਂ ਨੇ ਟੋਟਲ 2 ਮੀਟਿੰਗਾਂ ਕੀਤੀਆਂ ਜਿਹੜੀਆਂ 16 ਤੋਂ ਲੈ ਕੇ 18 ਤੱਕ। ਇਹ ਸਾਡੀ ਇੱਕ ਬਹੁਤ ਵੱਡੀ ਤਰਾਸਤਾ ਹੈਗੀ ਕਿ ਸਾਡੀ ਪੇਨ ਹੈਗਾ ਸਾਨੂੰ ਕਿ ਸਾਡੇ ਉੱਤੇ ਜਿੰਨਾ ਲੋੜ ਦਾ ਕੰਮ ਹੋਣਾ ਚਾਹੀਦਾ ਉਹ ਨਹੀਂ ਹੋ ਪਾ ਰਿਹਾ। ਹੁਣ ਮੈਂ ਅੱਜ ਦੇ ਮੁੱਦੇ ਤੇ ਆ ਜਾਣਾ ਕਿਉਂਕਿ ਸਪੈਸ਼ਲ ਬੱਚੇ, ਮੇਰੀ ਆਪਣੀ ਬੇਟੀ ਡਾਊਨ ਸਿੰਡਰੋਮ ਹੈਗੀ ਹੈ ਔਰ ਇਹ ਮੇਰੇ ਜਿਗਰ ਨਾਲ ਮੇਰੇ ਦਿਲ ਦੇ ਨਾਲ ਇਤਨੇ ਕਰੀਬੀ ਹੈ ਕੰਮ ਹੈ। ਬੱਚਿਆਂ ਦਾ ਜਿਹੜਾ ਪਾਰਟ ਹੈਗਾ ਉਹਨਾਂ ਦੀ ਐਜੂਕੇਸ਼ਨ ਹੈ ਜਾਂ ਉਹਨਾਂ ਦਾ ਮੈਡੀਕਲ ਹੈ, ਜੋ ਵੀ ਉਹਨਾਂ ਦੇ ਹੱਕ ਹਕੂਕ ਹੈਗੇ ਉਹਨਾਂ ਵਾਸਤੇ ਹਰ ਵੇਲੇ ਤਤਪਰ ਰਹਿਣਾ ਹੈਗਾ ਔਰ ਕੋਸ਼ਿਸ਼ ਰਹਿੰਦੀ ਹੈਗੀ ਹੈ ਕਿ ਜੋ ਵੱਧ ਤੋਂ ਵੱਧ ਉਹਨਾਂ ਦੇ ਹੱਕ ਹਕੂਕ ਬਣਦੇ ਹੈਗੇ ਉਹਨਾਂ ਵਾਸਤੇ ਕ੍ਰਿਸਟਲ ਕਲੀਅਰ ਬੜਾ ਸਾਫ ਸੁਥਰਾ ਸਾਨੂੰ ਚਾਹੀਦਾ ਹੈ ਸਿਸਟਮ, ਤਾਂ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਬਿਨਾਂ ਮੰਗੇ ਮਿਲਣੇ ਚਾਹੀਦੇ ਹੈਗੇ। ਮੇਰੀ ਤੇ ਇਹ ਸੋਚ ਹੈਗੀ। ਜੀ ਬਿਲਕੁਲ ਸਰ। ਮੈਂ ਆਪਣੀ ਬੇਟੀ ਨੂੰ ਅਕੈਡਮਿਕਲੀ, ਕਿਉਂਕਿ ਉਸ ਵੇਲੇ 94 ਵਿੱਚ ਅਜੇ 95 ਦਾ ਐਕਟ ਨਹੀਂ ਆਇਆ ਸੀਗਾ, ਨੋਟੀਫਾਈ ਨਹੀਂ ਹੋਇਆ ਸੀਗਾ, ਪਾਰਲੀਮੈਂਟ ਵਿੱਚ ਪਾਸ ਵੀ ਨਹੀਂ ਹੋਇਆ ਸੀਗਾ। ਮੈਂ ਉਸ ਤੋਂ ਪਹਿਲੇ ਦੀ ਗੱਲ ਕਰ ਰਿਹਾ ਹੈਗਾ। ਸਾਡੇ ਕੋਲ ਸਿਸਟਮ ਵਿੱਚ ਨਹੀਂ ਸੀਗਾ ਐਜੂਕੇਸ਼ਨ, ਅਕੈਡਮਿਕ ਸਾਨੂੰ ਬਹੁਤ ਪਿੱਛੇ ਸੀਗੀ, ਜੋ ਕਿ ਮੈਂ ਚਾਹੁੰਦਾ ਹੋਇਆ ਵੀ ਮੈਂ ਬੱਚਿਆਂ ਨੂੰ ਨਹੀਂ ਉਹਨਾਂ ਦੇ ਹੱਕ ਦਿਵਾ ਸਕਿਆ। ਜੀ ਅੱਜ ਜਦੋਂ ਦਾ ਪਹਿਲੇ ਸਰਵ ਸਿੱਖਿਆ ਅਭਿਆਨ ਬਣਿਆ ਉਹਦੇ ਬਾਅਦ ਹੁਣ ਜਿਹੜੇ ਚੇਂਜਸ ਆ ਗਏ ਸਰਵ ਸਿੱਖਿਆ ਅਭਿਆਨ ਦੇ, ਇਹ ਸਾਰਾ ਕੁਝ ਹੋਣ ਦੇ ਬਾਅਦ ਵੀ ਅਜੇ ਅਗਰ ਅਸੀਂ ਪੁੱਛੀਏ ਤੇ ਸਾਡੇ ਜਿਹੜੇ ਸਪੈਸ਼ਲ ਸਕੂਲਸ ਹੈਗੇ ਅਜੇ ਵੀ ਉਹਨਾਂ ਦੇ ਅੰਦਰ ਸਪੈਸ਼ਲ ਸਕੂਲਸ ਵਿੱਚ ਵੀ ਸਪੈਸ਼ਲ ਐਜੂਕੇਟਰਸ ਦੀ ਬਹੁਤ ਘਾਟ ਹੈਗੀ ਹੈ। ਜਿਹੜੇ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਜਿਹੜੇ ਵੀ ਸਾਡੇ ਬੋਰਡ, ਪੰਜਾਬ ਬੋਰਡ ਦੇ ਰਾਹੀਂ ਹੈਗੇ ਜਾਂ ਪਬਲਿਕ ਸਕੂਲਸ ਹੈਗੇ ਜਾਂ ਸਰਕਾਰੀ ਸਕੂਲ, ਜਿੰਨਾ ਇਨਫਰਾਸਟਰਕਚਰ ਜਾਂ ਜਿੰਨਾ ਸਟਾਫ, ਇਹ ਜਿਹੜਾ ਸਾਰਾ ਕੁਝ ਕਮੀਆਂ ਹੈਗੀਆਂ ਉਹਨਾਂ ਉੱਤੇ ਬਹੁਤ ਜ਼ਿਆਦਾ ਅਜੇ ਵੀ ਕੰਮ ਕਰਨ ਦੀ ਲੋੜ ਹੈਗੀ ਹੈ। ਅਸੀਂ ਅਗਰ ਪਬਲਿਕ ਸਕੂਲਾਂ 'ਚ ਜਾ ਕੇ ਦੇਖੀਏ ਤੇ ਇੱਕ ਕਾਉਂਸਲਰ ਰੱਖ ਲੈਂਦੇ ਆ, ਉਹ ਵੀ ਐਜੂਕੇਟਰ ਨਹੀਂ, ਸਪੈਸ਼ਲ ਐਜੂਕੇਟਰ ਨਹੀਂ ਹੁੰਦਾ ਜੀ। ਕੋਈ BA ਕਰਕੇ ਆ ਗਿਆ, ਕਾਉਂਸਲਿੰਗ ਅੱਛੀ ਕਰ ਲੈਂਦਾ ਹੈਗਾ ਤੇ ਉਹਨੂੰ ਕਾਉਂਸਲਰ ਲਗਾ ਕੇ ਤੇ ਉਹਦੇ ਨਾਲ ਉਹ ਆਪਣੇ ਸਕੂਲਾਂ ਦਾ ਕੰਮ ਸਾਰਦੇ ਹੈਗੇ। ਜਦ ਕਿ ਇਹ ਸਾਡੇ ਜਿਹੜਾ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਪ੍ਰਾਇਮਰੀ ਸੈਕੰਡਰੀ, ਉਹਨਾਂ ਦਾ ਰੋਲ ਹੈਗਾ ਕਿ ਉਹ ਟਾਈਮ ਟੂ ਟਾਈਮ ਇਹਨਾਂ ਸਕੂਲਾਂ ਦੇ ਅੰਦਰ ਵਿਜ਼ਿਟ ਕਰਨ ਔਰ ਉਹਨਾਂ ਦੇ ਉਹ ਚਲਾਨ ਵੀ ਕਰ ਸਕਦੇ ਹੈਗੇ ਕਿ ਤੁਸੀਂ ਸਪੈਸ਼ਲ ਐਜੂਕੇਟਰ ਕਿਉਂ ਨਹੀਂ ਰੱਖਿਆ, ਜਾਂ ਤੁਹਾਨੂੰ ਅਸੀਂ 1 ਮਹੀਨੇ ਦਾ ਟਾਈਮ ਦੇਣੇ ਆ, ਤੁਸੀਂ ਰੱਖ ਕੇ ਤੇ ਸਾਨੂੰ ਇਹਨੂੰ ਕੰਪਲਾਈ ਕਰੋ, ਨਹੀਂ ਤੇ ਤੁਹਾਡੀ ਅਸੀਂ ਐਫੀਲੀਏਸ਼ਨ ਕੈਂਸਲ ਕਰਾ ਦਿਆਂਗੇ। ਅਸੀਂ ਸਖਤੀ ਦੇ ਨਾਲ ਜਦ ਤੱਕ ਨਹੀਂ ਕੰਮ ਕਰਾਂਗੇ ਤੇ ਸਾਡਾ ਐਜੂਕੇਸ਼ਨ ਦਾ ਮਕਸਦ ਜਿਹੜਾ ਹੈਗਾ ਉਹ ਨਹੀਂ ਸੁਧਰੇਗਾ। ਦੂਸਰਾ, ਜਿੰਨੇ ਵੀ ਲੋਕ ਡਿਸੇਬਿਲਟੀ ਨਾਲ ਜੁੜੇ ਹੋਏ ਹੈਗੇ ਜਾਂ ਉਹਨਾਂ ਦੇ ਨਾਲ NGOs ਤੇ ਕੰਮ ਕਰ ਰਹੇ ਹੈਗੇ,
ਉਹਨਾਂ ਦਾ ਵੀ RPWD ਐਕਟ 2016 ਦੇ ਤਹਿਤ ਉਹਨਾਂ ਨੂੰ ਵੀ ਆਪਣੀ ਰਜਿਸਟ੍ਰੇਸ਼ਨ ਕਰਾਣੀ ਕੰਪਲਸਰੀ ਹੈ। ਜਿਹੜਾ ਬੰਦਾ ਜਾਂ ਜਿਹੜੀ ਵੀ ਸੰਸਥਾ ਕੰਮ ਕਰ ਰਹੀ ਹੈ ਡਿਸੇਬਿਲਿਟੀ ਉੱਤੇ, ਅਗਰ ਉਹ ਰਜਿਸਟ੍ਰੇਸ਼ਨ ਨਹੀਂ ਕਰਾਂਦੀ ਤੇ ਉਹ ਇੱਕ ਕੁਐਕ ਵਾਕਣ, ਜਿਸ ਤਰ੍ਹਾਂ ਝੋਲਾ ਛਾਪ ਡਾਕਟਰ ਵਾਕਣ, ਉਹਨਾਂ ਦੀ ਵੀ ਜਿਹੜਾ ਉਹਨਾਂ ਦੀ ਕਾਰਜਸ਼ੈਲੀ ਹੈ ਉਹਦੇ ਉੱਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਅਫਸਰ ਉਹਨੂੰ ਬੰਦ ਕਰਵਾ ਸਕਦਾ ਹੈ, ਉਹਦੇ ਅਗੇਂਸਟ FIR ਵੀ ਕਰਵਾ ਸਕਦਾ ਹੈ। ਉਹਨੂੰ ਅਗਰ ਕਾਨੂੰਨੀ ਤੌਰ ਤੇ ਅਗਰ ਉਹਨੂੰ ਉਹਦੀ ਚਾਰਜਸ਼ੀਟ ਕਰ ਦਿੰਦੇ ਹੈਗੇ ਤੇ ਉਹਨੂੰ ਜੇਲ੍ਹ ਦੀ ਵੀ ਪ੍ਰੋਵੀਜ਼ਨ ਹੈਗੀ ਹੈ ਲਾਅ ਦੇ ਅੰਦਰ ਕਿ ਅਗਰ ਕੋਈ ਬੰਦਾ ਇਸ ਤਰ੍ਹਾਂ ਕੰਮ ਕਰਦਾ ਹੈਗਾ। ਈਵਨ ਦਵਾਈਆਂ ਮੈਨੂਫੈਕਚਰਰ ਵੀ ਜਿਹੜੇ ਸਾਡੇ ਬੱਚਿਆਂ ਵਾਸਤੇ ਦਵਾਈਆਂ ਬਣਾ ਕੇ ਵੇਚਦੇ ਹੈਗੇ, ਇਹ ਦਵਾਈ ਦੇਣ ਨਾਲ ਬੱਚਿਆਂ ਦਾ ਦਿਮਾਗੀ IQ ਵੱਧ ਜਾਂਦੀ ਹੈ, ਉਹਨਾਂ ਨੂੰ ਵੀ ਰਜਿਸਟ੍ਰੇਸ਼ਨ ਕਰਾ ਕੇ ਤਾਂ ਉਹਦੇ ਅੱਗੇ ਕੰਮ ਕਰ ਸਕਦੇ ਹੈ, ਅਦਰਵਾਈਜ਼ ਨਹੀਂ ਕਰ ਸਕਦੇ। ਇਹ ਤੇ ਇਹਨਾਂ ਮਸਲਿਆਂ ਉੱਤੇ ਗੱਲ ਰਹੀ। ਹੁਣ ਮੌਜੂਦਾ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈਗਾ ਹੈ, ਬਹੁਤ ਅੱਛਾ ਰਿਸੋਰਸ ਸੈਂਟਰ ਸਾਡੇ ਵਾਸਤੇ, ਸਾਨੂੰ ਕੋਈ ਕਮੀ ਨਹੀਂ ਹੈਗੀ ਹੈ। ਥੋੜਾ ਜਿਹਾ ਅਵੇਅਰਨੈਸ ਉੱਤੇ ਕੰਮ ਕਰਨ ਦੀ ਲੋੜ ਹੈਗੀ ਹੈ, ਜਿਹੜਾ ਕਿ ਮੈਂ ਜਿੱਥੇ ਜਿੱਥੇ ਜਾਣਾ, ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਤਾਲਮੇਲ ਐਜ਼ ਐਡਵਾਈਜ਼ਰੀ ਬੋਰਡ ਮੈਂਬਰ ਵੀ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਉੱਥੋਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫਸਰਾਂ ਨਾਲ ਵੀ ਇਹ ਕਹਿ ਕੇ ਆਣਾ ਹੈਗਾ ਕਿ ਤੁਸੀਂ ਅਗਰ ਇਸ ਚੀਜ਼ ਤੇ ਪਹਿਰਾ ਦਿਓ ਔਰ DPOs ਔਰ CDPOs ਔਰ ਆਂਗਣਵਾੜੀ ਵਰਕਰਸ ਦੇ ਥਰੂ ਤੁਸੀਂ ਅਗਰ ਕੰਮ ਕਰੋ ਤੇ ਅਵੇਅਰਨੈਸ ਦਾ ਜਿਹੜੀ ਕਮੀ ਹੈਗੀ ਹੈ, ਲੋਕਾਂ ਨੂੰ ਨਹੀਂ ਪਤਾ। ਜਿਹੜੇ ਲੋਕ ਬੱਚੇ ਸਵੇਰੇ ਘਰੋਂ ਨਿਕਲ ਜਾਂਦੇ ਹੈ, ਸ਼ਾਮ ਨੂੰ ਘਰ ਵਾਪਸ ਆ ਜਾਂਦੇ ਹੈਗੇ ਔਰ ਉਹਨਾਂ ਨੂੰ ਕਿਧਰੇ ਬਹਿਣ ਦੀ, ਸਮਾਜ ਵਿੱਚ ਵਿਚਰਨ ਦੀ, ਉਹ ਸਾਰੀਆਂ ਚੀਜ਼ਾਂ ਸਿਖਾਈਆਂ ਜਾ ਸਕਣ ਤਾਂ ਕਿ ਅਸੀਂ ਅੱਛਾ ਸਮਾਜ ਇਹਨਾਂ ਬੱਚਿਆਂ ਦੇ ਰਾਹੀਂ ਬਣਾ ਸਕੀਏ। ਮੈਂ ਅੱਗੇ ਆਪਣੀ ਗੱਲਬਾਤ ਚਾਲੂ ਰੱਖਾਂਗਾ। ਹੁਣ ਮੈਂ ਆਪ ਜੀ ਨੂੰ ਹੈਂਡਓਵਰ ਕਰਦਾ। ਜੀ ਸਰ, ਆਪਾਂ ਦੂਸਰੇ ਸਾਥੀਆਂ ਨੂੰ ਵੀ ਨਾਲ ਲੈਣੇ ਆ ਇਸੇ ਗੱਲਬਾਤ ਦੇ ਵਿੱਚ। ਤੇ ਆਪਣਾ ਅਗਲਾ ਸਵਾਲ ਵੀ ਅਸਲ ਦੇ ਵਿੱਚ ਇਹੀ ਹੈ ਕਿ ਕੇਂਦਰ ਜਾਂ ਰਾਜ ਸਰਕਾਰਾਂ ਦੀਆਂ ਕਿਸ ਤਰ੍ਹਾਂ ਦੀਆਂ ਯੋਜਨਾਵਾਂ ਨੇ ਇਹਨਾਂ ਬੱਚਿਆਂ ਦੇ ਲਈ, ਤੇ ਮੈਂ ਚਾਹਾਂਗਾ ਕਿ ਦਵਿੰਦਰ ਕੁਮਾਰ ਜੀ ਤੇ ਰਾਜੂ ਕੁਮਾਰ ਜੀ ਦੋਨੋਂ ਹੀ ਵਾਰੀ-ਵਾਰੀ ਇਸ ਵਿਸ਼ੇ ਤੇ ਗੱਲ ਕਰਨ ਤੇ ਕਿਸ ਤਰ੍ਹਾਂ ਦੇ ਯਤਨ ਕੇਂਦਰ ਜਾਂ ਰਾਜ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਨੇ ਇਹਨਾਂ ਬੱਚਿਆਂ ਦੇ ਵੈਲਫੇਅਰ ਲਈ। ਜੀ ਮੈਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਡਾਕਟਰ ਦੀਪ ਜੀ ਦਾ ਤੇ ਡਾਕਟਰ ਸਾਡੇ ਮਹਿਮਾਨ ਨੇ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਜਿਹੜਾ ਸੰਵੇਦਨਸ਼ੀਲ ਮੁੱਦਾ ਇਸ ਟਾਈਮ ਸਮਾਜ ਦੇ ਵਿੱਚ ਉਹ ਚੁੱਕਿਆ। ਤੇ ਮੈਂ ਆਪ ਜੀ ਨੂੰ ਦੱਸ ਦਿਆਂ ਵੀ ਮੈਂ ਮਾਨਸਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ। ਡਾਕਟਰ ਦੀਪ ਜੀ ਇਹ ਸਾਡੇ ਆਪਦੇ ਇਲਾਕੇ ਦੇ ਨੇ ਤੇ ਮੈਂ ਆਪ ਵੀ ਹੈਂਡੀਕੈਪਟ ਹਾਂ ਤੇ ਮੈਂ ਮਹਿਸੂਸ ਕਰਦਾ। ਤੇ ਡਾਕਟਰ ਆਨੰਦ ਜੀ ਜਿਹੜੇ ਹੈਗੇ ਨੇ, ਸ਼ਾਇਦ ਮੈਂ ਇਹਨਾਂ ਨੂੰ ਇੱਕ ਸਵਾਲ ਆ ਮੇਰਾ ਇਹਨਾਂ ਨੂੰ ਕਿ ਜੋ 21 ਪ੍ਰਕਾਰ ਦੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਜਾਂ ਲੋਕ ਨੇ, ਉਹਨਾਂ ਨੂੰ ਸ਼ਨਾਖਤ ਕਰਾਉਣ ਲਈ ਮੈਡੀਕਲ ਤੌਰ ਤੇ ਵਿਚਰਨਾ ਪੈਂਦਾ। ਜ਼ਿਲ੍ਹਾ ਪੱਧਰ ਤੇ ਜਾਂ ਤਹਿਸੀਲ ਪੱਧਰ ਤੇ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ। ਸੋ ਉਹਨਾਂ ਨੂੰ ਜਦੋਂ ਉੱਥੇ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਡਾਕਟਰ PGI ਜਾਂ ਫਰੀਦਕੋਟ ਜਾਂ ਪਟਿਆਲੇ 3 ਪ੍ਰਕਾਰ ਦੇ ਹਸਪਤਾਲਾਂ ਦੇ ਵਿੱਚ ਰੈਫਰ ਕਰ ਦਿੰਦੇ ਨੇ ਕਿ ਜੀ ਸਾਡੇ ਕੋਲ ਤਾਂ ਡਾਕਟਰ ਨਹੀਂ ਹੈਗੇ। ਸੋ ਉਹਨਾਂ ਦੇ ਸਰਟੀਫਿਕੇਟ ਵਿਚਾਰਿਆਂ ਦੇ 1-1 2-2 ਸਾਲ ਨਹੀਂ ਬਣਦੇ ਤੇ ਮਾਪਿਆਂ ਦਾ ਪੈਸਾ ਤੇ ਸਮਾਂ ਬਰਬਾਦ ਹੁੰਦਾ ਤੇ ਮਾਨਸਿਕ ਤੌਰ ਤੇ ਮਾਪੇ ਟੁੱਟ ਜਾਂਦੇ ਆ। ਕਿ ਡਾਕਟਰ ਆਨੰਦ ਜਿਹੜੇ ਐਡਵਾਈਜ਼ਰੀ ਬੋਰਡ ਦੇ ਸਾਡੇ ਮੈਂਬਰ ਨੇਗੇ, ਇਸ ਵਿਸ਼ੇ ਨੂੰ ਦੇਖਦੇ ਨੇ ਪੰਜਾਬ ਸਰਕਾਰ ਦੇ ਵਿੱਚ, ਕਿ ਇਸ ਕੰਮ ਨੂੰ ਸੁਖਾਲਾ ਬਣਾਉਣ ਦੇ ਲਈ ਪੰਜਾਬ ਸਰਕਾਰ ਜਾਂ ਕੋਈ ਬੋਰਡ ਸਾਡਾ ਯਤਨ ਨਹੀਂ ਕਰ ਸਕਦਾ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਹੀ ਜਿਹੜੇ ਹੈਗੇ ਆ 21 ਕੈਟਾਗਰੀਆਂ ਦੀਆਂ ਸਹੂਲਤਾਂ ਮਿਲ ਸਕਣ। ਭਾਵੇਂ ਕਿ ਮੇਰਾ ਸਵਾਲ ਥੋੜਾ ਜਿਹਾ ਵਿਸ਼ੇਸ਼ ਤੌਰ ਤੇ ਹਟਵਾਂ, ਪਰੰਤੂ ਮੈਂ ਆਪ ਮਹਿਸੂਸ ਕਰਦਾ ਕਿ ਮੈਂ ਆਪ ਹੈਂਡੀਕੈਪਟ ਹਾਂ। ਮੈਂ ਆਪ ਬਤੌਰ ਸੈਂਟਰ ਹੈਡ ਟੀਚਰ ਕੰਮ ਕਰਦਾ ਤੇ ਮੈਂ ਰਿਸੋਰਸ ਸੈਂਟਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸਾਹਮਣੇ ਫੇਸ ਕਰਦਾ। ਇਸ ਕਰਕੇ ਮੇਰਾ ਇਹ ਸਵਾਲ ਡਾਕਟਰ ਆਨੰਦ ਜੀ ਨੂੰ ਤੇ ਜੋ ਸਾਡੇ ਮਹਿਮਾਨ ਨੇ ਉਹਨਾਂ ਨੂੰ ਸਾਂਝੇ ਤੌਰ ਤੇ ਕਿਰਪਾ ਕਰਕੇ। ਸ਼ੁਕਰੀਆ, ਤੁਸੀਂ ਬਹੁਤ ਸੋਹਣਾ ਸਵਾਲ ਉਠਾਇਆ ਤੇ ਅਸੀਂ ਇਹ ਸਵਾਲਾਂ ਜਵਾਬਾਂ ਦਾ ਸਿਲਸਿਲਾ ਪ੍ਰੋਗਰਾਮ ਦੇ ਅੰਤ ਦੇ ਵਿੱਚ ਕੁਝ ਸਮੇਂ ਲਈ ਰੱਖਾਂਗੇ
ਤੇ ਉਦੋਂ ਹੀ ਚਲੋ, ਤੁਹਾਡੇ ਸਵਾਲ ਦਾ ਜਵਾਬ ਵੀ ਲਵਾਂਗੇ। ਕੋਈ ਨਹੀਂ, ਇਸ ਸਵਾਲ ਦਾ ਜਵਾਬ ਲੈ ਲਓ, ਕੋਈ ਨਹੀਂ। ਇਸ ਸਵਾਲ ਦਾ ਜਵਾਬ ਡਾਕਟਰ ਆਨੰਦ ਜੀ ਦੇ ਦੇਣਗੇ, ਪਰ ਬਾਕੀ ਸਾਥੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਸਵਾਲ ਜਵਾਬ ਨੇ ਉਹ ਅਸੀਂ ਅੰਤ ਦੇ ਵਿੱਚ ਪ੍ਰੋਗਰਾਮ ਦੇ ਤੁਹਾਨੂੰ ਸਮਾਂ ਦੇਵਾਂਗੇ ਤੇ ਉਦੋਂ ਆਪਾਂ ਸਵਾਲ ਜਵਾਬ ਸਾਰੇ ਕਰਾਂਗੇ। ਤੇ ਡਾਕਟਰ ਆਨੰਦ ਜੀ। ਹਾਂਜੀ, ਲਾਲੀ ਜੀ, ਤੁਸੀਂ ਜਿਹੜਾ ਸਵਾਲ ਰੱਖਿਆ ਹੈਗਾ, ਮੈਂ ਤੁਹਾਡੇ ਨਾਲ ਸਹਿਮਤ ਹੈਗਾ। 6 ਅਪ੍ਰੈਲ ਨੂੰ ਬੀਬੀ ਬਲਜੀਤ ਕੌਰ ਜੀ, ਜਿਹੜੇ ਸਾਡੇ ਸਮਾਜਿਕ ਸੁਰੱਖਿਆ ਦੇ ਮੰਤਰੀ ਹੈਗੇ, ਮੇਰੀ 2.5 ਘੰਟੇ ਉਹਨਾਂ ਨਾਲ ਇਸ ਵਿਸ਼ੇ ਉੱਤੇ, ਬਾਕੀ ਵੀ ਸਾਡੀਆਂ ਜਿਹੜੇ ਇਸ਼ੂ ਸੀਗੇ ਉਹਨਾਂ ਤੇ ਗੱਲ ਹੋਈ, ਪਰ ਵਿਸ਼ੇਸ਼ ਤੌਰ ਤੇ ਮੇਰੀ ਇਸ ਮੁੱਦੇ ਤੇ ਕਾਫੀ ਗੱਲਬਾਤ ਹੋਈ ਔਰ ਇਸ ਨੂੰ ਮੈਂ ਚੁੱਕਿਆ ਹੈ ਕਿ ਸਾਡੇ ਬੱਚਿਆਂ ਦੇ ਨਾਲ ਕਦੋਂ ਤੱਕ ਤੁਸੀਂ ਇਸ ਤਰ੍ਹਾਂ ਦਾ ਡਿਸਟ੍ਰਿਕਟ ਸਿਵਲ ਹਸਪਤਾਲਾਂ ਦੇ ਵਿੱਚ ਕਲੀਨਿਕਲ ਸਾਈਕੋਲੋਜਿਸਟ ਨਾ ਹੋਣ ਕਰਕੇ ਔਰ ਸਾਡੇ ਬੱਚਿਆਂ ਨੂੰ ਰੈਫਰ ਕੀਤਾ ਜਾਂਦਾ, ਜਿਹੜਾ ਤੁਹਾਡੀਆਂ ਇਹ ਭਰਤੀਆਂ ਕਦੋਂ ਤੱਕ ਤੁਸੀਂ ਕੀਤੀਆਂ। ਇਹ ਮੁੱਦਾ ਮੈਂ ਫਿਰ ਬਾਅਦ ਵਿੱਚ ਸਾਡੇ ਡਾਇਰੈਕਟਰ ਹੈਲਥ ਔਰ ਉਹਨਾਂ ਨਾਲ ਵੀ ਲਿਆ ਸੀਗਾ। ਜਿਸ ਵੇਲੇ ਕੋਵਿਡ ਦਾ ਪੀਰੀਅਡ ਆਇਆ ਸੀਗਾ ਤੇ ਮੈਨੂੰ ਡਾਕਟਰ ਸਾਹਿਬ ਨਾਲ, ਡਾਇਰੈਕਟਰ ਹੈਲਥ ਫੈਮਿਲੀ ਵਾਲਿਆਂ ਨਾਲ ਮੁਲਾਕਾਤ ਹੋਈ, ਤੇ ਕਿਉਂਕਿ ਅਸੀਂ ਕੋਵਿਡ ਦੇ ਵੈਕਸੀਨੇਸ਼ਨ ਨੂੰ ਆਪਣੇ ਦਿਵਿਆਂਗਾਂ ਵਾਸਤੇ ਲਾਈਨਾਂ ਵਿੱਚ ਨਾ ਖੜੇ ਹੋ ਕੇ ਸਪੈਸ਼ਲ ਤੌਰ ਤੇ ਇਹਨੂੰ ਕੀ ਕਰਾਉਣ ਵਾਸਤੇ ਮੈਂ ਉਹਨਾਂ ਨਾਲ ਮੁਲਾਕਾਤ ਕੀਤੀ, ਤੇ ਮੈਂ ਉਸ ਵੇਲੇ ਵੀ ਇਹ ਮੁੱਦਾ ਉਹਨਾਂ ਨਾਲ ਵੀ ਲਿਆ ਕਿ ਸਰ ਇਹ ਬੰਦ ਕੀਤਾ ਜਾਏ। ਉਹ ਕਹਿਣ ਲੱਗੇ, ਆਨੰਦ ਸਾਹਿਬ, ਸਾਡੀ ਮਜਬੂਰੀ ਹੈਗੀ ਹੈ, ਸਰਕਾਰਾਂ ਭਰਤੀ ਵਿੱਚ ਬਹੁਤ ਢਿੱਲ ਵਰਤਦੇ ਹੈਗੇ ਔਰ ਤੁਸੀਂ ਆਪ ਸਮਝ ਸਕਦੇ ਹੋ ਕਿ ਕਿਉਂ ਢਿੱਲਾਂ ਹੁੰਦੀਆਂ ਹੈਗੀਆਂ, ਸਰਕਾਰਾਂ ਕਿਉਂ ਨਹੀਂ ਇਹਦੇ ਉੱਤੇ ਸੀਰੀਅਸ ਕਿਉਂ ਨਹੀਂ ਹੁੰਦੇ। ਔਰ ਇਹੀ ਮੁੱਦਾ ਫਿਰ ਮੈਂ ਜਦੋਂ ਨਵੀਂ ਸਰਕਾਰ ਦੇ ਅੱਗੇ ਲਿੱਤਾ ਗਿਆ ਔਰ ਹੁਣ ਵੀ ਮੈਂ ਮੇਰਾ ਖਿਆਲ 24 ਤਰੀਕ ਨੂੰ ਮੈਂ ਨਵੀਂ ਡਾਕਟਰ ਡਾਇਰੈਕਟਰ ਮਾਧਵੀ ਕਟਾਰੀਆ ਜੀ ਨੂੰ ਮਿਲ ਕੇ ਆਇਆ ਔਰ ਉਹਨਾਂ ਦੇ ਅੱਗੇ ਵੀ ਉਹਨਾਂ ਨੂੰ ਵੀ ਇਹ ਲਿਖ ਕੇ ਦੇ ਕੇ ਆਇਆ ਹੈਗਾ ਕਿ ਇਸ ਮੁੱਦੇ ਉੱਤੇ ਥੋੜੀ ਜਿਹੀ ਸੰਜੀਦਗੀ ਕੀਤੀ ਜਾਵੇ, ਕਿਉਂਕਿ ਸਾਡੇ ਪੈਰੈਂਟਸ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਪਿੰਡਾਂ ਤੋਂ ਕੋਈ ਅੰਮ੍ਰਿਤਸਰ ਜਾਏ ਜਾਂ ਫਰੀਦਕੋਟ ਜਾਏ ਜਾਂ ਚੰਡੀਗੜ੍ਹ ਜਾਏ, ਇਹ ਸਾਨੂੰ ਨਹੀਂ ਵਾਰਾ ਖਾਂਦਾ। ਇੱਕ ਡਿਸਟ੍ਰਿਕਟ ਸਾਡੀ ਹੈਗੀ ਹੈ ਜਿੱਥੋਂ ਦੇ ਡੀਸੀ ਸਾਹਿਬ ਇਸ ਮਾਮਲੇ 'ਚ ਉਹਨਾਂ ਨੇ, ਪਿਛਲੇ ਡੀਸੀ, ਉਹਨਾਂ ਨੇ ਇੰਟਰਸਟ ਲੈ ਕੇ ਸਪੈਸ਼ਲ ਬੱਚਿਆਂ ਵਾਸਤੇ ਇੱਕ ਬੱਸ ਡਿਸਟ੍ਰਿਕਟ ਤੋਂ ਭੇਜਦੇ ਸੀਗੇ ਔਰ 25 ਬੱਚੇ 30 ਬੱਚੇ ਜਦੋਂ ਹੋ ਜਾਣ ਸਰਵ ਸਿੱਖਿਆ ਅਭਿਆਨ ਦੇ ਨੂੰ ਕਹਿ ਦਿੰਦੇ ਸੀਗੇ ਕਿ ਤੁਸੀਂ ਜਿਨ੍ਹਾਂ ਦੇ ਸਰਟੀਫਿਕੇਟ ਨਹੀਂ ਬਣੇ ਮੈਨੂੰ ਦੱਸ ਦਿਓ ਕਿਸ ਦਿਨ ਜਾਣਾ ਹੈਗਾ, ਮੈਂ ਤੁਹਾਨੂੰ ਬੱਚਿਆਂ ਪੈਰੈਂਟਸ ਦੇ ਔਰ ਬੱਚਿਆਂ ਦੇ ਆਉਣ ਜਾਣ ਵਾਸਤੇ ਅਸੀਂ ਤੁਹਾਨੂੰ ਬੱਸ ਮੁਹੱਈਆ ਕਰਾ ਦੇਣੀ। ਅਜੇ ਵੀ ਸਾਡੀ ਸਰਕਾਰ ਨੂੰ ਇਹਦੇ ਉੱਤੇ ਕੋਈ ਕੰਮ ਨਹੀਂ ਹੋਇਆ। ਮੈਨੂੰ ਕੋਈ ਮਤਲਬ ਉਹ ਨਹੀਂ ਹੋ ਰਿਹਾ ਕਿ ਮੈਂ ਇਸ ਗੱਲ ਨੂੰ ਸੱਚਾਈ ਨੂੰ ਪ੍ਰਗਟ ਕਰਦਿਆਂ ਕਿ ਸਾਡੀ ਸਰਕਾਰ ਅਜੇ ਵੀ ਬਹੁਤ ਢਿੱਲ ਯੂਜ਼ ਕਰ ਰਹੀ ਹੈਗੀ ਹੈ ਇਹਨਾਂ ਦੀਆਂ ਭਰਤੀਆਂ ਉੱਤੇ। ਔਰ ਮੈਂ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਸਾਡੇ ਕੋਲ ਰੈੱਡ ਕਰਾਸ ਦੇ ਕੋਲ ਫੰਡ ਹੈਗੇ ਜੀ, ਉਹਨਾਂ ਦੇ ਫੰਡਾਂ ਰਾਹੀਂ ਅਗਰ ਸੈਕਟਰੀ ਇੱਕ ਪਾਲਿਸੀ ਬਣਾ ਦੇਣ ਕਿ ਲੋਕਲ ਲੈਵਲ ਤੇ ਤੁਸੀਂ ਕੋਈ ਕਲੀਨਿਕਲ ਸਾਈਕੋਲੋਜਿਸਟ ਹਾਇਰ ਕਰ ਲਓ ਔਰ ਉਹਦਾ ਜਿਹੜਾ 200 400 500 ਰੁਪਇਆ ਉਹਦੀ ਫੀਸ ਹੈਗੀ ਹੈ ਉਹ ਉਹਦੀ ਪੇ ਕਰ ਦਿਓ, ਉਹਨੂੰ ਕੰਟਰੈਕਟ ਦੇ ਦਿਓ ਤੇ ਉਹ ਲੋਕਲ ਲੈਵਲ ਤੇ ਤੁਸੀਂ ਇਹਨੂੰ ਕਰਾ ਦਿਓ। IQ ਟੈਸਟ ਜਿਹੜਾ ਸਾਡਾ ਬੱਚਿਆਂ ਦੇ ਜਿਹਦੇ ਕਿਸ ਕਰ ਸਾਡੇ ਪੈਰੈਂਟਸ ਖੱਜਲ ਖੁਆਰ ਹੁੰਦੇ ਹੈਗੇ, ਇਹ ਗੱਲ ਅੱਗੇ ਵੀ ਲਿੱਤੀ ਗਈ ਹੈ ਔਰ ਉਮੀਦ ਰੱਖਦਾ ਕਿ ਮੈਨੂੰ ਨਵੰਬਰ ਦੇ ਅੰਦਰ ਸਾਡੀ ਐਡਵਾਈਜ਼ਰੀ ਬੋਰਡ ਦੁਬਾਰਾ ਜਿੱਥੋਂ ਤੱਕ ਕਿਹਾ ਜਾ ਰਿਹਾ ਹੈ, ਮੈਂ ਉਹਨਾਂ ਦੇ ਮੁਤਾਬਕ ਦੱਸ ਰਿਹਾ, ਸਰਕਾਰ ਦੇ ਮੁਤਾਬਕ, ਡਿਪਟੀ ਡਾਇਰੈਕਟਰ ਦੇ ਮੁਤਾਬਕ ਕਿ ਨਵੰਬਰ ਤੱਕ ਇਹ ਦੁਬਾਰਾ ਸਾਡੀ ਐਡਵਾਈਜ਼ਰੀ ਫਾਰਮ ਹੋ ਜਾਏਗੀ। ਪਰ ਐਡਵਾਈਜ਼ਰੀ ਫਾਰਮ ਹੋਣ ਨਾਲ ਸਾਡਾ ਮੁੱਦਾ ਨਹੀਂ ਹੱਲ ਹੁੰਦਾ। ਸਾਡਾ ਮੁੱਦਾ ਤੇ ਸਰਕਾਰ ਜਦ ਤੱਕ ਆਪਣੀ ਹੈਲਥ ਪਾਲਿਸੀ ਦੇ ਅੰਦਰ ਇਹਨੂੰ ਚੇਂਜਸ ਨਹੀਂ ਲਿਆਏਗੀ ਕਿ ਜਦ ਤੱਕ ਜਿੱਥੇ ਜਿਸ ਡਿਸਟ੍ਰਿਕਟ ਵਿੱਚ ਵੀ ਨਹੀਂ ਹੈਗੇ IQ ਟੈਸਟ ਦੇ ਸਾਧਨ ਜਾਂ ਅਰਲੀ ਇੰਟਰਵੈਂਸ਼ਨ ਸੈਂਟਰਸ ਜਿਹੜੀਆਂ ਸਾਡੀਆਂ ਸਰਕਾਰ ਨੇ ਅਜੇ ਤੱਕ ਟੋਟਲ 5 ਬਣਾਈਆਂ। ਸਾਡਾ ਕਾਨੂੰਨ ਕਹਿੰਦਾ ਹੈ
ਕਿ ਹਰ ਡਿਸਟ੍ਰਿਕਟ ਵਿੱਚ अर्ਲੀ ਇੰਟਰਵੈਂਸ਼ਨ ਸੈਂਟਰ ਹੋਣੇ ਚਾਹੀਦੇ ਹੈਗੇ। ਜਦ ਤੱਕ ਇਹ ਸਾਰੀਆਂ ਸਮੱਸਿਆਵਾਂ ਸਾਡੀਆਂ ਨਹੀਂ ਦੂਰ ਹੁੰਦੀਆਂ, ਇਹ ਮਸਲਾ ਇਸ ਤਰ੍ਹਾਂ ਹੀ ਰਹੇਗਾ। ਔਰ ਇੱਕ ਬੰਦਾ ਜਾਂ ਦੋ ਬੰਦੇ, ਮੈਂ ਐਡਵੋਕੇਸੀ ਕਰ ਸਕਦਾ, ਮੈਂ ਲਿਖਾ ਪੜੀ ਵਿੱਚ ਫਾਈਲਾਂ ਦੇ ਅੰਦਰ ਇਹਨਾਂ ਜਿਹੇ ਮੁੱਦਿਆਂ ਨੂੰ ਮੈਂ ਉਠਾਉਂਦਾ ਰਹਿੰਦਾ ਹਾਂ। ਔਰ ਇਹੀ ਮੇਰੀ ਜਿੱਤ ਹੈਗੀ ਹੈ ਕਿ ਮੈਂ ਇਹਨਾਂ ਨੂੰ ਕਦੀ ਆਪਣੇ ਹੱਕਾਂ ਵਾਸਤੇ ਕਦੀ ਪਿੱਛੇ ਨਹੀਂ ਹਟਦਾ ਔਰ ਕਦੀ ਸੰਕੋਚ ਨਹੀਂ ਕਰਦਾ ਲਿਖਣ ਵਾਸਤੇ ਜਾਂ ਉਹਨੂੰ ਪ੍ਰੋਪਰ। ਈਵਨ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕੋਲੋਂ ਵੀ ਟਾਈਮ ਮੰਗਿਆ ਸੀ। ਮੈਨੂੰ ਪਿਛਲੇ ਮਹੀਨੇ 24 ਤਰੀਕ ਦਾ ਉਹਨਾਂ ਨੇ ਟਾਈਮ ਦਿੱਤਾ ਸੀਗਾ ਕਿ 1-to-1 ਮੀਟਿੰਗ ਵਾਸਤੇ ਮੈਨੂੰ ਇਕੱਲੇ ਨੂੰ ਅਲਾਉ ਕੀਤਾ ਸੀਗਾ। ਬਟ ਅਨਫੋਰਚੂਨੇਟਲੀ ਇੱਕ ਦਿਨ ਪਹਿਲੇ ਮੈਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਕਿ ਤੁਹਾਡੀ ਮੀਟਿੰਗ ਪੋਸਟਪੋਨ ਕਰ ਦਿੱਤੀ ਹੈ ਸਰ ਨੇ। ਔਰ ਅਸੀਂ ਤੁਹਾਨੂੰ ਬਾਅਦ ਵਿੱਚ, ਕਿਉਂਕਿ ਸਾਡਾ ਇੱਕ ਸੈਂਟਰ ਜਿਹੜਾ ਕਿ 20 ਕਰੋੜ ਦੀ ਲਾਗਤ ਵਿੱਚ 2019 ਵਿੱਚ ਤਿਆਰ ਹੋ ਗਿਆ ਸੀਗਾ ਮੋਹਾਲੀ ਦੇ ਅੰਦਰ, ਰਿਸਰਚ ਐਂਡ ਡਿਵੈਲਪਮੈਂਟ ਸਾਡੇ ਬੱਚਿਆਂ ਉੱਤੇ, ਇੰਟੈਲੈਕਚੁਅਲ ਡਿਸੇਬਿਲਿਟੀ ਉੱਤੇ, ਉਹਦਾ ਉਦਘਾਟਨ ਅਸੀਂ ਪਿਛਲੀ ਜਾਂਦੀ ਸਰਕਾਰ ਕੋਲੋਂ 15 ਦਸੰਬਰ ਨੂੰ ਕਰਾ ਲਿਆ ਸੀਗਾ। ਔਰ ਇਹ ਵਾਲਾ ਮੁੱਦਾ ਵੀ ਮੈਂ ਚੀਫ ਮਿਨਿਸਟਰ ਸਾਹਿਬ ਨਾਲ ਲੈਣਾ ਚਾਹਨਾ। ਔਰ ਉਹ ਜਿਹੜਾ ਸਾਡਾ ਸੈਂਟਰ ਬਣਿਆ ਹੈਗਾ ਉਹਦੇ ਵਿੱਚ ਸਾਡੇ ਕੋਲ ਕੋਈ ਸਟਾਫ ਅਜੇ ਤੱਕ ਰਿਕਰੂਟਮੈਂਟ ਨਹੀਂ ਕੀਤਾ। ਉਹ 20 ਕਰੋੜ ਦੀ ਬਿਲਡਿੰਗ ਨੂੰ ਤਾਲੇ ਲੱਗੇ ਹੋਏ ਹੈਗੇ। ਇਸੇ ਤਰ੍ਹਾਂ ਜਿਹੜਾ ਸਾਡਾ ਬਹੁਤ ਸੈਂਸਿਟਿਵ ਮੁੱਦੇ ਹੈਗੇ ਉਹ ਲਟਕੇ ਹੋਏ ਨੇ। ਤੇ ਮੈਂ ਆਪਣੀ ਕੋਸ਼ਿਸ਼ ਪੂਰੀ ਹੈਗੀ, ਤੁਹਾਡੇ ਸਾਰਿਆਂ ਦਾ ਸਹਿਯੋਗ ਹੈਗਾ ਹੈ ਤੇ ਅਸੀਂ ਇਹ ਮੁੱਦੇ ਜ਼ਰੂਰ ਸੋਲਵ ਕਰਾਵਾਂਗੇ, ਭਾਵੇਂ ਕੰਟਰੈਕਟ ਤੇ ਰੱਖਣ, ਪਰ ਇਸ ਮੁੱਦੇ ਨੂੰ ਅਸੀਂ ਪਹਿਲੀ ਮੀਟਿੰਗ ਵਿੱਚ ਹੀ ਨਵੀਂ ਕਮੇਟੀ ਬਣਨ ਦੀ ਤੇ ਔਰ ਜਿਹੜੇ ਵੀ ਮੈਂਬਰ ਬਣਨਗੇ ਉਹਨਾਂ ਦੇ ਰਾਹੀਂ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਹ ਮੁੱਦਾ ਸਾਡਾ ਸੋਲਵ ਹੋ ਜਾਏ। ਬਹੁਤ ਅੱਛਾ ਜੀ ਸ਼ੁਕਰੀਆ ਸਰ। ਸਾਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਮਸਲੇ ਨੂੰ ਹੋਰ ਗੰਭੀਰਤਾ ਦੇ ਨਾਲ ਅੱਗੇ ਵੀ ਉਠਾਓਗੇ। ਤੇ ਹੁਣ ਅਸੀਂ ਰਾਜੂ ਜੀ ਤੇ ਦਵਿੰਦਰ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੇਂਦਰ ਜਾਂ ਰਾਜ ਸਰਕਾਰਾਂ ਦੀਆਂ ਕਿਸ ਤਰ੍ਹਾਂ ਦੀਆਂ ਸਕੀਮਾਂ ਨੇ, ਕਿਸ ਤਰ੍ਹਾਂ ਦੀਆਂ ਯੋਜਨਾਵਾਂ ਨੇ ਇਹਨਾਂ ਬੱਚਿਆਂ ਨੂੰ ਲੈ ਕੇ, ਤੇ ਉਹਦੇ ਬਾਰੇ ਜ਼ਰੂਰ ਉਹ ਗੱਲਬਾਤ ਕਰਨ। ਤੇ ਜਿਹੜੀਆਂ ਯੋਜਨਾਵਾਂ ਨੇ ਕਿੰਨੀਆਂ ਕੁ ਉਪਯੋਗੀ ਸਾਬਤ ਹੋ ਰਹੀਆਂ ਨੇ? ਸੁਖਜੀਵਨ ਜੀ, ਮੈਂ ਦੱਸਣਾ ਚਾਹਾਂਗਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਲਈ ਬਹੁਤ ਸਾਰੀ ਜਿਹੜੀ ਸਕੀਮਾਂ ਹੈ ਉਹ ਚਲਾਈਆਂ ਜਾ ਰਹੀ ਹੈ। ਜੇ ਆਪਾਂ ਪਾਰਟਿਕੂਲਰ ਸਿੱਖਿਆ ਵਿਭਾਗ ਦੇ ਵਿੱਚ ਹੀ ਗੱਲ ਕਰੀਏ ਤਾਂ ਸਿੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ ਇਹਨਾਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਏਡ ਐਂਡ ਅਪਲਾਈਐਂਸ ਜਿਹੜੇ ਹੈਗੇ ਹੈ ਸਹਾਇਕ ਉਪਕਰਨ, ਉਹ ਹਰ ਸਾਲ ਅਸੈਸਮੈਂਟ ਕੈਂਪ ਲਗਾ ਕੇ ਫ੍ਰੀ ਆਫ ਕੋਸਟ ਜਿਹੜੇ ਆ ਉਹ ਇਹਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਆ। ਉਸ ਤੋਂ ਇਲਾਵਾ ਜਿਹੜੀ ਦਿਵਿਆਂਗ ਲੜਕੀਆਂ ਨੇ ਉਹਨਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ 2000 ਰੁਪਇਆ ਸਟਾਈਪੈਂਡ ਤੌਰ ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਸਿੱਧੇ ਤੌਰ ਤੇ ਬੱਚਿਆਂ ਦੇ ਖਾਤਿਆਂ ਵਿੱਚ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਜਿਹੜਾ ਔਰਥੋ ਇੰਪੇਅਰਡ ਬੱਚੇ ਹੈਗੇ, ਜਿਹੜੇ ਚੱਲਣ ਫਿਰਨ ਤੋਂ ਅਸਮਰਥ ਨੇ, ਸੈਰਬਰਲ ਪਾਲਸੀ ਵਾਲੇ ਬੱਚੇ ਨੇ, ਉਹਨਾਂ ਦੀ ਸਮਗਰ ਸਿੱਖਿਆ ਅਭਿਆਨ ਤਹਿਤ ਜਿਹੜੀ ਹੈ ਕੁਝ ਹਸਪੀਟਲ ਸਕੀਮ ਪੈਨਲ ਨੇ। ਜਿਵੇਂ ਕਿ ਜੇ ਜਲੰਧਰ ਦੀ ਗੱਲ ਕਰੀਏ ਤਾਂ ਡਾਕਟਰ ਓਬਰਾਏ ਹਸਪੀਟਲ ਜਿਹੜਾ ਹੈਗਾ ਉੱਥੇ, ਅਮਨਦੀਪ ਹਸਪੀਟਲ ਅੰਮ੍ਰਿਤਸਰ, ਇਸੇ ਤਰ੍ਹਾਂ ਬਠਿੰਡਾ ਦੇ ਵਿੱਚ। ਤੇ ਇਹ ਇੰਪੈਨਲ SSA ਵੱਲੋਂ ਪਹਿਲਾਂ ਹੀ ਕੀਤੇ ਹੋਏ ਆ ਤੇ ਉੱਥੇ ਮਾਪਿਆਂ ਦਾ ਕੋਈ ਖਰਚਾ ਨਹੀਂ ਹੁੰਦਾ। ਬੱਚੇ ਦੀ ਸਰਜਰੀ ਹੁੰਦੀ ਹੈ, ਬੱਚੇ ਨੂੰ ਆਉਣ ਜਾਣ ਲਈ, ਫੋਲੋਅਪ ਲਈ ਜਿਹੜਾ ਹੈ ਉਹ ਸਾਰਾ ਜਿਹੜਾ ਐਕਸਪੈਂਡੀਚਰ ਹੈ ਉਹ SSA ਵੱਲੋਂ ਹੀ ਜਿਹੜਾ ਹੈ ਉਹ ਬੀਅਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਕਾਫੀ ਜਿਹੜੀ ਸਕੀਮਸ ਨੇ ਜਿਹੜੀ ਦਿਵਿਆਂਗਜਨਾਂ ਲਈ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵੀ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹੈ। ਤੇ ਇਹਨਾਂ ਸਕੀਮਸ ਦਾ ਕਾਫੀ ਜਿਹੜਾ ਹੈਗਾ ਦਿਵਿਆਂਗਜਨਾਂ ਨੂੰ ਕਾਫੀ ਬੈਨੀਫਿਟ ਮਿਲਦਾ ਹੈ, ਜਿਸ ਕਰਕੇ ਉਹਨਾਂ ਦੇ ਆਪਣੇ ਰੋਜ਼ਮर्रा ਦੇ ਜਿਹੜੇ ਕੰਮ ਹੈਗੇ ਹੈ ਉਹ ਆਪਣੇ ਹੋਰ ਵਧੀਆ ਢੰਗ ਨਾਲ ਜਿਹੜੇ ਹੈ ਉਹ ਕਰ ਸਕਦੇ ਨੇ। ਜੀ ਦਵਿੰਦਰ ਸਰ, ਤੁਸੀਂ ਕੁਝ ਐਡ ਆਨ ਕਰਨਾ ਚਾਹੁੰਦੇ ਹੋ ਇਹਦੇ ਵਿੱਚ? तो सर मैं इसमें थोड़ा सा और जोड़ना चाहूंगा कि जो हमारे स्कूल है, जो बच्चे हमारे डिसेबल्ड हैं और जिनके पास अबव टू 40%, जिनके पास में 40% से ज्यादा का सर्टिफिकेट है, माइक ऑफ होगा फ्री
बिल्कुल ही फ्री एजुकेशन वो ले सकते हैं। मैं दोबारा जोड़ना चाहूंगा यहाँ पे, पहली क्लास से लेके 12वीं क्लास तक सरकारी स्कूल हो चाहे प्राइवेट स्कूल हो, वो अपनी टोटल जो उनकी एजुकेशन है वो फ्री ऑफ कॉस्ट होगी। ਆਮ ਤੌਰ 'ਚ ਜੇ ਆਪਾਂ ਗੱਲ ਕਰੀਏ ਤੇ ਦੇਖਣ 'ਚ ਇਹ ਆਉਂਦਾ ਕਿ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ, ਇੱਕ ਹੋਰ ਅਧਿਕਾਰ ਦੀ ਜੇ ਗੱਲ ਕਰੀ, ਜਿਹੜਾ ਬੱਚਾ ਦਿਵਿਆਂਗ ਨੇ ਉਹਦੇ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਘਰ ਦੇ ਨੇੜੇ ਵਾਲੇ ਸਕੂਲ 'ਚ ਦਾਖਲਾ ਲੈ ਸਕਦਾ ਹੈ। ਉਹਦੇ 'ਚ ਉਹਦੇ ਲਈ ਕੋਈ ਬਾਉਂਡੇਸ਼ਨ ਨਹੀਂ ਹੈ ਕਿ ਵੀ ਇਹ ਪ੍ਰਾਈਵੇਟ ਹੈ ਜਾਂ ਇਹ ਸਰਕਾਰੀ ਹੈ। ਉਹਨੂੰ ਉਹ ਸਿੱਖਿਆ ਜਿਹੜੀ ਉਹ ਫ੍ਰੀ ਆਫ ਕੋਸਟ ਮਿਲੂਗੀ ਔਰ ਉਹ ਉਹਦਾ ਅਧਿਕਾਰ ਹੈ। ਇਸ ਅਧਿਕਾਰ ਤਹਿਤ ਆ ਸਰਕਾਰ ਨੇ ਇਹ ਅਧਿਕਾਰ ਦਿੱਤਾ ਹੈ, ਜਿਹੜਾ ਕਿ RTE ਤਹਿਤ ਉਹਨੂੰ ਦਿੱਤਾ ਗਿਆ ਹੈ। ਹਾਂ ਦਵਿੰਦਰ ਜੀ, ਇਹਦੇ ਲਈ ਕਿੰਨੇ % ਸਰਟੀਫਿਕੇਟ ਹੋਣਾ ਚਾਹੀਦਾ ਹੈ ਬੱਚੇ ਕੋਲੇ? इसमें विक्रम जी 40% से ज्यादा जिसके पास में डिसेबिलिटी सर्टिफिकेट है, 40 या 40% से ज्यादा, वो किसी भी कैटेगरी का हो, जो 21 बेंचमार्क डिसेबिलिटीज है हमारी एक्ट के अकॉर्डिंग, अगर उसमें से किसी भी कैटेगरी का हो उसको वो एजुकेशन फ्री मिलेगी। ਰਾਈਟ, ਥੈਂਕ ਯੂ। ਓਵਰ ਟੂ ਵਿਕਰਮ ਸਰ। ਹਾਂਜੀ, ਮੇਰਾ ਸਵਾਲ ਦਵਿੰਦਰ ਜੀ ਲਈ ਹੈ। ਦਵਿੰਦਰ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਜਾਂ ਇਹ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਲਈ ਆਪਣੀਆਂ ਸਰਕਾਰਾਂ ਕਿਸ ਤਰ੍ਹਾਂ ਦੀ ਕੋਈ ਵਿਵਸਥਾ ਕਰ ਰਹੀ ਹੈ, ਜਾਂ ਕਿਸ ਤਰ੍ਹਾਂ ਦੇ ਪ੍ਰਬੰਧ ਸਹੂਲਤਾਂ ਇਹ ਬੱਚਿਆਂ ਲਈ ਹੋਣੇ ਚਾਹੀਦੇ ਨੇ? ਤੁਹਾਨੂੰ ਕੀ ਲੱਗਦਾ? ਬਿਲਕੁਲ ਵਿਕਰਮ ਜੀ, ਮੈਂ ਗੱਲ ਕਰਾਂਗਾ ਇੱਥੇ ਕਿ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ 'ਚ, ਤੇ ਸਨ 1857 'ਚ ਪਹਿਲਾ ਬਲਾਈਂਡ ਸਕੂਲ ਅੰਮ੍ਰਿਤਸਰ ਪੰਜਾਬ 'ਚ ਸ਼ੁਰੂ ਹੋਇਆ ਸੀ। ਤੇ ਇੰਨੇ ਸਾਲ ਗੁਜ਼ਰਨ ਤੋਂ ਬਾਅਦ ਵੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਜੇ ਇਸ ਸਟੇਟ ਦੀ ਗੱਲ ਕਰੀਏ, ਅੱਜ ਆਪਾਂ ਬਾਕੀ ਸਟੇਟਾਂ ਤੋਂ ਪਿੱਛੇ ਚੱਲ ਰਹੇ ਹਾਂ। ਉਸ ਦਾ ਇੱਕ ਹੀ ਕਾਰਨ ਹੈ ਕਿ ਜਿਹੜੀ ਆਪਣੀ ਸਰਕਾਰਾਂ ਨੇ, ਉਹ ਜਦੋਂ ਕੋਈ ਪੈਰੈਂਟਸ ਐਸੋਸੀਏਸ਼ਨ ਜਾਂ ਜਦੋਂ ਕੋਈ ਆਵਾਜ਼ ਆਉਂਦੀ ਤਾਂ ਉਹਨਾਂ ਦੀ ਆਵਾਜ਼ ਦੱਬੀ ਜਾਂਦੀ ਹੈ, ਉਹ ਸਹੀ ਤਰੀਕੇ ਨਾਲ ਸਰਕਾਰ ਤੱਕ ਨਹੀਂ ਪਹੁੰਚਦੀ। ਜਾਂ ਆਏ ਕਹਿ ਸਕਦੇ ਹਾਂ ਆਪਾਂ ਕਿ ਵੀ ਜਿਹੜੀ ਸਰਕਾਰਾਂ ਨੇ ਉਹ ਵੋਟ ਬੈਂਕ ਦੇ ਨਜ਼ਰੀਏ ਨਾਲ ਹਰ ਇੱਕ ਕੰਮ ਨੂੰ ਦੇਖਦੀ ਹੈ ਕਿ ਵੀ ਜਿਨ੍ਹਾਂ ਦਾ ਵੋਟ ਬੈਂਕ ਹੈ ਉਹ ਬਹੁਤ ਜ਼ਿਆਦਾ ਹੋਵੇ, ਉਸ ਲਈ ਉਹ ਗੱਲ ਸੁਣੀ ਜਾਂਦੀ ਹੈ। ਜੇ ਵੋਟ ਬੈਂਕ ਨਹੀਂ ਹੈ ਤਾਂ ਉਹਦੀ ਗੱਲ ਨਹੀਂ ਸੁਣੀ ਜਾਂਦੀ। ਦੂਜੀ ਗੱਲ ਹੈ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਇੰਟੈਲੈਕਚੁਅਲ ਡਿਸੇਬਲਡ ਨੇ, ਉਹ ਆਪਣੇ ਅਧਿਕਾਰਾਂ ਦੀ ਪਰਖ ਹੀ ਨਹੀਂ ਰੱਖਦੇ, ਜਾਂ ਪੈਰੈਂਟਸ ਤੱਕ ਉਹਨਾਂ ਦੀ ਪਹਿਚਾਣ ਹੀ ਨਹੀਂ ਹੈ ਕਿ ਵੀ ਉਹਨਾਂ ਦੇ ਅਧਿਕਾਰ ਕੀ ਨੇ। ਇਸ ਲਈ ਜੇ ਗੱਲ ਕਰੀਏ ਆਪਾਂ ਕਿ ਵੀ ਉਹਨਾਂ ਦੇ ਅਧਿਕਾਰਾਂ ਨੂੰ ਪਹਿਚਾਣਨ ਵਾਸਤੇ ਕੀ ਕਰ ਸਕਦੇ ਹਾਂ, ਸਰਕਾਰਾਂ ਜਿੰਨੀ ਵੀ ਸਰਕਾਰਾਂ ਹਜੇ ਤੱਕ ਆਈਆਂ ਨੇ, ਇਹ ਮੈਂ ਗੱਲ ਕਰਾਂ ਸਨ 2000, ਜਿਵੇਂ ਆਨੰਦ ਜੀ ਕਹਿ ਰਹੇ ਸੀ 1994 ਚ ਚਾਨਣ ਐਸੋਸੀਏਸ਼ਨ ਸ਼ੁਰੂ ਹੋਈ ਸੀ, ਉਸ ਤੋਂ ਬਾਅਦ 96 ਚ ਇੰਪਲੀਮੈਂਟ ਹੋਈ। ਉਹਨਾਂ ਨੇ ਬਹੁਤ ਵਧੀਆ ਕੰਮ ਕਰਿਆ। ਬਠਿੰਡਾ ਚ ਵੀ ਇੱਕ ਵਰਕਸ਼ਾਪ ਹੋਈ ਸੀ ਉਹਨਾਂ ਵੱਲੋਂ, ਮੈਂ ਉਸ ਦਾ ਇੱਕ ਪਾਰਟਿਸਿਪੈਂਟ ਮੈਂ ਕੀਤਾ ਸੀ ਉਸ ਚ। ਤੇ ਉਸ ਦੌਰਾਨ ਵੀ ਸਾਡੀ ਇਹੀ ਗੱਲ ਹੋਈ ਸੀ ਕਿ ਵੀ ਸਰਕਾਰਾਂ ਨੂੰ ਜਗਾਉਣ ਦਾ ਤਰੀਕਾ ਕਿਵੇਂ ਹੋ ਸਕਦਾ ਹੈ। ਦੇਖੋ, ਇਸ 'ਚ ਜੇ ਮੈਂ ਕੱਲੇ ਆਨੰਦ ਸਾਹਿਬ ਦੀ ਗੱਲ ਕਰਾਂ ਜਾਂ ਮੇਰੀ ਗੱਲ ਕਰਾਂ ਜਾਂ ਹੋਰ ਸਪੈਸ਼ਲ ਟੀਚਰਾਂ ਦੀ ਗੱਲ ਕਰਾਂ, ਤੇ ਇਹ ਬਹੁਤ ਮਤਲਬ ਇੱਕ ਬਹੁਤ ਹੀ ਛੋਟੀ ਗੱਲ ਹੋਊਗੀ ਕਿ ਅਸੀਂ ਉਸ ਵਾਸਤੇ ਕੁਝ ਨਹੀਂ ਕਰ ਸਕਦੇ। ਸਰਕਾਰਾਂ ਕੀ ਕਰਦੀਆਂ ਨੇ ਕਿ ਵੀ ਮੈਨ ਜੋ ਹਿਊਮਨ ਰਿਸੋਰਸਿਸ ਨੇ ਸਾਡੇ ਕੋਲ, ਉਹ ਬਹੁਤ ਘੱਟ ਨੇ। ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਲਗਭਗ 60,000 ਤੋਂ ਵੱਧ ਡਿਸੇਬਲਡ ਬੱਚੇ ਪੂਰੇ ਪੰਜਾਬ 'ਚ ਨੇ, ਪਰ ਉਹਨਾਂ ਲਈ ਕੰਮ ਕਰਨ ਵਾਲੇ ਸਪੈਸ਼ਲ ਟੀਚਰਾਂ ਦੀ ਜਿਹੜੀ ਜ਼ਰੂਰਤ ਹੈ ਉਹ ਸਿਰਫ 400 ਦੇ ਆਸ-ਪਾਸ ਨੇ। ਹੁਣ ਉਹਨੂੰ ਮਲਟੀਪਲਾਈ ਕਰਕੇ ਵੀ ਦੇਖੀਏ ਤੇ 8 ਬੱਚਿਆਂ ਮਗਰੋਂ ਇੱਕ ਟੀਚਰ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਸਰਕਾਰਾਂ ਕੋਲੇ ਹਜੇ ਵੀ ਉਹੀ ਜਿਹੜੀ ਆਪਾਂ ਗੱਲ ਕਰ ਚੁੱਕੇ ਵੀ ਰਿਸੋਰਸਿਸ ਹੈ ਹੀ ਨਹੀਂ। ਉਹ ਰਿਸੋਰਸ ਨੂੰ ਪੂਰਾ ਕਰਨ ਲਈ ਮਤਲਬ ਆਪਣੇ ਪੱਧਰ ਤੇ ਕੰਮ ਕਰਨਾ ਨਹੀਂ ਚਾਹੁੰਦੀਆਂ, ਜਾਂ ਐਂ ਕਹਿ ਸਕਦੇ ਹਾਂ ਵੀ ਉਹ ਜਾਗਰੂਕ ਹੀ ਹੈ ਨਹੀਂ, ਸੁਣਨ ਨੂੰ ਤਿਆਰ ਹੈ ਨਹੀਂ। ਜੀ ਸਰ, ਜਿਵੇਂ ਸਰ ਤੁਸੀਂ ਵੀ ਗੱਲ ਕੀਤੀ ਕਿ ਜਿਹੜਾ ਸਾਡਾ ਵਿਦਿਅਕ ਢਾਂਚਾ ਹੈ ਉਹ ਪੂਰੀ ਤਰ੍ਹਾਂ ਇਹਨਾਂ ਬੱਚਿਆਂ ਲਈ ਹਲੇ ਸੁਖਾਵਾਂ ਨਹੀਂ ਹੈ, ਇਹਨਾਂ ਬੱਚਿਆਂ ਲਈ ਪੂਰੀ ਤਰ੍ਹਾਂ ਉਪਯੋਗੀ ਨਹੀਂ ਹੈ। ਕਿਤੇ ਮੈਨ ਪਾਵਰ ਦੀ ਕਮੀ ਹੈ, ਕਿਤੇ ਸਹੂਲਤਾਂ ਦੀ ਕਮੀ ਹੈ, ਕਿਤੇ ਸਾਡੇ ਪਾਠਕ੍ਰਮ ਦੇ ਵਿੱਚ ਕਮੀ ਹੈ। ਤੇ ਅਸੀਂ ਅਮਰਜੀਤ ਆਨੰਦ ਜੀ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਵਿਦਿਅਕ ਢਾਂਚਾ ਹੋਣਾ ਚਾਹੀਦਾ ਇਹਨਾਂ ਬੱਚਿਆਂ ਦੇ ਲਈ, ਤੇ ਕੀ ਅਸੀਂ ਇਹਦੇ ਲਈ ਯਤਨ ਕਰ ਸਕਦੇ ਹਾਂ, ਤੇ ਕਿਵੇਂ ਸਾਰੀ ਸਮੱਸਿਆ ਨਾਲ ਅਸੀਂ ਮਤਲਬ ਇਹਨੂੰ ਟੈਕਲ ਕਰ ਸਕਦੇ ਹਾਂ। ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੀਆਂ ਵੀ ਸਾਡੀਆਂ ਸਟੇਟ ਪਾਲਿਸੀਆਂ, ਭਾਵੇਂ ਐਜੂਕੇਸ਼ਨ ਸਟੇਟ ਪਾਲਿਸੀ ਹੈਗੀ, ਭਾਵੇਂ ਸਪੋਰਟਸ ਦੀ
ਸਟੇਟ ਪਾਲਿਸੀ ਹੈਗੀ, ਕਲਚਰਲ ਪਾਲਿਸੀ, ਸਟੇਟ ਪਾਲਿਸੀ ਹੈਗੀ ਫॉर ਡਿਸੇਬਿਲਟੀ ਵਾਸਤੇ, ਜਾਂ ਟਰਾਂਸਪੋਰਟ ਦੀ ਜਿਹੜੀ ਪਾਲਿਸੀ ਹੈਗੀ, ਜੀ ਸਾਰੀਆਂ ਪਾਲਿਸੀਆਂ ਪੰਜਾਬ ਦੀਆਂ ਰੀਕਨਸਟੀਟਿਊਟ ਹੋਣ ਵਾਸਤੇ ਪਈਆਂ ਹਨ। ਜਦ ਜੀ। ਤੱਕ ਇਹ ਪਾਲਿਸੀਆਂ ਰੀਕਨਸਟੀਟਿਊਟ ਜਾਂ ਦੁਬਾਰਾ ਨਹੀਂ ਬਣਦੀਆਂ, ਤਦ ਤੱਕ ਸਾਡੇ ਮਸਲੇ ਨਹੀਂ ਹੱਲ ਹੋਣਗੇ। ਆਪਣੀ ਤੌਰ ਤੋਂ ਪਰਸਨਲੀ ਮੈਨੂੰ, ਮੇਰਾ ਖਿਆਲ ਹੈ ਜਿੰਨੇ ਵੀ ਅੱਜ ਤੱਕ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਲੱਗੇ ਹੈਗੇ, ਜਾਂ ਸਾਡਾ ਡਿਸੇਬਿਲਟੀ ਕਮਿਸ਼ਨਰ, ਕਿਉਂਕਿ ਪੰਜਾਬ ਇੱਕ ਐਸੀ ਸਟੇਟ ਹੈਗੀ ਹੈ ਜਿਹਨੂੰ ਸੁਪਰੀਮ ਕੋਰਟ ਨੇ ਵੀ ਫਟਕਾਰ ਲਗਾਈ ਹੈਗੀ ਕਿ ਕਿਉਂ ਨਹੀਂ ਤੁਸੀਂ ਡਿਸੇਬਿਲਟੀ ਕਮਿਸ਼ਨਰ ਬਾਹਰੋਂ ਲੈਂਦੇ। ਜੀ ਬਾਹਰੋਂ ਲੈਂਦੇ ਮਤਲਬ ਕੋਈ ਐਕਸਪੀਰੀਅੰਸ ਬੰਦਾ, ਜਿਸ ਬੰਦੇ ਨੇ ਡਿਸੇਬਿਲਟੀ ਉੱਤੇ ਕੰਮ ਕੀਤਾ ਹੋਏ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅਜੇ ਤੱਕ ਇੱਕ ਵੀ ਮਹਿਕਮੇ ਨੇ, ਭਾਵੇਂ ਐਜੂਕੇਸ਼ਨ ਦਾ ਮਹਿਕਮਾ ਹੈ, ਭਾਵੇਂ ਮੈਡੀਕਲ ਦਾ ਮਹਿਕਮਾ ਹੈ, ਹਰ ਡਿਸਟ੍ਰਿਕਟ ਲੈਵਲ ਤੇ ਸਾਨੂੰ ਅਰਲੀ ਇੰਟਰਵੈਂਸ਼ਨ ਸੈਂਟਰ ਸਰਕਾਰ ਨੇ ਦੇਣਾ ਹੈਗਾ ਸੀਗਾ 2019 ਤੱਕ। 22 ਆ ਗਿਆ ਹੈਗਾ, ਅਜੇ ਤੱਕ ਕੋਈ ਸ਼ੁਰੂਆਤ ਨਹੀਂ ਹੋਈ। ਜਿਹੜੇ 5 ਬਣਾਏ ਸੀਗੇ ਉਹਨਾਂ 'ਚ ਵੀ 3 ਚੱਲਦੇ ਆ ਤੇ 2 ਬੰਦ ਪਏ ਹੈ। ਜੀ ਇਸੇ ਤਰ੍ਹਾਂ ਸਾਡੇ ਬੱਚੇ ਸਪੈਸ਼ਲ ਓਲੰਪਿਕ ਵਿੱਚ ਮੱਲਾਂ ਮਾਰ ਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਉਹਨਾਂ ਨੇ। ਗੋਲਡ ਮੈਡਲ, ਸਿਲਵਰ ਮੈਡਲ, ਬ੍ਰੌਂਜ਼ ਮੈਡਲ, ਇੰਟਰਨੈਸ਼ਨਲ ਖਿਲਾੜੀਆਂ ਤੱਕ ਲੈ ਕੇ ਆਏ। ਪਰ ਭਾਵੇਂ ਪਿਛਲੀ ਸਰਕਾਰ ਸੀ ਤੇ ਭਾਵੇਂ ਹੁਣ ਦੀ ਸਰਕਾਰ ਹੈ, ਅਜੇ ਤੱਕ ਸਾਰੇ ਬੱਚਿਆਂ ਨੂੰ ਕਿਸੇ ਨੂੰ 1 ਫੁੱਟੀ ਕੋੜੀ ਤੱਕ ਨਹੀਂ ਦਿੱਤੀ ਗਈ। ਕੈਸ਼ ਪ੍ਰਾਈਜ਼ ਦੀ ਗੱਲ ਕਰ ਰਹੇ ਹਾਂ। ਇੱਕ ਬੱਚਾ ਸਾਡਾ ਲੁਧਿਆਣੇ ਦਾ ਸਾਈਕਲਿੰਗ ਵਿੱਚ ਮੈਡਲ ਲੈ ਕੇ ਆਇਆ ਸੀਗਾ, ਮੇਰਾ ਖਿਆਲ ਮਾਲੀ ਦਾ ਬੇਟਾ ਸੀਗਾ, ਔਰ ਉਹ ਹੁਣ ਉਹ ਬੱਚਾ ਸਾਡੇ ਵਿੱਚ ਨਹੀਂ ਹੈਗਾ। ਉਹਦੇ ਜਾਣ ਦੇ ਬਾਅਦ ਉਹਦੇ ਪੈਰੈਂਟਸ ਨੂੰ 5 ਲੱਖ ਰੁਪਇਆ ਦੇ ਦਿੱਤਾ ਗਿਆ। ਬਹੁਤ ਅੱਛਾ ਕੰਮ ਕੀਤਾ, 5 ਲੱਖ ਦੇ ਦਿੱਤਾ ਉਹਦੇ ਪੈਰੈਂਟਸ ਨੂੰ, ਕੁਝ ਸਹਾਰਾ ਹੋ ਗਿਆ। ਗਰੀਬੀ ਦੀ ਰੇਖਾ ਤੋਂ ਤਲੇ ਵਾਲੇ ਸੀਗੇ। ਪਰ ਜੀ ਕੀ ਇਹ ਸਾਡਾ ਸਿਸਟਮ ਰਹੇਗਾ? ਸਾਨੂੰ ਜਿਹੜੇ ਪਿਛਲੇ ਸਾਡੇ ਮੰਤਰੀ ਸੀਗੇ, 10 ਵਾਰੀ ਉਹਨਾਂ ਨੇ ਅਨਾਉਂਸ ਕੀਤਾ, ਰਾਣਾ ਸੋਢੀ ਜੀ ਨੇ, ਕਿ ਅਸੀਂ ਪਾਲਿਸੀ ਬਣ ਗਈ ਹੈ ਜੀ, ਪਾਲਿਸੀ ਬਣ ਗਈ ਹੈ ਜੀ। ਅਸੀਂ ਜਿਸ ਵੇਲੇ ਅਸੀਂ ਲਿਸਟਾਂ ਭੇਜੀਆਂ ਸਪੋਰਟਸ ਡਿਪਾਰਟਮੈਂਟ ਨੂੰ ਕਿ ਸਾਡੇ ਇਹ ਬੱਚੇ ਐਸੇ ਸਾਲ ਵਿੱਚ ਇੰਨੇ ਮੈਡਲ ਲੈ ਕੇ ਆਏ ਹੈ, ਸਾਨੂੰ ਅੰਗੂਠਾ ਦਿਖਾ ਦਿੱਤਾ ਜਾਂਦਾ ਹੈਗਾ। ਇਹ ਸਾਡੇ ਨਾਲ ਹੀ ਕਿਉਂ ਹੁੰਦਾ ਹੈ? ਨਵੀਂ ਸਰਕਾਰ ਆ ਗਈ ਹੈਗੀ, ਨਵੀਂ ਸਰਕਾਰ ਦੇ ਵਿੱਚ ਵੀ ਮੈਂ ਆਪਣੇ ਬੈਸਟ ਯਤਨ ਕਰ ਰਿਹਾ ਹੈਗਾ ਕਿ ਅਗਰ ਦਿੱਲੀ ਦੇ ਅੰਦਰ ਤੁਸੀਂ 3000 ਰੁਪਇਆ ਪੈਨਸ਼ਨ ਦਿੱਤੀ ਹੈ ਤੇ ਸਾਡੇ ਬੱਚਿਆਂ ਨੂੰ ਇੱਥੇ ਵੀ 3000 ਪੈਨਸ਼ਨ ਦਿੱਤੀ ਜਾਏ। ਦਿੱਲੀ ਦੇ ਅੰਦਰ ਤੁਸੀਂ 50,000 50 ਲੱਖ 30 ਲੱਖ ਤੇ 10 ਲੱਖ ਰੁਪਇਆ ਗੋਲਡ ਸਿਲਵਰ ਔਰ ਮੈਡਲ ਦਾ ਰੱਖਿਆ ਹੈਗਾ, ਤੇ ਸਾਡੇ ਪੰਜਾਬ ਵਾਲੇ ਬੱਚਿਆਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ? ਉਹੀ ਪਾਲਿਸੀ ਤੁਸੀਂ ਤੇ ਦੋਨੋਂ ਸਰਕਾਰਾਂ ਇੱਕ ਹੀ, ਤੁਹਾਡੀਆਂ ਦੋਨੋਂ ਸਟੇਟਾਂ ਤੁਹਾਡੇ ਕੋਲ ਹੈਗੀਆਂ, ਯੂਨੀਅਨ ਟੈਰੀਟਰੀ ਦਿੱਲੀ NCR ਤੁਹਾਡੇ ਕੋਲ ਹੈਗਾ, ਪੰਜਾਬ ਤੁਹਾਡੇ ਕੋਲ ਹੈਗਾ। ਉਹੀ ਪਾਲਿਸੀ ਚੁੱਕ ਕੇ ਇੱਥੇ ਇੰਪਲੀਮੈਂਟ ਕਰਾ ਦਿਓ। ਤੁਹਾਡੇ ਕੋਲ ਚੀਫ ਸੈਕਟਰੀ ਤੁਹਾਡੇ ਕੋਲ ਹੈਗਾ, ਹਰ ਮੰਤਰਾਲੇ ਦੇ ਤੁਹਾਡੇ ਕੋਲ ਪ੍ਰਿੰਸੀਪਲ ਸੈਕਟਰੀ ਤੁਹਾਡੇ ਕੋਲ ਬੈਠੇ ਹੈਗੇ। ਪਾਲਿਸੀ ਨੂੰ ਰੀ-ਇੰਪਲੀਮੈਂਟ ਕਰਨਾ ਤਾਂ ਉਹਨੂੰ ਕੈਬਨਿਟ ਵਿੱਚ ਪਾਸ ਕਰਾ ਦਿਓ। ਪਰ ਜਦ ਤੱਕ ਸਰਕਾਰਾਂ ਦੀ ਨੀਅਤ ਨਹੀਂ ਹੋਏਗੀ, ਸਾਡੇ ਕੰਮ ਅਸੀਂ ਜਿੰਨਾ ਮਰਜ਼ੀ ਜਦੋਜਹਿਦ ਕਰ ਲਈਏ, ਸਾਡੀ ਫੇਲਿਅਰ ਹੈਗੇ ਕਿ ਸਾਡੇ ਕੋਲ, ਮੇਰੇ ਕੋਲ, ਮੈਂ ਆਪਣੀ ਗੱਲ ਕਰਾਂ, ਮੇਰੇ ਕੋਲ ਇੰਨੇ ਰਿਸੋਰਸਿਸ ਨਹੀਂ ਕਿ ਮੈਂ ਹਰ ਗੱਲ ਪਿੱਛੇ ਇੱਕ PIL ਪਾ ਸਕਾਂ। ਸਾਨੂੰ ਇਹਨਾਂ ਦੇ ਹੱਕਾਂ ਨੂੰ ਲੈਣ ਵਾਸਤੇ ਸਾਨੂੰ ਹਾਈ ਕੋਰਟ ਔਰ ਸੁਪਰੀਮ ਕੋਰਟ ਤੱਕ ਦਰਵਾਜ਼ੇ ਜਦ ਤੱਕ ਨਹੀਂ ਖੜਕਾਵਾਂਗੇ, ਸਰਕਾਰਾਂ ਨਹੀਂ ਹਿੱਲਣਗੀਆਂ। ਮੈਂ ਇੰਨਾ ਹੀ ਕਹਿ ਸਕਦਾ ਕਿ ਅਸੀਂ ਜਿੰਨੀ ਮਰਜ਼ੀ ਅਸੀਂ ਐਡਵੋਕੇਸੀ ਕਰ ਲਈਏ, ਸਾਡੀ ਐਡਵੋਕੇਸੀ, ਮੈਂ ਆਪਣੀ ਐਡਵੋਕੇਸੀ ਕਵਾਂ ਤੇ ਕੋਈ ਉਪਲਬਧੀਆਂ ਨਹੀਂ ਹੈਗੀਆਂ ਸਾਡੀਆਂ। ਉਪਲਬਧੀਆਂ ਉਸੇ ਦਿਨ ਹੋਣਗੀਆਂ ਜਿਸ ਦਿਨ ਸਾਡੇ ਬੱਚਿਆਂ ਦੇ ਹੱਕ ਸਾਨੂੰ ਮਿਲਣੇ ਸ਼ੁਰੂ ਹੋ ਜਾਣਗੇ। ਬਹੁਤ ਜੀ ਬਿਲਕੁਲ ਸਰ ਜੀ। ਕੁਛ ਲੈ ਲਓ ਇਹਨਾਂ ਨੂੰ ਨਾਲ, ਜਿਹੜੇ ਕੁਲਜੀਤ ਕੌਰ ਨਾਲ ਗੱਲ ਕਰ ਲਓ।
ਸਾਡੇ ਨਾਲ ਕੁਲਜੀਤ ਕੌਰ ਮੰਡ ਜੁੜੇ ਹੋਏ ਨੇ ਤੇ ਉਹਨਾਂ ਦਾ ਵੀ ਇਸ ਖੇਤਰ ਦੇ ਵਿੱਚ ਕੁਝ ਐਕਸਪੀਰੀਅੰਸ ਹੈ ਤੇ ਅਸੀਂ ਚਾਹਾਂਗੇ ਕਿ ਉਹ ਵੀ ਆਪਣੀ ਟਿੱਪਣੀ ਆਪਣੀ ਗੱਲਬਾਤ ਜ਼ਰੂਰ ਸਾਡੇ ਨਾਲ ਇਸ ਸਮੇਂ ਦੌਰਾਨ ਸਾਂਝੀ ਕਰਨ ਤੇ ਉਸ ਤੋਂ ਬਾਅਦ ਅਸੀਂ ਅਗਲੇ 1-2 ਸਵਾਲ ਜਿਹੜੇ ਰਹਿੰਦੇ ਨੇ ਉਹ ਲੈ ਕੇ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਾਂਗੇ। ਕੁਲਜੀਤ ਕੌਰ ਮੰਡ। ਆਪਣਾ ਸਤਿ ਮਾਈਕ ਸ਼੍ਰੀ ਅਕਾਲ ਸਰ। ਹਾਂਜੀ, ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਇਹ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਸਾਡੇ ਮੌਜੂਦਾ ਸਮੇਂ ਦੀ ਬਹੁਤ ਹੀ ਪ੍ਰਮੁੱਖ ਲੋੜ ਆ ਤੇ ਮੈਂ ਸਭ ਤੋਂ ਪਹਿਲਾਂ ਸਿਰਜਣਾਤਮਕ ਸਿੱਖਿਆ ਸੰਸਾਰ ਡਾਕਟਰ ਕੁਲਦੀਪ ਜੀ ਉਹਨਾਂ ਨੂੰ ਇਸ ਲਈ ਵਧਾਈ ਦਿੰਦੀ ਹਾਂ। ਸਾਡੇ ਕੋਲ ਅਮਰਜੀਤ ਸਿੰਘ ਆਨੰਦ ਜੀ ਸਰ ਬੈਠੇ ਹੋਏ ਨੇ, ਬਾਕੀ ਜੋ ਡਿਸਟ੍ਰਿਕਟ ਐਜੂਕੇਟਰ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦੀ ਹਾਂ। ਮੇਰਾ ਇਸ ਵਿਸ਼ੇ ਤੇ ਲਗਭਗ ਜਿੰਨੇ ਵਿਊਜ਼ ਤੁਸੀਂ ਲੈ ਚੁੱਕੇ ਹੋ ਜਾਂ ਆਨੰਦ ਸਰ ਵੀ ਜਵਾਬ ਦੇ ਚੁੱਕੇ ਨੇ, ਲਗਭਗ ਉਹੀ ਮੇਰੇ ਕੁਐਸਚਨ ਸੀ ਜੋ ਕਿ ਕਲੀਅਰ ਹੋ ਚੁੱਕੇ ਨੇ। ਪਰ ਮੈਂ ਵੇਖਦੀ ਹਾਂ ਕਿ ਜੇ ਓਵਰਆਲ ਵੇਖਿਆ ਜਾਵੇ ਤਾਂ ਇਹ ਅਧਿਆਪਕਾਂ ਦੇ ਨਾਲ ਮਾਪੇ ਅਤੇ ਮੁੱਖ ਤੌਰ ਤੇ ਇਸ ਵਕਤ ਸਰਕਾਰ ਨੂੰ ਜਿਹੜਾ ਸੁਚੇਤ ਹੋਣ ਦੀ ਲੋੜ ਆ, ਕਿਉਂਕਿ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਜਿਹੜੇ ਬੱਚੇ ਆ ਉਹ 5ਵੀਂ ਤੱਕ 4ਥੀ ਤੱਕ ਸਹੂਲਤਾਂ ਤੋਂ ਵਾਂਝੇ ਹੀ ਤੁਰੇ ਫਿਰਦੇ ਆ ਤੇ ਇਸੇ ਤਰ੍ਹਾਂ ਉਹ 5ਵੀਂ ਤੋਂ ਬਾਅਦ ਤੇ ਬਿਲਕੁਲ ਜਿਹੜੀ ਆਪਣੀ ਪੜ੍ਹਾਈ ਆ ਉਹ ਛੱਡ ਜਾਂਦੇ ਆ। ਜੇਕਰ ਮੈਂ ਆਨੰਦਪੁਰ ਸਕੂਲ ਆ ਮੇਰਾ, ਔਰ ਮੈਂ ਜਦੋਂ ਪਿੰਡ ਦੇ ਸਰਵੇ ਕੀਤਾ, ਕੋਸ਼ਿਸ਼ ਕੀਤੀ ਕਿ ਮੈਂ ਥੋੜਾ ਕਰ ਸਕਾਂ ਕੁਝ, ਤੇ ਮੈਂ ਇਹੀ ਮੁਸ਼ਕਲਾਂ ਵੇਖੀਆਂ ਜ਼ਿਆਦਾਤਰ ਕਿ ਪੇਰੈਂਟਸ ਜਦੋਂ ਸਰਟੀਫਿਕੇਟ ਲਈ ਜਾਂਦੇ ਆ ਜਾਂ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ, ਅਸੀਂ ਸਰਵੇ ਕੀਤਾ, ਉਹਨਾਂ ਨੂੰ ਮੋਟੀਵੇਟ ਕੀਤਾ, ਘਰ ਜਾ ਕੇ ਪ੍ਰੇਰਨਾ ਦਿੱਤੀ, ਉਹ ਸਾਡਾ ਉਹਨਾਂ ਨੇ ਕਹਿਣਾ ਵੀ ਮੰਨਿਆ, ਜਿਹਦੇ ਵਿੱਚੋਂ ਕਾਫੀ ਸਾਨੂੰ ਸਾਰਥਕ ਜਿਹੜੇ ਨਤੀਜੇ ਆ ਉਹ ਵੀ ਮਿਲੇ। ਪਰ ਜ਼ਿਆਦਾਤਰ ਮੁਸ਼ਕਲ ਇੱਥੇ ਆਈ ਕਿ ਜਦੋਂ ਅਸੀਂ ਡਿਸਟ੍ਰਿਕਟ ਵਿੱਚ ਜ਼ਿਲ੍ਹੇ ਲੈਵਲ ਤੇ ਹਸਪੀਟਲ ਗਏ, ਉੱਥੇ ਸਾਨੂੰ ਇਹੋ ਸੁਣਨ ਨੂੰ ਮਿਲਦਾ ਫਿਰ ਕਿ ਡਾਕਟਰ ਇੱਥੇ ਅਵੇਲੇਬਲ ਨਹੀਂ, ਤੁਹਾਨੂੰ ਚੰਡੀਗੜ੍ਹ ਜਾਣਾ ਪਏਗਾ। ਜਿਸ ਕਾਰਨ ਮੇਰੇ ਜਿਹੜੇ 2 ਬੱਚੇ ਆ ਇਸ ਵਕਤ ਉਹ ਬੈੱਡ ਰਿਡਨ ਆ, ਉਹਨਾਂ ਦਾ ਟ੍ਰੀਟਮੈਂਟ ਵੀ ਹੋ ਸਕਦਾ, ਉਹ ਚੱਲ ਵੀ ਸਕਦੇ, ਪਰ ਉਹੀ ਫੈਸਿਲਿਟੀਜ਼ ਦੀ ਕਮੀ ਕਾਰਨ ਜੋ ਆ ਇੱਕ ਪੇਰੈਂਟਸ ਵਾਸਤੇ ਚੰਡੀਗੜ੍ਹ ਦਾ ਖਰਚਾ ਜੋ ਆ ਜਾਂ ਕੁਝ ਵੀ ਆ ਉਹ ਕਰਨਾ, ਦਿਹਾੜੀ ਭੰਨ ਕੇ ਜਾਣਾ ਬਹੁਤ ਮੁਸ਼ਕਲ ਆ। ਫਿਰ ਵੀ ਮੈਂ ਇੱਥੇ ਆਪਣੇ ਸਰ ਸ਼੍ਰੀ ਅਨੁਜ ਚੌਧਰੀ ਜੀ ਆ ਤਰਨਤਾਰਨ ਡਿਸਟ੍ਰਿਕਟ ਤੋਂ, ਉਹਨਾਂ ਦਾ ਧੰਨਵਾਦ ਕਰਾਂਗੀ ਕਿ ਮੇਰਾ ਇੱਕ ਬੱਚਾ ਜੋ ਹੈ, ਮੇਰੀ ਬੇਟੀ ਸੀ ਜਸਮੀਤ ਕੌਰ, ਜਿਵੇਂ ਕਿ ਸਰ ਉਹਨਾਂ ਨੇ ਹੁਣੇ ਕੁਐਸਚਨ ਦੱਸਿਆ ਕਿ ਆਪਾਂ ਪ੍ਰਾਈਵੇਟ ਜਦੋਂ ਬੱਚੇ ਨੂੰ ਪਾਉਨੇ ਆ ਤੇ ਉੱਥੇ ਵੀ ਫ੍ਰੀ ਐਜੂਕੇਸ਼ਨ ਦੇ ਸਕਦੇ ਆ। ਇਹ ਵੱਡੀ ਅਵੇਅਰਨੈਸ ਦੀ ਕਮੀ ਆ, ਕਿਉਂਕਿ ਉਸ ਬੇਟੀ ਨੂੰ ਮੈਂ ਪ੍ਰਾਈਵੇਟ ਸਕੂਲ ਤੋਂ ਲੈ ਕੇ ਆਈ ਸੀ ਤੇ ਜਦੋਂ ਲੈ ਕੇ ਆਈ ਸੀ ਬੜੀ ਮੁਸ਼ਕਲ ਨਾਲ ਅਸੀਂ ਉਧਰ ਉਹਦਾ ਖਰਚਾ ਪੂਰਾ ਕੀਤਾ, ਪੇ ਕੀਤਾ, ਫਿਰ ਅਸੀਂ ਸਰਕਾਰੀ ਵਿੱਚ ਉਹਨੂੰ ਲੈ ਕੇ ਆਏ। ਤੇ ਇਹ ਜਿਹੜੀਆਂ ਚੀਜ਼ਾਂ ਵਾ, ਇਹ ਅਵੇਅਰਨੈਸ ਕੈਂਪ ਆ ਜਿਵੇਂ ਕਿ ਸਟੱਡੀ ਬੇਸ ਤੇ ਲੱਗਦੇ ਆ, ਤੇ ਇਹ ਪਿੰਡਾਂ ਵਿੱਚ ਲੱਗਣੇ ਚਾਹੀਦੇ ਆ ਜਾਂ ਡਿਸਟ੍ਰਿਕਟ ਲੈਵਲ ਤੇ ਲੱਗਣੇ ਚਾਹੀਦੇ ਆ। ਕੁਝ ਚੀਜ਼ਾਂ ਜਿਹੜੀਆਂ ਸਾਡੇ ਹੱਥ ਵਿੱਚ ਨਹੀਂ ਆ, ਪਰ ਜੋ ਸਾਡੇ ਹੱਥ ਵਿੱਚ ਆ ਉਹ ਕੋਸ਼ਿਸ਼ ਕੀਤੀ ਕਰਨ ਦੀ। ਹੁਣ ਉਹ ਮੇਰੀ ਬੇਟੀ ਜਿਹੜੀ ਆ ਉਹਨੂੰ ਹੀਅਰਿੰਗ ਏਡ ਮਿਲ ਗਿਆ, ਉਹਨੂੰ ਸੁਣਨਾ ਸ਼ੁਰੂ ਹੋ ਗਿਆ, ਤੇ ਮੇਰੇ ਲਈ ਇੰਨੀ ਜ਼ਿਆਦਾ ਖੁਸ਼ੀ ਦੀ ਗੱਲ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਜਦੋਂ ਮੇਰੇ ਬੇਟੇ ਨੇ ਪਹਿਲੀ ਵਾਰ ਮੈਨੂੰ ਮਾਂ ਸ਼ਬਦ ਕਿਹਾ ਸੀ ਤੇ ਮੈਨੂੰ ਜਿੰਨੀ ਖੁਸ਼ੀ ਹੋਈ ਸੀ, ਅੱਜ ਉਹ ਬੇਟੀ 3-4 ਹਫ਼ਤਾ ਲਗਾਉਣ ਤੋਂ ਬਾਅਦ ਹੀਅਰਿੰਗ ਏਡ ਹੁਣ ਪਹਿਲਾ ਸ਼ਬਦ ਮੈਮ ਕਹਿਣਾ ਸਿੱਖ ਗਈ ਆ, ਤੇ ਮੈਂ ਇਹਨੂੰ ਬੜੀ ਵੱਡੀ ਪ੍ਰਾਪਤੀ ਜਾਂ ਕਹਿ ਲਓ ਕਿ ਖੁਸ਼ੀ ਸਮਝਦੀ ਆ। ਤੇ ਇਹਦੇ ਨਾਲ ਹੀ ਬਸ ਮੈਂ ਸਾਰੇ ਅਧਿਆਪਕ ਸਾਥੀਆਂ ਨੂੰ ਤੇ ਸਾਰਿਆਂ ਨੂੰ ਸੁਨੇਹਾ ਇਹੋ ਦੇਣਾ ਚਾਹੂੰਗੀ ਕਿ ਬੇਸ਼ੱਕ ਘੋਰ ਹਨੇਰਾ ਆਲੇ ਦੁਆਲੇ, ਪਰ ਚਾਨਣ ਸਾਡੇ ਸਾਹਮਣੇ, ਅਸੀਂ ਕੋਸ਼ਿਸ਼ ਕਰਦੇ ਰਹਿਣਾ। ਤੇ ਆਨੰਦ ਸਰ ਦਾ ਮੈਂ ਥੈਂਕ ਯੂ ਕਰਦੀ ਹਾਂ, ਬਹੁਤ ਬਹੁਤ ਥੈਂਕ ਯੂ। ਬਹੁਤ ਥੈਂਕ ਯੂ ਸਰ, ਥੈਂਕ ਯੂ ਬਹੁਤ ਜੀ। ਐਂਡ ਕੁਲਜੀਤ ਕੌਰ ਜੀ, ਜਿਹੜੇ ਤੁਹਾਡੇ 2 ਬੱਚੇ ਬੈੱਡ ਰਿਡਨ ਹੈਗੇ ਔਰ ਉਹਨਾਂ ਨੂੰ ਡਿਸੇਬਿਲਿਟੀ ਸਰਟੀਫਿਕੇਟ ਔਰ ਮੂਲ ਰੂਪ ਤੋਂ ਉਹਨਾਂ ਦੀਆਂ ਜਿਹੜੀਆਂ ਸੁਵਿਧਾਵਾਂ ਤੋਂ ਵਾਂਝੇ ਹੈਗੇ, ਉਹਨਾਂ ਵਾਸਤੇ ਤੁਸੀਂ ਇੱਕ ਪੈਟੀਸ਼ਨ ਆਪਣੇ ਜ਼ਿਲ੍ਹੇ ਦੇ ਸੈਸ਼ਨ ਜੱਜ ਦੇ ਕੋਲ ਜੀ ਸਰ ਥਰੂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਾਓ ਕਿ ਇਹ ਬੈੱਡ ਰਿਡਨ ਬੱਚੇ ਹੈਗੇ, ਉਹਨਾਂ ਦੇ ਪੈਰੈਂਟਸ ਦੇ ਆਧਾਰ ਕਾਰਡ ਨਾਲ ਲਗਾ ਕੇ ਔਰ ਉਹਨਾਂ ਬੱਚਿਆਂ ਦੇ ਬਰਥ ਸਰਟੀਫਿਕੇਟ ਨਾਲ ਲਗਾ ਕੇ ਤੁਸੀਂ ਇੱਕ ਪੈਟੀਸ਼ਨ ਪਾਓ ਕਿ ਸਾਨੂੰ ਸਿਵਲ ਹਸਪਤਾਲ ਨੂੰ ਇਹ ਕਿਹਾ ਜਾਵੇ ਕਿ ਇਹਨਾਂ ਦੀਆਂ ਸੁਵਿਧਾਵਾਂ ਜਿਹੜੇ ਸਰਟੀਫਿਕੇਟ ਹੈਗੇ ਇਹਨਾਂ ਨੂੰ ਇੱਥੇ ਦਿੱਤੇ ਜਾਣ, ਨਾ ਕਿ ਇਹ ਬੱਚੇ ਟਰੈਵਲ ਕਰਕੇ ਚੰਡੀਗੜ੍ਹ ਜਾਂ ਕਿਧਰੇ ਹੋਰ ਜਾਣਗੇ। ਮੈਨੂੰ ਉਮੀਦ ਹੈ, ਪੂਰੀ ਉਮੀਦ ਹੈ ਕਿ ਇਹ ਬੱਚਿਆਂ ਦੇ ਸਰਟੀਫਿਕੇਟ ਤੁਹਾਨੂੰ, ਮੇਰੇ ਕੋਲ ਜਲੰਧਰ ਵਿੱਚ ਇਸ ਤਰ੍ਹਾਂ ਦਾ ਇੱਕ ਕੇਸ ਸੀਗਾ ਔਰ ਉਹ ਅਸੀਂ ਇਸੇ ਤਰ੍ਹਾਂ ਹਾਸਲ ਕੀਤਾ ਸੀਗਾ ਕਿਉਂਕਿ ਉਹ ਪੈਰੈਂਟਸ ਅਸਮਰਥ ਸੀਗੇ ਔਰ ਉਹ ਸਿਵਲ ਹਸਪਤਾਲ ਦੀ ਟੀਮ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਹੈਗਾ।
ਇਹ ਸਾਡਾ ਹੱਕ ਹੈਗਾ ਹੈ। ਇਸ ਹੱਕ ਨੂੰ ਤੁਸੀਂ ਇਸ ਤਰ੍ਹਾਂ, ਅਗਰ ਤੁਹਾਨੂੰ ਕੋਈ ਪ੍ਰੋਬਲਮ ਆਵੇ, ਤੁਹਾਨੂੰ ਕੋਈ ਇਸ਼ੂ ਆਵੇ, ਮੇਰਾ ਨੰਬਰ ਤੁਹਾਨੂੰ ਐਡਮਿਨ ਸਰਕਲੋਂ ਮਿਲ ਜਾਏਗਾ, ਤੁਸੀਂ ਜੀ। ਮੇਰੇ ਨਾਲ ਸੰਪਰਕ ਕਰ ਲੈਣਾ। ਉੱਥੋਂ ਦੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵਾਸਤੇ ਕੁਝ ਕਹਿਣੇ ਦੀ ਗੱਲਬਾਤ ਲੋੜ ਹੋਈ, ਉਹ ਵੀ ਮੈਂ ਆਪਣੀ ਤਰਫੋਂ ਉਹਨਾਂ ਨੂੰ ਕਹਿ ਕੇ ਤੇ ਔਰ ਤੁਹਾਡੀ ਪਟੀਸ਼ਨ ਪਵਾ ਕੇ ਔਰ ਸਿਵਲ ਸਰਜਨ ਨੂੰ ਆਰਡਰਸ ਹੋਣ ਕਿ ਇਹ ਬੱਚਿਆਂ ਦੇ ਡਿਸੇਬਿਲਿਟੀ ਸਰਟੀਫਿਕੇਟਸ ਇਹਨਾਂ ਦੇ ਘਰ ਹੀ ਮੁਹੱਈਆ ਕਰਾਏ ਜਾਣ ਐਸ ਪਰ RPWD ਐਕਟ 2016। ਇੱਕ ਥੋੜਾ ਜਿਹਾ ਇੱਥੇ ਹੋਰ ਇੱਕ ਐਡ ਕਰਦੇ ਹਾਂ, ਸਾਡੇ ਬੱਚਿਆਂ ਨੂੰ ਓਪਨ ਸਕੂਲ ਉੱਤੇ ਕੋਈ ਵੀ ਜਾਣਕਾਰੀਆਂ ਜਾਂ ਪੈਰੈਂਟਸ ਨੂੰ ਅਵੇਅਰਨੈਸ ਨਹੀਂ ਹੈਗੀ ਹੈ। ਮੈਂ ਆਪਣੇ ਅੱਜ ਦੇ ਦੋਨੋਂ ਵਕਤਾ ਦਵਿੰਦਰ ਜੀ ਨੂੰ ਔਰ ਰਾਜੀ ਨੂੰ ਜੀ ਨੂੰ ਕਹਾਂਗਾ ਕਿ ਇਹਦੇ ਉੱਤੇ ਜ਼ਰੂਰ ਚਾਨਣਾ ਪਾਓ। ਪੈਰੈਂਟਸ ਸਪੈਸ਼ਲ ਸਕੂਲਾਂ 'ਚ ਭੇਜ ਦਿੰਦੇ ਹੈ, ਪਾਉਣਾ ਸਪੈਸ਼ਲ ਮੁਬਾਰਕ ਹੈ ਉਹਨਾਂ ਨੂੰ, ਬਟ ਦੂਜੀ ਚੌਥੀ ਛੇਵੀਂ 8ਵੀਂ ਕਲਾਸ ਕਰਾਉਣੀ ਵੀ ਬਹੁਤ ਜ਼ਰੂਰੀ ਹੈਗੀ ਹੈ, ਕਿਉਂਕਿ ਸਾਨੂੰ ਰਿਜ਼ਰਵੇਸ਼ਨਾਂ ਮਿਲ ਚੁੱਕੀਆਂ ਹੈਗੀਆਂ। ਅਸੀਂ ਰਿਜ਼ਰਵੇਸ਼ਨਾਂ ਦਾ ਤਾਂ ਹੀ ਫਾਇਦਾ ਉਠਾ ਪਾਵਾਂਗੇ। ਅੱਜ ਅਸੀਂ ਸ਼ੁਰੂਆਤ ਕਰਾਂਗੇ ਤੇ ਸਾਨੂੰ 12 ਸਾਲਾਂ ਬਾਅਦ ਇਹਨਾਂ ਬੱਚਿਆਂ ਨੂੰ ਅਸੀਂ ਉਹ ਜਾ ਕੇ ਰਿਜ਼ਰਵੇਸ਼ਨਾਂ ਦਾ ਬੈਨੀਫਿਟ ਲੈ ਸਕਾਂਗੇ। ਥੈਂਕ ਯੂ ਸੋ ਮਚ। ਬਿਲਕੁਲ ਸਰ, ਅਗਲਾ ਸਵਾਲ ਵੀ ਸਾਡਾ ਇਹੀ ਹੈ ਕਿ ਇਹਨਾਂ ਬੱਚਿਆਂ ਦੇ ਮਾਪਿਆਂ ਲਈ ਕੀ ਸੁਝਾਅ ਹੋ ਸਕਦੇ ਨੇ ਕਿ ਉਹ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨ ਤੇ ਕਿਸ ਤਰ੍ਹਾਂ ਦੀ ਅਵੇਅਰਨੈਸ ਦੀ ਉਹਨਾਂ ਨੂੰ ਲੋੜ ਹੈ। ਡਾਕਟਰ ਦਵਿੰਦਰ ਜੀ, ਸਪੈਸ਼ਲ ਐਜੂਕੇਟਰ, ਤੇ ਰਾਜੂ ਜੀ। ਜੀ ਸੁਖਜੀਵਨ ਜੀ, ਇੱਥੇ ਅਸੀਂ ਮਾਪਿਆਂ ਨੂੰ ਸਿਰਫ ਇੱਕੋ ਹੀ ਮੇਨ ਸੁਨੇਹਾ ਦੇਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਆਪਣੇ ਬੱਚੇ ਬਾਰੇ ਵੀ ਉਹਨੂੰ ਕੀ ਦਿੱਕਤ ਹੈ ਜਾਂ ਕੀ ਉਹਨੂੰ ਸਮੱਸਿਆ ਹੈ, ਉਹਦਾ ਜਾਣਨਾ ਬਹੁਤ ਜ਼ਰੂਰੀ ਹੈ। ਸਾਡੇ ਪੰਜਾਬ ਦੇ ਵਿੱਚ ਜਿਵੇਂ ਕਿ ਆਨੰਦ ਜੀ ਵੀ ਕਹਿ ਚੁੱਕੇ ਹੈ, ਸਾਡੇ ਦਵਿੰਦਰ ਜੀ ਵੀ ਕਹਿ ਚੁੱਕੇ ਹੈ, ਪੰਜਾਬ ਦੇ ਵਿੱਚ ਮੇਨ ਜੋ ਰੀਜ਼ਨ ਹੈ ਉਹ ਇਹ ਹੈ ਕਿ ਅਵੇਅਰਨੈਸ ਦੀ ਘਾਟ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ। ਇੱਥੇ ਅਵੇਅਰਨੈਸ ਈਵਨ ਹਾਲਾਂਕਿ ਪੇਰੈਂਟਸ ਨੂੰ ਇਹ ਨਹੀਂ ਪਤਾ, ਕਈ ਪੇਰੈਂਟਸ ਨੂੰ, ਕਿ ਮੇਰੇ ਬੱਚੇ ਨੂੰ ਪ੍ਰੋਬਲਮ ਕੀ ਹੈ। ਸੋ ਸਰਕਾਰ ਲੈਵਲ ਤੇ ਵੀ ਇਹ ਵਿਸ਼ੇਸ਼ ਉਪਰਾਲਾ ਹੋਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਜਿਹੜੇ ਆ ਅਵੇਅਰਨੈਸ ਕੈਂਪ ਮੀਡੀਆ ਰਾਹੀਂ ਜਾਂ ਵਰਚੁਅਲ ਮੀਟਿੰਗਸ ਰਾਹੀਂ, ਫੇਸ ਟੂ ਫੇਸ, ਪਬਲਿਕਲੀ, ਜਿਵੇਂ ਮਰਜ਼ੀ, ਕਿ ਵੱਧ ਤੋਂ ਵੱਧ ਜਿਹੜੀ ਅਵੇਅਰਨੈਸ ਹੈ ਉਹ ਸਰਕਾਰ ਲੈਵਲ ਤੇ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਜਦ ਪੇਰੈਂਟਸ ਨੂੰ ਪਤਾ ਲੱਗ ਜਾਏਗਾ ਕਿ ਮੇਰੇ ਬੱਚੇ ਨੂੰ ਕੀ ਦਿੱਕਤ ਹੈ, ਜਾਂ ਆਪਾਂ ਟੈਕਨੀਕਲ ਟਰਮ ਦੇ ਵਿੱਚ ਕਹੀਏ ਕਿ ਬੱਚੇ ਦਾ ਅਰਲੀ ਡਾਇਗਨੋਸ ਹੋ ਗਿਆ, ਤਾਂ ਆਪਾਂ ਉਨੀ ਜਲਦੀ ਹੀ ਉਸ ਤੇ ਵਰਕ ਕਰਨਾ ਸ਼ੁਰੂ ਕਰ ਦਾਂਗੇ ਜਿਹੜੀ ਬੱਚੇ ਨੂੰ ਸਮੱਸਿਆ ਆ ਰਹੀ ਹੈ। ਮਾਪਿਆਂ ਲਈ ਜਦ ਅਵੇਅਰਨੈਸ ਹੋਏਗੀ ਕਿ ਮੇਰੇ ਹੱਕ ਕੀ ਹੈ, ਜਾਂ ਮੈਂ ਕੀ ਕਰ ਸਕਦਾ, ਜਾਂ ਮੈਂ ਕਿੱਥੇ ਜਾ ਸਕਦਾ, ਕਿਹੜੇ ਐਕਸਪਰਟਿਜ਼ ਨੂੰ ਮੈਂ ਮਿਲ ਸਕਦਾ, ਜਦੋਂ ਸਾਰਾ ਕੁਝ ਪਤਾ ਹੋਏਗਾ ਤੇ ਮਾਪਿਆਂ ਲਈ ਜਿਹੜੀ ਸਿੱਖਿਆ ਜਾਂ ਜਿਹੜੀ ਮੈਡੀਕਲ ਸਰਵਿਸਿਜ਼ ਜਾਂ ਕੋਈ ਵੀ ਫਾਈਨੈਂਸ਼ੀਅਲ ਸਰਵਿਸਿਜ਼ ਜਿਹੜੀ ਹੈ ਜੋ ਕਿ ਬੱਚੇ ਦਾ ਅਧਿਕਾਰ ਹੈ ਕਿਤੇ ਨਾ ਕਿਤੇ, ਤਾਂ ਉਹ ਲੈਣ ਦੇ ਵਿੱਚ ਉਹਨਾਂ ਨੂੰ ਵੀ ਕੋਈ ਜਿਹੜੀ ਬਹੁਤੀ ਸਮੱਸਿਆ ਨਹੀਂ ਹੋਏਗੀ। ਸੋ ਇਹਦੇ ਤੇ ਮਾਪਿਆਂ ਨੂੰ ਵੱਧ ਤੋਂ ਵੱਧ, ਜਿਹਨਾਂ ਫੈਮਿਲੀ 'ਚ ਹੈਗੇ ਉਹਨਾਂ ਦੀ ਵੀ ਇੱਕ ਡਿਊਟੀ ਹੋਣੀ ਚਾਹੀਦੀ ਹੈ ਇੱਕ ਤਰ੍ਹਾਂ ਦੀ, ਕਿ ਉਹ ਵੀ ਆਪਣੇ ਆਲੇ ਦੁਆਲੇ 'ਚ ਜਿਹੜੀ ਹੈ ਉਹ ਡਿਸੇਬਿਲਿਟੀ ਬਾਰੇ ਜਿਹੜੀ ਹੈ ਉਹ ਅਵੇਅਰਨੈਸ ਜਾਂ ਜਿਹੜੀ ਸਰਵਿਸਿਜ਼ ਹੈ ਜੋ ਉਹਨਾਂ ਨੂੰ ਪਤਾ ਹੈ। ਜਿਵੇਂ ਕਿ ਸਾਡੇ ਵਕਤਾ ਸਰਦਾਰ ਅਮਰਜੀਤ ਸਿੰਘ ਆਨੰਦ ਜੀ ਹੈ, ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਆਪਣੀ ਬੇਟੀ ਵੀ ਹੈ, ਪਰ ਉਹਨਾਂ ਨੇ ਜੋ ਅਵੇਅਰਨੈਸ ਦਾ ਕੰਮ ਜੋ ਆਪਣੇ ਪੱਧਰ ਤੇ ਕਰ ਰਹੇ ਨੇ, ਜੀ ਬਿਲਕੁਲ, ਬੀਇੰਗ ਆਪਾਂ ਪੇਰੈਂਟਸ ਹੀ ਮੰਨ ਲੈਂਦੇ ਆ, ਐਡਵਾਈਜ਼ਰੀ ਬੋਰਡ ਚਲੋ ਬਾਅਦ ਚ ਆਏ ਹੈ ਮੈਂਬਰ, ਪਰ ਉਹਨਾਂ ਨੇ ਸ਼ੁਰੂਆਤ ਜਿਹੜੀ ਹੈ ਉਹ ਆਪਣੇ ਘਰੋਂ ਕੀਤੀ ਹੈ। ਸੋ ਇਸੇ ਤਰੀਕੇ ਨਾਲ ਹਰ ਪੇਰੈਂਟਸ ਜੇ ਆਨੰਦ ਜੀ ਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਦੂਰ ਨਹੀਂ ਹੈ ਕਿ ਜਦੋਂ ਆਪਾਂ ਇਸ ਸੈਕਟਰ ਦੇ ਵਿੱਚ ਜਿਹੜਾ ਆਪਾਂ ਕਹਿ ਰਹੇ ਕਿ ਸਮਾਨਤਾ ਦਾ ਅਧਿਕਾਰ ਹੈ ਉਹ ਵੀ ਜਿਹੜਾ ਮਿਲਣਾ ਕੋਈ ਬਹੁਤ ਔਖੀ ਗੱਲ ਨਹੀਂ ਹੈ। ਤੇ ਬਾਕੀ ਮੈਂ ਦਵਿੰਦਰ ਜੀ ਨੂੰ हैंडओवर करांगा, जे ਇਹਦੇ ਵਿੱਚ ਕੋਈ ਐਡ ਉਹਨੂੰ ਕਰਨਾ ਚਾਹते हैं ਤਾਂ ਦਵਿੰਦਰ ਜੀ। जी दविंदर जी, बिल्कुल राजू जी, सहमत हूं मैं आपकी बात से। ਜੇ ਆਪਾਂ ਗੱਲ ਕਰੀਏ ਕਿ ਵੀ ਅਧਿਕਾਰਾਂ ਨੂੰ ਪਹਿਚਾਣ ਲਈ ਮਾਪਿਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਤੇ ਇਸ ਦੇ ਨਾਲ ਸਮਾਜ ਦਾ ਵੀ ਸਾਥ ਦੇਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਸਮਾਜ ਤੇ ਪਰਿਵਾਰ ਦੋਨੋਂ ਇਕੱਠੇ ਰਲ ਕੇ ਕੰਮ ਨਹੀਂ ਕਰਦੇ ਉਦੋਂ ਤੱਕ ਆਪਾਂ ਕਿਸੇ ਵੀ ਅਚੀਵਮੈਂਟ ਨੂੰ ਬੱਚਿਆਂ ਲਈ ਹਾਸਿਲ ਨਹੀਂ ਕਰ ਸਕਦੇ। ਇਸ ਦੇ ਨਾਲ ਜਿਵੇਂ ਆਨੰਦ ਸਾਹਿਬ ਕਹਿ ਰਹੇ ਸੀ ਵੀ ਸਾਡੇ ਕੋਲੇ ਸਰਟੀਫਿਕੇਟ ਲਈ ਮਾਹਿਰਾਂ ਦੀ ਘਾਟ ਹੈ, ਉਸ ਲਈ ਵੀ ਸਾਨੂੰ ਕੰਮ ਕਰਨਾ ਚਾਹੀਦਾ ਹੈ।
ਪਰ ਸਭ ਤੋਂ ਪਹਿਲਾਂ ਜੇ ਆਪਾਂ ਕਿਸੇ ਬੱਚੇ ਨੇ ਉਹਦੇ ਅਧਿਕਾਰ ਦਿਵਾਉਣੇ ਨੇ ਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਉਸ ਲਈ ਇੱਕ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹਦਾ ਡਿਸੇਬਿਲਿਟੀ ਸਰਟੀਫਿਕੇਟ ਹੈ ਜਾਂ UDID ਕਾਰਡ ਹੈ, ਉਹ ਹੋਣਾ ਬਹੁਤ ਜ਼ਰੂਰੀ ਹੈ। ਜਦ ਤੱਕ ਉਹ ਬੱਚਾ ਉਸ ਕਾਰਡ ਨੂੰ ਹਾਸਿਲ ਨਹੀਂ ਕਰਦਾ ਜਾਂ ਆਪਣੀ ਡਿਸੇਬਿਲਿਟੀ ਦੀ ਪਹਿਚਾਣ ਨੂੰ ਹਾਸਿਲ ਨਹੀਂ ਕਰਦਾ ਉਦੋਂ ਤੱਕ ਆਪਾਂ ਉਸ ਨੂੰ ਸਰਕਾਰ ਵੱਲੋਂ ਜਾਰੀ ਜਿਹੜੇ ਵੀ ਉਹਦੇ ਅਧਿਕਾਰ ਹੈ ਉਹਨਾਂ ਨੂੰ ਦਿਵਾਉਣ ਵਿੱਚ ਅਸਮਰਥ ਰਹਿੰਦੇ ਆ। ਉਹ ਬਹੁਤ ਜ਼ਰੂਰੀ ਹੈ। ਜੀ ਵਿਕਰਮ ਸਰ। ਹਾਂਜੀ ਦਵਿੰਦਰ ਸਰ, ਤੁਹਾਡੇ ਨਾਲ ਇੱਕ ਮੇਰਾ ਸਵਾਲ ਹੈ। ਤੁਸੀਂ ਕੀ ਸੋਚਦੇ ਹੋ ਕਿ ਆਮ ਲੋਕ ਇਹਨਾਂ ਬੱਚਿਆਂ ਪ੍ਰਤੀ ਜੋ ਆਪਣੀ ਸੰਵੇਦਨਾ ਹੈ ਉਹ ਕਿੱਦਾਂ ਪ੍ਰਗਟ ਕਰਨ? ਕਿਸ ਰੂਪ ਵਿੱਚ ਇਹਨਾਂ ਬੱਚਿਆਂ ਦੇ ਹੈਲਪਿੰਗ ਹੈਂਡ ਬਣ ਕਿ ਜੋ ਲੋਕ ਨੇ ਇਹਨਾਂ ਨੂੰ ਸਿੰਪਥੀ ਨਾਲ ਦੇਖਣ ਕਿ ਐਮਪਥੀ ਨਾਲ ਦੇਖਣ? ਕੀ ਸੋਚਦੇ ਹੋ ਤੁਸੀਂ? ਬਿਲਕੁਲ ਵਿਕਰਮ ਜੀ, ਜੇ ਆਪਾਂ ਗੱਲ ਕਰੀਏ, ਦੋ ਸ਼ਬਦ ਨੇ, ਸਹਾਨੁਭੂਤੀ ਤੇ ਅਨੁਭੂਤੀ। ਜਿਵੇਂ ਇੰਪੈਥੀ ਤੇ ਸਿੰਪੈਥੀ ਦੀ ਗੱਲ ਕਰਦੇ ਹਾਂ, ਸਿੰਪੈਥੀ ਦੇ ਨਾਲ ਆਪਾਂ ਆਮ ਤੌਰ ਤੇ ਦੇਖਦੇ ਹਾਂ ਵੀ ਜੇ ਆਪਾਂ ਬਾਜ਼ਾਰ 'ਚ ਵਿਚਰ ਰਹੇ ਹਾਂ ਤਾਂ ਕੋਈ ਆਪਾਂ ਦੇਖਿਆ, ਆਪਾਂ ਨੂੰ 10 ਰੁਪਏ ਫੜਾਤੇ ਤੇ ਉਹ ਆਪਾਂ ਉਹਨੂੰ ਇੱਕ ਜਰੀਆ ਬਣਾਤਾ ਵੀ ਉਹ ਭਿੱਖ ਮੰਗਣਾ ਸ਼ੁਰੂ ਕਰਤਾ ਉਹਨੇ। ਜੇ ਆਪਾਂ ਅਨੁਭੂਤੀ ਦੀ ਗੱਲ ਕਰੀਏ, ਇੰਪੈਥੀ ਦੇ ਨਾਲ ਗੱਲ ਕਰੀਏ ਤੇ ਇੰਪੈਥੀ ਤਾਂ ਇਹ ਹੋਊਗੀ ਕਿ ਜੇ ਆਪਾਂ ਉਹਨੂੰ ਰੋਜ਼ਗਾਰ ਦਾ ਕੋਈ ਜਰੀਆ ਦੇ ਦਈਏ। ਹੋ ਸਕਦਾ ਹੈ ਜੇ ਆਪਾਂ ਉਹਨੂੰ ਕੋਈ ਹੋਰ ਕੰਮ, ਛੋਟਾ ਮੋਟਾ ਕੰਮ ਹੈ, ਜਾਂ ਉਹਨੂੰ ਆਪਾਂ ਰਲ ਕੇ ਸਮਾਜ ਵੱਲੋਂ ਕੋਈ ਵੇਟਿੰਗ ਮਸ਼ੀਨ ਦੇ ਦਈਏ ਜਿਸ ਨਾਲ ਉਹ ਵਜ਼ਨ ਕਰ ਸਕੇ, ਜਾਂ ਕਿਸੇ ਥਾਂ ਤੇ ਬੈਠ ਕੇ ਜਿੱਥੇ ਨਾਲ ਉਹ ਵਜ਼ਨ ਕਰਕੇ, ਜਾਂ ਉਹ ਛੋਟਾ ਮੋਟਾ ਰੋਜ਼ਗਾਰ ਦਾ ਕੋਈ ਜਰੀਆ ਉਹਨੂੰ ਦੇ ਸਕੀਏ ਜਿਹਦੇ ਨਾਲ ਉਹ ਆਪਣਾ ਮਤਲਬ ਪੂਰਾ ਜੀਵਨ ਉਸ ਦੇ ਨਾਲ ਕੱਟ ਸਕੇ। ਇੱਕ ਆਪਾਂ ਜੇ ਸਹਾਨੁਭੂਤੀ ਦੇ ਆਧਾਰ ਤੇ ਆਪਾਂ ਉਹਦੀ ਹੈਲਪ ਕਰ ਸਕਦੇ ਹਾਂ, ਬਟ ਜੇ ਆਪਾਂ ਉਹਨੂੰ ਰੋਜ਼ਗਾਰ ਦੇ ਵੱਲ ਥੋੜਾ ਜਿਹਾ ਅੱਗੇ ਵਧਾਤਾ ਤੇ ਆਪਾਂ ਉਹਨੂੰ ਪੂਰੀ ਜ਼ਿੰਦਗੀ ਦੀ ਰੋਟੀ ਦੇਤੀ। ਜੇ ਮੈਂ ਬਠਿੰਡੇ ਦੀ ਗੱਲ ਕਰਾਂ, ਸਾਡੇ ਕੋਲੇ 2 ਬੱਚੇ ਅਜੇ ਨੇ ਜਿਨ੍ਹਾਂ ਨੂੰ ਅਸੀਂ ਪਲੇਸਮੈਂਟ ਕੀਤਾ, ਜਿਹੜੇ +2 ਪਾਸ ਕਰ ਗਏ ਸੀ ਤੇ ਜੋ ਹੁਣ ਉਹ ਪ੍ਰਾਈਵੇਟ ਐਜੂਕੇਸ਼ਨ ਰਾਹੀਂ ਜਾਂ ਡਿਸਟੈਂਸ ਐਜੂਕੇਸ਼ਨ ਰਾਹੀਂ ਆਪਣੀ BA ਵੀ ਕੰਪਲੀਟ ਕਰ ਰਹੇ ਆ, ਪਰ ਉਹਦੇ ਨਾਲ ਉਹ ਅੱਡ ਕੰਮ ਵੀ ਕਰ ਰਹੇ ਆ। 2 ਬੱਚੇ ਇਹ ਜਿਹੇ ਨੇ ਜਿਹੜੇ ਸਾਈਕਲ ਦੀ ਦੁਕਾਨ ਤੇ ਕੰਮ ਕਰ ਰਹੇ। ਸਾਈਕਲ ਦਾ ਕੰਮ ਇੱਕ ਇਹੋ ਜਿਹਾ ਕੰਮ ਨਹੀਂ ਜਿਹਦੇ 'ਚ ਜ਼ਿਆਦਾ ਕੋਈ ਮਤਲਬ ਮੋਡੀਫਿਕੇਸ਼ਨ ਨਹੀਂ ਹੁੰਦੇ, ਉਹ ਕੰਮ ਕਰ ਸਕਦਾ ਹੈ। ਇਸੇ ਤਰ੍ਹਾਂ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਹੈ, ਜਾਂ ਫਿਰ ਇਹ ਜੇ ਕੰਮ ਜਿਨ੍ਹਾਂ ਵਿੱਚ ਕੋਈ ਜ਼ਿਆਦਾ ਮਤਲਬ ਬਾਰ-ਬਾਰ ਚੇਂਜ ਨਹੀਂ ਹੁੰਦੇ, ਉਸ ਤਰ੍ਹਾਂ ਦੇ ਕੰਮ ਅਸੀਂ ਬੱਚਿਆਂ ਨੂੰ ਸਿਖਾ ਸਕਦੇ ਹਾਂ। ਇਹਦੇ ਨਾਲ ਜਿਹੜਾ ਸਮਾਜ ਹੈ ਸਾਡਾ, ਉਹਦਾ ਬਹੁਤ ਵੱਡਾ ਰੋਲ ਹੈ ਕਿ ਜਿਹੜੇ ਪੈਰੈਂਟਸ ਨੇ ਉਹ ਉਸ ਬੱਚੇ ਨੂੰ ਆਪਣੇ ਨਾਲ, ਜਿਹੜੇ ਪਰਿਵਾਰਿਕ ਫੰਕਸ਼ਨ ਹੁੰਦੇ ਨੇ, ਆਪਣੇ ਸ਼ਾਦੀ ਵਿਆਹ ਦੇ ਜਿਹੜੇ ਫੰਕਸ਼ਨ ਹੁੰਦੇ ਨੇ, ਸਮਾਜ 'ਚ, ਬਾਜ਼ਾਰ 'ਚ ਕੋਈ ਸਮਾਨ ਲੈਣ ਜਾਂਦੇ ਉਦੋਂ ਬੱਚੇ ਨੂੰ ਨਾਲ ਲੈ ਕੇ ਜਾਣ, ਤਾਂ ਕਿ ਬੱਚਾ ਵੀ ਸਮਾਜ ਦੇ ਨਾਲ ਵਿਚਰ ਸਕੇ ਤੇ ਉਹ ਆਪਣੇ ਆਸੇ-ਪਾਸੇ ਵਾਲੀ ਜਿਹੜੀ ਜ਼ਿੰਦਗੀ ਹੈ, ਸਮਾਜਿਕ ਜ਼ਿੰਦਗੀ ਹੈ, ਉਹਨੂੰ ਦੇਖਣ ਦਾ ਨਜ਼ਰੀਆ ਬਦਲ ਸਕੇ। ਜੇ ਉਹ ਘਰ 'ਚ ਹੀ ਰਹੂਗਾ, ਜੇ ਉਹਨੇ ਘਰ 'ਚ ਹੀ ਰਹਿਣਾ ਹੈ, ਘਰ 'ਚ ਰਹਿ ਕੇ ਉਹ ਸਿਰਫ 5 ਮੈਂਬਰਾਂ ਬਾਰੇ ਹੀ ਜਾਣ ਸਕੇਗਾ। ਲੇਕਿਨ ਜਦੋਂ ਉਹ ਬਾਹਰ ਵਿਚਰੇਗਾ, ਬਾਹਰ ਵਿਚਰਨ ਕਰਕੇ ਉਹ ਸਮਾਜ ਦੇ ਬਹੁਤ ਸਾਰੇ ਲੋਕਾਂ ਨੂੰ ਜਾਣੂਗਾ, ਬਾਜ਼ਾਰ ਦੀ ਬਹੁਤ ਸਾਰੀ ਐਕਟੀਵਿਟੀ ਨੂੰ ਦੇਖੂਗਾ, ਸਟੇਸ਼ਨ ਦੀ ਐਕਟੀਵਿਟੀ ਨੂੰ ਦੇਖੂਗਾ। ਇਹਦੇ ਨਾਲ ਬਹੁਤ ਸਾਰੇ ਜਿਹੜੇ ਰਿਸ਼ਤੇ ਨਾਤੇ ਹੈ, ਜਿਹੜੇ ਹੋਰ ਸਮਾਜਿਕ ਲੋਕ ਨੇ, ਉਹਨਾਂ ਨਾਲ ਵਿਚਰਨ ਦੀ ਕੋਸ਼ਿਸ਼ ਕਰੂਗਾ, ਗੱਲ ਕਰਨ ਦੀ ਕੋਸ਼ਿਸ਼ ਕਰੂਗਾ, ਜਿਸ ਨਾਲ ਸਮਾਜਿਕ ਅਵੇਅਰਨੈਸ ਵੀ ਵਧੂਗੀ ਤੇ ਉਸ ਬੱਚੇ ਦੇ ਅਧਿਕਾਰਾਂ ਪ੍ਰਤੀ ਵੀ ਆਪਾਂ ਬਹੁਤ ਸੁਚੇਤ ਹੋ ਕੇ ਕੰਮ ਕਰ ਸਕਾਂਗੇ। ਜੀ, ਤੁਹਾਡੇ ਕਹਿਣ ਦਾ ਮਤਲਬ ਪੇਰੈਂਟਸ ਨੇ ਜੋ ਉਹ ਇਸ ਚੀਜ਼ 'ਚ ਸ਼ਰਮ ਬਿਲਕੁਲ ਸਰ, ਤੇ ਆਪਣੇ ਬੱਚੇ ਨਾਲ ਨਾਲ ਹਾਂਜੀ, ਉਹਨੂੰ ਸਿੰਪੈਥਿਕਲੀ ਨਾ ਲੈ ਕੇ ਇੱਕ ਇੰਪੈਥੀ ਲੈਣੀ ਹੈ ਕਿ ਵੀ ਜੇ ਅਸੀਂ ਅੱਜ ਇਹਨੂੰ ਟ੍ਰੈਂਡ ਕਰਾਂਗੇ ਤਾਂ ਹੀ ਇਹ ਬੱਚਾ ਕਾਮਯਾਬ ਹੋ ਕੇ ਆਪਣੇ ਸਮਾਜ ਵਿੱਚ ਆਪਣਾ ਕਦਮ ਅੱਗੇ ਵਧਾ ਸਕੇਗਾ। ਜੀ, ਕੋਈ ਸਵਾਲ ਹੋਰ ਹੈਗਾ ਤਾਂ ਸੁਖਜੀਵਨ ਲੈ ਲਓ। ਜੀ ਸਰ, ਬਸ ਇਹੀ ਸਾਡਾ ਆਖਰੀ ਸਵਾਲ ਸੀ ਤੇ ਇਹਦੇ ਨਾਲ ਹੀ ਮਿਲਦੀ ਗੱਲ ਬਸ ਇਹ ਹੈ ਕਿ ਕੀ ਸਿੱਖਿਆ ਖੇਤਰ ਦੇ ਵਿੱਚ ਇਸ ਤਰ੍ਹਾਂ ਦਾ ਕਿਤੇ ਸੁਵਿਧਾ ਹੈ ਕਿ ਇਹਨਾਂ ਬੱਚਿਆਂ ਨੂੰ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਜਿੱਤਣ ਲਈ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੋਵੇ, ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਰਾਹ ਦਿੱਤੇ ਜਾਂਦੇ ਹੋਣ, ਕੁਝ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੋਵੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਬਲਬੂਤੇ ਦੇ ਉੱਪਰ ਅੱਗੇ ਵਧ ਸਕਣ? ਜੀ ਸਰ, ਮੈਂ ਇੱਥੇ ਗੱਲ ਕਰਾਂਗਾ। ਲੁਧਿਆਣਾ 'ਚ ਵੋਕੇਸ਼ਨਲ ਰੀਹੈਬਿਲਿਟੇਸ਼ਨ ਸੈਂਟਰ ਗਵਰਨਮੈਂਟ ਵੱਲੋਂ ਚਲਾਏ ਜਾ ਰਹੇ ਨੇ, ਜਿੱਥੇ ਆਪਾਂ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਛੋਟੇ-ਮੋਟੇ ਕੰਮ, ਜਿਵੇਂ ਵੈਲਡਿੰਗ ਦਾ ਕੰਮ ਹੈ, ਕਾਰਪੈਂਟਰ ਦਾ ਕੰਮ ਹੈ, ਹੌਜਰੀ ਦਾ ਕੰਮ ਹੈ, ਜਾਂ ਫਿਰ ਮਤਲਬ ਬੇਕਰੀ ਦਾ ਕੰਮ ਹੈ, ਆਈਸਕ੍ਰੀਮ ਪਾਰਲਰ ਦਾ ਕੰਮ ਹੈ, ਇਹ ਜਿਹੇ ਕੰਮਾਂ ਦੇ ਲਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸ਼ੋਰਟ ਟਰਮ ਟ੍ਰੇਨਿੰਗ ਨੇ, ਜਿੱਥੇ ਰਹਿਣ ਖਾਣ ਦਾ ਖਰਚਾ ਵੀ ਸੈਂਟਰ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਹੈ। ਉੱਥੇ ਸਭ ਤੋਂ ਵੱਡੀ ਗੱਲ ਹੈ, ਪਰ ਉਹਨਾਂ ਦੀ ਇੱਕ ਕੰਡੀਸ਼ਨ ਹੈ ਕਿ ਵੀ IQ ਦਾ ਇੱਕ ਸਰਟੀਫਿਕੇਟ, ਜਿਹੜਾ ਅਸੀਂ ਗੱਲ ਕਰ ਰਹੇ ਹਾਂ, ਆਨੰਦ ਸਾਹਿਬ ਨੇ ਵੀ ਗੱਲ ਕੀਤੀ, ਸਾਡੇ ਕੋਲ ਇੰਨੇ ਸੋਰਸਿਸ ਨਹੀਂ ਵੀ IQ ਦਾ ਆਪਾਂ ਸਿਸਟਮ ਡਿਵੈਲਪ ਕਰ ਸਕੀਏ, ਪਰ ਉਹਨਾਂ ਕੋਲ ਇਸ ਤਰ੍ਹਾਂ ਦਾ ਸਿਸਟਮ ਹੈ ਵੀ ਜੇ ਬੱਚੇ ਕੋਲ ਸਰਟੀਫਿਕੇਟ ਹੈ ਜਾਂ ਫਿਰ ਉਹ ਥੋੜੀ ਬਹੁਤ ਐਜੂਕੇਸ਼ਨ ਹੈ, ਸਾਖਰ ਦੀ ਮਤਲਬ ਆਪਣੀ ਪਹਿਚਾਣ ਕਰ ਸਕਦਾ ਹੈ, ਆਪਣੇ ਆਪ ਨੂੰ ਸੰਭਾਲ ਸਕਦਾ ਹੈ, ਆਪਣੀ ਐਕਟੀਵਿਟੀ ਆਫ ਡੇਲੀ ਲਿਵਿੰਗ ਉਹ ਕੰਪਲੀਟ ਕਰ ਸਕਦਾ ਹੈ, ਤਾਂ ਉਹਨੂੰ
ਉਹ ਬੱਚਾ ਉੱਥੇ ਟ੍ਰੇਨਿੰਗ ਜਾ ਕਰਕੇ ਬਿਲਕੁਲ ਫ੍ਰੀ ਟ੍ਰੇਨਿੰਗ ਹੈ ਉਹ ਲੈ ਸਕਦਾ ਹੈ। ਉਹ ਵੋਕੇਸ਼ਨਲ ਦਾ ਇੱਕ ਬਹੁਤ ਵੱਡਾ ਉਪਰਾਲਾ। ਇਸ ਦੇ ਨਾਲ ਮੈਂ ਗੱਲ ਕਰਾਂਗਾ ਆਪਣੇ ਬਹੁਤ ਸਾਰੇ ਕਾਰਪੋਰੇਟ ਘਰਾਣੇ ਇਹੋ ਜਿਹੇ ਨੇ ਜਾਂ ਫੈਕਟਰੀਆਂ ਇਹੋ ਜਿਹੀਆਂ ਨੇ, ਜਾਂ ਮੈਂ ਇੱਥੇ ਗੱਲ ਕਰਾਂਗਾ ਕਿ ਸਾਡੇ ਕੋਲੇ ਬਹੁਤ ਸਾਰੇ ਪ੍ਰੋਗਰਾਮ ਇਹੋ ਜਿਹੇ ਨੇ ਗਵਰਨਮੈਂਟ ਦੇ ਜਿਨ੍ਹਾਂ ਵਿੱਚ ਡੈਫ ਬੱਚਿਆਂ ਨੂੰ ਬਹੁਤ ਜਲਦੀ ਇੰਪਲੋਇਮੈਂਟ ਦੇ ਨਜ਼ਰੀਏ ਨਾਲ ਲਿੱਤਾ ਜਾਂਦਾ ਹੈ, ਜਾਂ ਸੈਰਬਰਲ ਪਾਲਿਸੀ ਦੇ ਬੱਚੇ ਜਿਹੜੇ ਕਿ ਫਿਜ਼ੀਕਲੀ ਥੋੜੇ ਜਿਹੇ ਫਿੱਟ ਹੁੰਦੇ ਨੇ ਉਹਨਾਂ ਨੂੰ ਲਿੱਤਾ ਜਾਂਦਾ ਹੈ। ਇਸ ਵਿੱਚ ਉਹ ਬਹੁਤ ਜਲਦੀ ਇੰਪਲੋਇਮੈਂਟ ਵਾਸਤੇ ਤਿਆਰ ਹੋ ਸਕਦੇ ਨੇ। ਇੱਕ ਇੱਥੇ ਉਦਾਹਰਣ ਮੈਂ ਦੇਣਾ ਚਾਹਾਂਗਾ ਕਿ ਵੀ ਹੁਣ ਜਿਵੇਂ ਪਹਿਲਾਂ ਇੱਕ ਬਹੁਤ ਲੰਬੀ ਲੜਾਈ ਲੜੀ ਹੈ ਕਿਸੇ ਨੇ ਕਿ ਉਹ IAS ਦੀ ਪੋਸਟ ਤੱਕ ਵੀ ਪਹੁੰਚਿਆ, ਇੱਕ ਬਲਾਈਂਡ ਮਤਲਬ ਜਿਹੜੀ ਕੁੜੀ ਹੈ ਵਿਰਾਦੀ, ਉਹ IAS ਬਣ ਕੇ ਤਿਆਰ ਹੋਈ ਹੈ ਤੇ ਉਹ ਬਹੁਤ ਜ਼ਿਆਦਾ ਮਤਲਬ ਇੱਕ ਬਹੁਤ ਵੱਡਾ ਉਪਰਾਲਾ ਹੈ। ਤੇ ਜ਼ਰੂਰਤ ਹੈ ਕਿ ਜਦੋਂ ਤੱਕ ਪੈਰੈਂਟਸ ਆਪਣੇ ਮਤਲਬ ਬੱਚੇ ਦੀ ਕਾਬਲੀਅਤ ਨੂੰ ਪਹਿਚਾਣ ਕੇ ਉਹਦਾ ਸਾਥ ਨਹੀਂ ਦੇਣਗੇ ਉਦੋਂ ਤੱਕ ਆਪਾਂ ਇਸ ਅਚੀਵਮੈਂਟ ਜਾਂ ਇਸ ਮੁਕਾਮ ਨੂੰ ਹਾਸਿਲ ਨਹੀਂ ਕਰ ਸਕਦੇ। ਆਪਾਂ ਜਿਹੜੇ ਪੈਰੈਂਟਸ ਨੇ, ਜਿਹੜੇ ਸਮਾਜ ਹੈ, ਜੋ ਸੋਸਾਇਟੀ ਹੈ, ਉਸ ਨੂੰ ਉਸ ਬੱਚਿਆਂ ਦੀ ਆਵਾਜ਼ ਬਣਨਾ ਹੀ ਪਏਗਾ। ਇਹ ਬਹੁਤ ਜ਼ਰੂਰੀ ਹੈ। ਜੀ ਜੀ ਸ਼ੁਕਰੀਆ ਕੋਈ ਸਰ। ਹੋਰ ਤੇ ਸਵਾਲ? ਸਾਡੇ ਨਾਲ ਜਿਹੜੇ ਸਾਥੀ ਜੁੜੇ ਨੇ, ਜੇਕਰ ਉਹਨਾਂ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਕਰ ਸਕਦੇ ਨੇ। ਤੇ ਅੰਤ ਦੇ ਵਿੱਚ ਅਸੀਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਦੀ ਟਿੱਪਣੀ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਵਿਕਰਮ ਜੀ, ਮੈਂ ਥੋੜਾ ਜਿਹਾ ਇੱਥੇ ਐਡ ਕਰ ਦਿਆਂ। ਮੇਰੀ ਭੈਣ ਕੁਲਜੀਤ ਕੌਰ ਜੀ ਗੱਲ ਕਰ ਰਹੇ ਸੀ ਜਿਹੜੇ 2 ਬੱਚਿਆਂ ਦੀ, ਉਹਨਾਂ ਨੂੰ ਜਿਹੜਾ ਡਿਸਟ੍ਰਿਕਟ ਸੈਸ਼ਨ ਕੋਰਟ ਕੋਲ ਐਪਲੀਕੇਸ਼ਨ ਲਗਾਣੀ ਹੈ ਐਜ਼ ਏ ਡਿਸੇਬਿਲਿਟੀ ਕੋਰਟ। ਹਰ ਡਿਸਟ੍ਰਿਕਟ ਵਿੱਚ ਸਾਡੇ ਕੋਲ ਡਿਸੇਬਿਲਿਟੀ ਕੋਰਟਸ ਹੈਗੀਆਂ, ਔਰ ਉਹਦੇ ਵਾਸਤੇ ਤੁਹਾਨੂੰ ਕੋਈ ਵਕੀਲ ਕਰਨ ਦੀ ਲੋੜ ਨਹੀਂ ਹੈਗੀ ਹੈ। ਵਕੀਲ ਤੁਹਾਨੂੰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫ੍ਰੀ ਪ੍ਰੋਵਾਈਡ ਕਰੇਗੀ, ਔਰ ਆਪਣੀ ਐਪਲੀਕੇਸ਼ਨ ਨੂੰ ਜਿਸ ਤਰ੍ਹਾਂ ਕਿ ਸਿਵਲ ਹਸਪਤਾਲ ਤੋਂ ਉਹਨਾਂ ਕੋਲੋਂ ਰੈਫਰ ਕਰਾ ਲਓ ਕਿ ਇਸ ਬੱਚੇ ਨੂੰ ਅੰਮ੍ਰਿਤਸਰ ਲੈ ਜਾਓ, ਔਰ ਉਸ ਨੂੰ ਚੈਲੰਜ ਕਰ ਦਿਓ ਡਿਸਟ੍ਰਿਕਟ ਕੋਰਟ ਦੇ ਵਿੱਚ, ਔਰ ਉਹ ਤੁਹਾਨੂੰ ਤੁਹਾਡੀਆਂ ਜਿਹੜੀ ਸੁਵਿਧਾ ਹੈਗੀ ਹੈ, ਔਰ ਡਿਸਟ੍ਰਿਕਟ ਕੋਰਟ ਦਾ ਕੰਮ ਹੈਗਾ ਕਿ ਤੁਹਾਡੇ ਘਰ ਆ ਕੇ ਡਾਕਟਰ ਉਸ ਬੱਚਿਆਂ ਨੂੰ ਡਿਸੇਬਿਲਿਟੀ ਸਰਟੀਫਿਕੇਟ ਦੇਣਗੇ ਐਜ਼ ਅ ਡਿਸਟ੍ਰਿਕਟ ਕੋਰਟ। ਇਹ ਮਤਲਬ ਡਿਸੇਬਿਲਿਟੀ ਕੋਰਟ। ਜੀ ਸ਼ੁਕਰੀਆ ਸਰ। ਜੀ ਹਾਂਜੀ, ਕਿਸੇ ਸਾਥੀ ਦਾ ਕੋਈ ਸਵਾਲ ਹੈ ਤਾਂ ਕਰ ਸਕਦਾ ਹੈ। ਸੁਖਜੀਵਨ ਜੀ, ਇੱਕ ਮੈਂ ਆਨੰਦ ਸਰ ਤੋਂ ਥੋੜੇ ਸ਼ਾਰਟ ਦੇ ਵਿੱਚ ਇੱਕ ਜੀ ਪੁੱਛਣਾ ਚਾਹੁੰਦਾ ਸੀ ਮੈਂ ਕੁਐਸਚਨ। ਆਨੰਦ ਸਰ, ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਹਾਡੀ ਇੱਕ ਬੇਟੀ ਹੈ ਡਾਊਨ ਸਿੰਡਰੋਮ, ਜੋ ਕਿ ਇੱਕ ਡਿਸੇਬਿਲਿਟੀ ਦੀ ਕਿਸਮ ਹੈ, ਸੋ ਉਹਨੂੰ ਪਾਲਣ ਦੇ ਵਿੱਚ ਤੁਹਾਨੂੰ ਲਾਈਫ ਦੇ ਵਿੱਚ ਅੱਗੇ ਵਧਾਉਣ ਦੇ ਵਿੱਚ ਕੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ, ਤੇ ਉਹਨਾਂ ਪ੍ਰੋਬਲਮਸ ਨੂੰ, ਮੁਸ਼ਕਲਾਂ ਨੂੰ ਤੁਸੀਂ ਕਿੱਦਾਂ ਟੈਕਲ ਕੀਤਾ? ਕਾਈਂਡਲੀ ਇਹਦੇ ਉੱਤੇ ਥੋੜਾ ਜਿਹਾ ਮੈਨੂੰ ਦੱਸੋ ਜੀ। ਦੇਖੋ, ਸਾਡੇ ਕੋਲ ਉਸ ਵੇਲੇ ਸਰਵ ਸਿੱਖਿਆ ਅਭਿਆਨ ਨਹੀਂ ਸੀਗਾ, ਸਾਡੇ ਕੋਲ ਰਿਸੋਰਸ ਪਰਸਨ, ਸਾਡੇ ਕੋਲ ਸਪੈਸ਼ਲ ਐਜੂਕੇਟਰਸ ਬੜੇ ਲਿਮਟਿਡ ਜਿਹੇ ਹੁੰਦੇ ਸੀਗੇ। ਅਸੀਂ 500 ਘੰਟਾ ਪਰ ਆਵਰ ਦਾ ਬੱਚੇ ਦੀ ਫਿਜ਼ੀਓਥੈਰੇਪੀ ਉੱਤੇ ਦਿੱਤਾ, ਕਿਉਂਕਿ ਉਹ ਜਿਸ ਵੇਲੇ ਪੈਦਾ ਹੋਈ ਤੇ ਉਹਦੀ ਡਾਕਟਰ ਨੇ ਉਹਨੂੰ ਇੱਕ ਕੀ ਕਹਿੰਦੇ ਆ ਪਲਸਤਰ ਚੜਾ ਦਿੱਤਾ ਉਹਦੀ ਚੈਸਟ ਦੇ ਉੱਪਰ, ਔਰ ਉਹਦੇ ਨਾਲ ਕੀ ਹੋਇਆ, ਉਹਦੀ ਬੈਕਬੋਨ ਜਿਹੜੀ ਸੀ ਕਰਵ ਵਿੱਚ ਆ ਗਈ ਸੀ। ਮੈਨੂੰ ਉਹਨੂੰ ਸਹੀ ਕਰਦਿਆਂ 3 ਸਾਲ ਲੱਗ ਗਏ। ਅਸੀਂ ਡੇਲੀ ਫਿਜ਼ੀਓਥੈਰੇਪੀ 3 ਸਾਲ ਤੱਕ ਉਹਨੂੰ ਕਰਵਾ ਕੇ ਤੇ ਉਹਦੀ ਉਹ ਬੈਕਬੋਨ ਸਿੱਧੀ ਕੀਤੀ ਤਾਂ ਕਿ ਉਹ ਬੱਚਾ ਆਪਣੇ ਜੋਗਾ ਆਪ ਖੜਾ ਹੋ ਸਕੇ, ਨਹੀਂ ਤਾਂ ਉਹ ਇੱਕ ਫੁੱਟਬਾਲ ਬਣੀ ਹੋਈ ਸੀਗੀ। ਔਰ ਉਹਦੇ ਬਾਅਦ ਫਿਰ ਮੈਂ ਇਹਨੂੰ, ਸਾਡੇ ਕੋਲ ਜਿਹੜੇ ਸਪੈਸ਼ਲ ਸਕੂਲ ਸੀਗੇ, ਅਵੇਅਰਨੈਸ ਬਹੁਤ ਘੱਟ ਸੀ ਕਿ ਮੈਂ ਬਿਜ਼ਨਸ ਵਿੱਚ ਸੀਗਾ, ਵਾਈਫ ਮੇਰੀ ਹਾਊਸ ਵਾਈਫ ਸੀਗੀ, ਬਟ ਸਟਿਲ ਬੱਚੇ ਦੇ ਉੱਤੇ ਧਿਆਨ ਦਿੰਦੇ ਹੋਇਆ ਅਸੀਂ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਸੀਗੇ ਅਸੀਂ ਕੀਤਾ। ਪਰ ਇਸ ਵੇਲੇ ਮੇਰੀ ਬੇਟੀ ਅਸੀਂ ਆਪਣਾ ਪੈਰੈਂਟਸ ਦਾ ਪਹਿਲਾ ਪੰਜਾਬ ਦਾ ਪੈਰੈਂਟਸ ਰਨ ਵੋਕੇਸ਼ਨਲ ਸੈਂਟਰ, ਸਕਿੱਲ ਡਿਵੈਲਪਮੈਂਟ ਵੋਕੇਸ਼ਨਲ ਸੈਂਟਰ ਤਿਆਰ ਕੀਤਾ ਹੈਗਾ, ਜਿਹੜੀ ਕਿ ਸਾਨੂੰ ਕਿਸੇ ਨੇ 4 ਕਰੋੜ ਰੁਪਏ ਦੀ ਜ਼ਮੀਨ, 2 ਕਨਾਲ ਜ਼ਮੀਨ ਸ਼ਹਿਰ ਦੇ ਅੰਦਰ, ਜਲੰਧਰ ਸ਼ਹਿਰ ਵਿੱਚ ਸਾਨੂੰ ਕਿਸੇ ਨੇ ਦਿੱਤੀ ਹੈਗੀ। ਉਹਦੇ ਉੱਤੇ ਅਸੀਂ 7000 ਸਕੁਆਇਰ ਫੁੱਟ ਏਰੀਆ ਕਵਰ ਕਰਕੇ ਇੱਕ ਬਿਲਡਿੰਗ ਵੋਕੇਸ਼ਨਲ ਸੈਂਟਰ ਬਣਾਇਆ, 2 ਵੋਕੇਸ਼ਨਲ ਰੂਮ ਬਣਾਇਆ, 25 ਬੱਚਿਆਂ ਦੇ 50 ਬੱਚਿਆਂ ਦੀ ਕੈਪੈਸਿਟੀ ਹੈਗੀ ਹੈ, ਔਰ ਇੱਕ ਵੋਕੇਸ਼ਨਲ ਲੈਬ ਬਣਾਈ ਹੈ ਜਿੱਥੇ ਅਸੀਂ ਬਹੁਤ ਜਲਦੀ ਇੱਕ ਬੇਕਰੀ ਯੂਨਿਟ, ਜਿਹਦੇ ਵਿੱਚ ਅਸੀਂ ਮਿਲਟਸ ਤੇ ਜਿਹੜੇ ਕਿ ਸਾਡੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਵੀਟ ਨਾ ਦਿੱਤੀ ਜਾਏ, ਰਾਈਸ ਨਾ ਦਿੱਤੀ ਜਾਏ, ਕਿਉਂਕਿ ਉਹ ਇਹਨਾਂ ਦੇ ਦਿਮਾਗ ਡਲ ਕਰਦੀ ਹੈਗੀ ਹੈ, ਜਿਹੜੀ ਰਿਸਰਚ ਕਹਿੰਦੀ ਹੈ, ਔਰ ਇਹਨਾਂ ਨੂੰ ਮਿਲਟਸ ਦੇ ਪ੍ਰੋਡਕਟ ਦਿੱਤੇ ਜਾਏ, ਮਿਲਟਸ ਦਾ ਆਟਾ ਦਿੱਤਾ ਜਾਏ, ਮਿਲਟਸ ਦਾ ਦਲੀਆ ਦਿੱਤਾ ਜਾਏ, ਮਿਲਟਸ ਦੇ
ਪ੍ਰੋਡਕਟ ਤੇ ਉਹ ਮਿਲਟਸ ਦੇ ਅਸੀਂ ਬਿਸਕਿਟਸ ਬਣਾਉਣ ਵਾਸਤੇ ਅਸੀਂ ਇਹਨਾਂ ਬੱਚਿਆਂ ਦੇ ਰਾਹੀਂ ਸ਼ੁਰੂ ਕਰ ਰਹੇ ਹੈਗੇ ਹਾਂ। ਬਹੁਤ ਜਲਦੀ ਵਾਹਿਗੁਰੂ ਨੇ ਮਿਹਰ ਕੀਤੀ ਤੇ 22 ਅਪ੍ਰੈਲ ਤੱਕ ਅਸੀਂ ਉਹ ਯੂਨਿਟ ਸਾਡਾ ਸ਼ੁਰੂ ਹੋ ਜਾਏਗਾ ਜੀ। ਔਰ ਇਸ ਵੇਲੇ ਬੇਟੀ ਉੱਥੇ ਜਾਂਦੀ ਹੈਗੀ ਹੈ, ਆਪਣੇ ਆਪ ਉਹਨੂੰ ਸਵੇਰੇ ਤਿਆਰ ਹੋ ਜਾਂਦੀ ਹੈ। ਇਸ ਵੇਲੇ ਮੇਰੀ ਬੇਟੀ 36 ਸਾਲ ਦੀ ਹੋ ਗਈ ਹੈਗੀ ਔਰ ਆਪਣੇ ਆਪ ਹੀ ਸਾਰਾ ਆਪਣੇ ਕੰਮ ਆਪ ਸੰਭਾਲਦੀ ਹੈਗੀ ਔਰ ਬਹੁਤ ਅੱਛੀ ਡਾਂਸ ਪਰਫਾਰਮਰ ਹੈਗੀ ਉਹ। ਬਹੁਤ ਅੱਛਾ, ਜੀ ਬਹੁਤ ਅੱਛਾ, ਸ਼ੁਕਰੀਆ ਬਹੁਤ ਅੱਛਾ। ਜੀ ਕੁਲਦੀਪ ਸਰ। ਹਾਂ, ਇੱਕ ਸਵਾਲ ਫੇਸਬੁੱਕ ਤੇ ਵੀ ਆਇਆ ਹੈ ਕਿ 8ਵੀਂ ਪਾਸ ਦਿਮਾਗੀ ਤੌਰ ਤੇ ਘੱਟ ਵਿਕਸਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਹਾਈ ਸੈਕੰਡਰੀ ਸਕੂਲਾਂ ਦੇ ਵਿੱਚ AI ਅਧਿਆਪਕ ਦੀ ਤੈਨਾਤੀ ਦਾ ਪ੍ਰਬੰਧ ਕਿਉਂ ਨਹੀਂ? ਗੁਰਮੇਲ ਬੇਗਾ ਜੀ ਨੇ ਸਵਾਲ ਉਠਾਇਆ। ਇਹਦਾ ਜਵਾਬ ਪਲੀਜ਼ ਕੋਈ ਦੇ ਸਕਦਾ ਤੁਹਾਡੇ ਚੋਂ? ਰਾਜੂ ਸਰ। ਸਰ ਜਿਹੜਾ ਸੈਕੰਡਰੀ ਸਕੂਲ ਦੇ ਵਿੱਚ ਸਪੈਸ਼ਲ ਐਜੂਕੇਟਰ ਦੀ ਗੱਲ, ਜਿਹੜੀ ਸਿੱਖਿਆ ਦੀ ਗੱਲ ਚੱਲਦੀ ਹੈ, ਇਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ RT ਐਕਟ ਜਾਂ RPWD ਐਕਟ ਦੇ ਅਕੋਰਡਿੰਗ ਜਿਹੜਾ ਹੈਗਾ 8:1 ਦੀ ਰੇਸ਼ੋ ਦੇ ਨਾਲ ਜਿਹੜਾ ਹੈਗਾ ਉਹ ਸਕੂਲਾਂ ਦੇ ਵਿੱਚ ਸਪੈਸ਼ਲ ਐਜੂਕੇਟਰ ਜਿਹੜਾ ਉਹ ਹੋਣਾ ਚਾਹੀਦਾ ਹੈ। ਯਾਨੀ 8 ਬੱਚਿਆਂ ਦੇ ਉੱਤੇ ਇੱਕ ਸਪੈਸ਼ਲ ਐਜੂਕੇਟਰ ਜਿਹੜਾ ਹੈਗਾ। ਪਰੰਤੂ ਇਹ ਮਸਲਾ ਜਿਹੜਾ ਹੈਗਾ ਇਹ ਸਰਕਾਰ ਲੈਵਲ ਦਾ ਮਸਲਾ ਹੈ। ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਰਿਕਰੂਟਮੈਂਟ ਜਿਹੜੀ ਹੈਗੀ ਹੈ ਉਹ ਸਰਕਾਰ ਨੇ ਕਰਨੀ ਹੈ, ਸਕੂਲ ਰਿਕਰੂਟ ਨਹੀਂ ਕਰਦਾ। ਇਸ ਕਰਕੇ ਰਿਕਰੂਟਮੈਂਟ ਦਾ ਮਸਲਾ ਜਿਹੜਾ ਇਹ ਪੰਜਾਬ ਸਰਕਾਰ ਤੱਕ ਸਾਨੂੰ ਆਪਣੇ ਬੱਚੇ ਦੇ ਹੱਕਾਂ ਲਈ ਲੜਨਾ ਪਏਗਾ, ਸਰਕਾਰ ਨੂੰ ਜਗਾਉਣਾ ਪਏਗਾ। ਜਿਹੜੀ ਸਰਕਾਰ ਸੁੱਤੀ ਪਈ ਹੈ, ਇਹਨਾਂ ਦੇ ਹੱਕ ਦਿਵਾਉਣ ਲਈ ਸਾਨੂੰ ਲੜਾਈ ਲੜਨੀ ਪੈਣੀ ਹੈ ਜੀ। ਇਸ ਕਰਕੇ ਆਪਾਂ ਇਹੀ ਕਵਾਂਗੇ ਕਿ ਆਪਾਂ ਸਾਰੇ ਟੀਮ ਵਰਕ ਦੇ ਤੌਰ ਤੇ ਜਿਹੜੇ NGOs ਹੈ ਜਾਂ ਕੋਈ ਪੇਰੈਂਟਸ ਹੈ, ਸਾਨੂੰ ਟੀਮ ਵਰਕ ਤੇ ਜਿਹੜਾ ਹੈਗਾ ਹੈ, ਜਿਵੇਂ ਸਾਡੇ ਵਿੱਚ ਆਨੰਦ ਜੀ ਬੈਠੇ ਆ, ਆਪਾਂ ਇਹਨਾਂ ਦੀ ਕੋਈ ਵਧੀਆ ਐਡਵੋਕੇਸੀ ਦੇ ਹੈਲਪ ਲੈ ਸਕਦੇ ਹਾਂ। ਰਲ ਮਿਲ ਕੇ ਸਾਨੂੰ ਜਿਹੜਾ ਹੈ ਉਹ ਸਾਰਿਆਂ ਨੂੰ ਹੀ ਲੜਾਈ ਹੈ ਆਪਣੇ ਬੱਚਿਆਂ ਲਈ, ਹੱਕਾਂ ਲਈ ਲੜਨੀ ਪੈਣੀ ਜੀ। ਆਨੰਦ ਸਰ, ਇੱਕ ਸਵਾਲ ਮੈਂ ਤੁਹਾਨੂੰ ਹੋਰ ਕਰਨਾ ਚਾਹੁੰਦਾ, ਪੁੱਛਣਾ ਚਾਹੁੰਦਾ ਤੁਹਾਡੇ ਤੋਂ। ਉਹ ਇਹ ਹੈ ਕਿ ਸਾਡੇ ਕੋਲੇ ਬਹੁਤ ਸਾਰੇ ਧਾਰਮਿਕ ਅਦਾਰੇ ਨੇ, ਉਹਨਾਂ ਦੇ ਬਹੁਤ ਵੱਡੇ ਵੱਡੇ ਬਜਟ ਨੇ। ਸ਼੍ਰੋਮਣੀ ਕਮੇਟੀ ਹੈ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਉਹਦਾ ਅਰਬਾਂ ਖਰਬਾਂ ਰੁਪਏ ਦਾ ਬਜਟ ਹੈ। ਕੀ ਅਸੀਂ ਉਹਨਾਂ ਨੂੰ ਕਦੇ ਮੋਟੀਵੇਟ ਨਹੀਂ ਕਰ ਸਕੇ ਜਾਂ ਦੱਸ ਨਹੀਂ ਸਕੇ, ਜਾਂ ਉਹਨਾਂ ਦਾ ਕੋਈ ਇੰਟਰਸਟ ਨਹੀਂ ਇਸ ਗੱਲ ਦੇ ਵਿੱਚ ਕਿ ਉਹ ਇਸ ਕੰਮ ਦੇ ਵਿੱਚ ਸਾਡੀ ਕੋਈ ਹੈਲਪ ਕਰ ਸਕਣ, ਜਾਂ ਇਹੋ ਜਿਹੇ ਕੋਈ ਹੋਰ ਅਦਾਰਿਆਂ ਦੇ ਵਿੱਚ ਇਹਨਾਂ ਨੇ ਕਾਹਤੋਂ ਨਹੀਂ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਵਰਕ ਕੀਤਾ, ਜਾਂ ਆਪਾਂ ਇਹਨਾਂ ਨੂੰ ਕਾਹਤੋਂ ਇਨਵੋਲਵ ਨਹੀਂ ਕਰ ਸਕੇ ਇਹਨਾਂ ਕੰਮਾਂ ਦੇ ਵਿੱਚ? ਸਰ, ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਏਗੀ ਔਰ ਮੈਨੂੰ ਦੱਸ ਕੇ ਅੱਛਾ ਲੱਗ ਰਿਹਾ ਹੈਗਾ ਕਿ ਸਾਡੇ ਮੌਜੂਦਾ ਲੋਕਲ ਗਵਰਨਮੈਂਟ ਜਿਹੜੀ ਮਿਨਿਸਟਰ ਹੈਗੇ ਡਾਕਟਰ ਇੰਦਰਜੀਤ ਸਿੰਘ ਜੀ ਨਿੱਜਰ ਜੀ, ਜਿਹੜੇ ਕਿ ਚੀਫ ਖਾਲਸਾ ਦੀਵਾਨ ਜੀ, ਸਿੱਖ ਪੰਥ ਦੀ ਦੂਸਰੇ ਨੰਬਰ ਦੀ SGPC ਦੇ ਬਾਅਦ ਸੰਸਥਾਨ ਦੀ ਹੈ, ਜਿਨ੍ਹਾਂ ਦੇ ਲਗਭਗ ਮੇਰਾ ਖਿਆਲ ਨਾ ਕਰਦਿਆਂ ਤੇ 2.5 ਲੱਖ ਤੋਂ ਉੱਪਰ ਬੱਚਾ ਉਹਨਾਂ ਦੇ ਇੰਸਟੀਟਿਊਸ਼ਨਾਂ, ਗੁਰੂ ਹਰਕ੍ਰਿਸ਼ਨ ਸਾਹਿਬ ਇੰਸਟੀਟਿਊਸ਼ਨਾਂ ਦੇ ਵਿੱਚ ਪੜ ਰਿਹਾ ਹੈਗਾ ਜੀ। ਦਾਸ ਨੂੰ ਮੇਰੇ ਫਾਦਰ ਦੀ ਜਗ੍ਹਾ ਤੇ, ਮੇਰੇ ਫਾਦਰ ਚੀਫ ਖਾਲਸਾ ਦੀਵਾਨ ਦੇ ਪਾਰਟੀਸ਼ਨ ਤੋਂ ਪਹਿਲੇ ਤੇ ਮੈਂਬਰ ਸੀਗੇ ਔਰ ਮੇਰੇ ਫਾਦਰ ਦੇ ਜਾਣ ਦੇ ਬਾਅਦ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ ਮੈਂਬਰਸ਼ਿਪ ਮਿਲੀ, ਜਿਹੜੀ ਕਿ ਮੈਨੂੰ ਪਿਛਲੇ ਕੋਈ 6 ਮਹੀਨੇ ਪਹਿਲੇ ਮੈਨੂੰ ਮੈਂਬਰਸ਼ਿਪ ਇਹਨਾਂ ਨੇ ਦਿੱਤੀ। ਔਰ ਮੇਰਾ ਪਹਿਲੀ ਮੁਲਾਕਾਤ ਤੇ ਹੀ ਡਾਕਟਰ ਇੰਦਰਜੀਤ ਸਿੰਘ ਜੀ ਮੌਜੂਦਾ ਪ੍ਰਧਾਨ ਜਿਹੜੇ ਹੈਗੇ, ਉਹਨਾਂ ਨੂੰ ਇਹੀ ਕਿਹਾ ਗਿਆ ਕਿ ਮੈਨੂੰ ਸੇਵਾਵਾਂ ਦੇ ਦਿਓ ਤੁਸੀਂ ਸਾਡੇ ਸਕੂਲਾਂ ਦੀਆਂ, ਤਾਂ ਕਿ ਮੈਂ ਜਿੱਥੇ ਜਿੱਥੇ ਸਪੈਸ਼ਲ ਬੱਚੇ ਪੜ ਰਹੇ ਹੈਗੇ ਮੈਂ ਉਹਨਾਂ ਵਾਸਤੇ ਕੁਝ ਕਰਕੇ ਤੁਹਾਨੂੰ ਸਪੈਸ਼ਲ ਐਜੂਕੇਟਰਸ, ਮੈਨੂੰ ਹੁਣ ਫੋਨ ਆਣੇ ਸ਼ੁਰੂ ਹੋ ਗਏ ਹੈਗੇ ਕਿ ਮੈਨੂੰ ਜਿਹੜਾ ਚੀਫ ਖਾਲਸਾ ਦੀਵਾਨ ਦਾ ਕਪੂਰਥਲੇ ਦਾ ਸਕੂਲ ਹੈਗਾ ਗੁਰੂ ਹਰਕ੍ਰਿਸ਼ਨ ਸਾਹਿਬ, ਉਹਨਾਂ ਨੂੰ ਸਪੈਸ਼ਲ ਐਜੂਕੇਟਰ ਦੀ ਲੋੜ ਹੈਗੀ ਹੈ। ਹੁਸ਼ਿਆਰਪੁਰ ਵਾਲੇ ਸਕੂਲ ਨੂੰ ਵੀ ਲੋੜ ਹੈਗੀ ਹੈ। ਇਸ ਤਰ੍ਹਾਂ ਹੋਰ ਵੀ ਸਕੂਲਾਂ ਨੂੰ ਜਿੱਥੇ ਬੱਚਿਆਂ ਦੀ ਗਿਣਤੀ ਆ ਰਹੀ ਹੈਗੀ ਸਪੈਸ਼ਲ ਬੱਚਿਆਂ ਦੀ, ਉੱਥੇ ਉਹਨਾਂ ਲੋੜਾਂ ਉੱਤੇ ਮੈਂ ਪੂਰੇ ਯਤਨ ਕਰਾਂਗਾ। ਔਰ ਮੈਂ ਆਪਣੀ ਤਰਫੋਂ ਦਿੱਲੀ ਪਬਲਿਕ ਸਕੂਲ ਔਰ ਕੈਂਬਰਿਜ ਸਕੂਲ, ਇਹਨਾਂ ਦੀਆਂ ਮੈਨੇਜਮੈਂਟਸ ਨਾਲ ਵੀ ਮੀਟਿੰਗਾਂ ਕੀਤੀਆਂ ਹੈਗੀਆਂ ਕਿ ਤੁਸੀਂ ਆਪਣੇ ਔਰ ਆਪਣੇ DCs ਨੂੰ ਵੀ ਕਿਹਾ ਹੈਗਾ, ਆਪਣੇ DEOs ਨੂੰ ਵੀ ਕਿਹਾ ਹੈਗਾ ਕਿ ਇਹਨਾਂ ਇੰਸਟੀਟਿਊਸ਼ਨਾਂ ਦੇ ਬਾਹਰ ਬੋਰਡ ਲਗਾਓ ਕਿ ਅਸੀਂ ਬੱਚਿਆਂ ਨੂੰ, ਸਪੈਸ਼ਲ ਬੱਚਿਆਂ ਨੂੰ ਐਡਮਿਸ਼ਨ ਦੇਣੇ ਹਾਂ, ਔਰ ਜਿਨ੍ਹਾਂ ਕੋਲ ਐਜੂਕੇਟਰਸ ਦੀ ਕਮੀ ਹੈਗੀ ਹੈ ਅਸੀਂ ਤੁਹਾਨੂੰ ਐਜੂਕੇਟਰ ਪ੍ਰੋਵਾਈਡ ਕਰਾਂਗੇ। ਰੱਖਣਾ ਨਾ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਦੀ ਸੈਲਰੀ ਜਿਹੜੀ ਪੈਕੇਜ ਹੈ, ਜੋ ਕੁਝ ਵੀ ਹੈ, ਉਹ ਇਹਨਾਂ ਨੇ ਵਰਕਆਊਟ ਕਰਨਾ ਹੈਗਾ।
ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨਾਲ ਨਹੀਂ ਕੋਈ ਤਾਲਮੇਲ ਹੋ ਕੇ ਤੇ ਹੋਇਆ? ਇਹਨਾਂ ਕੋਲ ਸਰ ਬਹੁਤ ਵੱਡੇ ਬਜਟ ਨੇ। ਸਰ ਸ਼੍ਰੋਮਣੀ ਕਮੇਟੀ ਦਾ ਸਾਰਿਆਂ ਨੂੰ ਪਤਾ ਹੈਗਾ, ਜਿਹੜਾ ਸਿਸਟਮ ਹੈਗਾ ਉਹਨਾਂ ਦਾ ਉਹ ਬਹੁਤਾ ਕੋਈ ਕ੍ਰਿਸਟਲ ਕਲੀਅਰ ਨਹੀਂ ਹੈਗਾ। ਮੈਨੂੰ ਅਫਸੋਸ ਲੱਗਦਾ ਹੈ ਕਹਿਣ ਵਿੱਚ ਕਿ ਜਦੋਂ ਵੀ ਅਕਾਲੀ ਸਰਕਾਰ ਇੱਥੇ ਰਹੀ ਹੈਗੀ ਹੈ ਉਸ ਵੇਲੇ ਮੈਂ ਬੜੇ ਯਤਨ ਕੀਤੇ ਸੁਖਬੀਰ ਬਾਦਲ ਜੀ ਨਾਲ, ਪਰ ਉਹ ਖਾਲੀ ਸਾਨੂੰ ਲੋਲੀਪੌਪ ਹੀ ਮਿਲਦੀ ਸੀਗੀ, ਹੋਰ ਕੁਝ ਨਹੀਂ। ਠੀਕ ਹੈ ਜੀ। ਹੋਰ ਕੋਈ ਸਵਾਲ ਤਾਂ ਨਹੀਂ ਕਿਸੇ ਦੋਸਤ ਦਾ? ਫਿਰ ਆਪਾਂ ਇਹਨੂੰ ਕਲੋਜ਼ ਕਰੀਏ ਅੱਜ ਦੇ ਸਮਾਗਮ ਨੂੰ। ਜੀ ਸਰ। ਜੀ, ਅੱਜ ਆਪਾਂ ਬਹੁਤ ਗੰਭੀਰ ਮੁੱਦੇ ਤੇ ਗੱਲਬਾਤ ਕੀਤੀ ਹੈ। ਇਹਨਾਂ ਮੁੱਦਿਆਂ ਤੇ ਲਗਾਤਾਰ ਗੱਲਬਾਤ ਹੋਣੀ ਜ਼ਰੂਰੀ ਹੈ ਤੇ ਮੈਂ ਅੱਜ ਦੀ ਗੱਲਬਾਤ ਤੋਂ ਸਗੋਂ ਇਹ ਮਹਿਸੂਸ ਕਰਦਾ ਕਿ ਅਸੀਂ ਇਹ ਗੱਲ ਬਹੁਤ ਪਹਿਲਾਂ ਕਿਉਂ ਨਹੀਂ ਕੀਤੀ ਹੈਗੀ। ਬੇਸ਼ੱਕ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਵੀ ਜਿਹੜੇ ਸਾਡੇ ਐਜੂਕੇਸ਼ਨ ਦੇ ਕੰਸਰਨ ਨੇ ਉਹਨਾਂ ਬਾਰੇ ਹੀ ਗੱਲਬਾਤ ਕਰਦੇ ਹਾਂ, ਪਰ ਬਹੁਤ ਜ਼ਿਆਦਾ ਮਹੱਤਵਪੂਰਨ ਮੁੱਦਾ ਹੈ। ਭਾਵੇਂ ਗਿਣਤੀ ਜਿੰਨੀ ਵੀ ਥੋੜੀ ਹੋਵੇ ਬੱਚਿਆਂ ਦੀ, ਪਰ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚੋਂ ਬਾਹਰ ਤੱਕ ਦੇਣਾ ਤੇ ਬੱਚਿਆਂ ਨੂੰ ਇਸ ਕਰਕੇ ਉਹਨਾਂ ਤੋਂ ਜਿਉਣ ਦੇ ਮੌਕੇ ਖੋਹ ਲੈਣਾ ਕਿ ਅਸੀਂ ਉਹਨਾਂ ਦੇ ਹਾਣ ਦਾ ਸਮਾਜ ਨਹੀਂ ਬਣਾ ਸਕੇ ਹੈਗੇ, ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸਮਾਜ ਦਾ ਬਹੁਤ ਨਿਖਿੱਧਪਣਾ ਹੈ। ਐਡੇ ਐਡੇ ਬਜਟ ਨੇ ਸਰਕਾਰਾਂ ਕੋਲੇ, ਇੰਨੀਆਂ ਸਮਾਜ ਸੇਵੀ ਸੰਸਥਾਵਾਂ ਸਮਾਜ ਦੇ ਵਿੱਚ ਕੰਮ ਕਰ ਰਹੀਆਂ ਨੇ, ਐਡੇ ਵੱਡੇ ਕਾਰਪੋਰੇਟ ਅਦਾਰੇ ਨੇ। ਜੇ ਆਪਣਾ 1% ਬਜਟ ਵੀ ਇਸ ਪਾਸੇ ਲਾ ਦੇਣ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਕਿ ਆਪਾਂ ਇਹਨਾਂ ਬੱਚਿਆਂ ਵਾਸਤੇ ਕੁਝ ਨਾ ਕਰ ਸਕੀਏ। ਬਹੁਤ ਕੁਝ ਕਰ ਸਕਦੇ ਹਾਂ ਤੇ ਬਹੁਤ ਕੁਝ ਹੋਣਾ ਚਾਹੀਦਾ ਹੈ। ਤੇ ਸੱਚਮੁੱਚ ਸਾਡਾ ਸਮਾਜ ਅਵੇਅਰ ਨਹੀਂ ਹੈਗਾ। ਸਰ ਨੇ ਗੱਲ ਕੀਤੀ ਸੀ ਕਿ ਅਸੀਂ ਜਦੋਂ ਘਰਾਂ ਦੇ ਵਿੱਚ ਬੱਚੇ ਇਹ ਜਿਹੇ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਘਰਾਂ ਤੱਕ ਸੀਮਿਤ ਕਰ ਦਿੰਦੇ ਹਾਂ। ਸਗੋਂ ਇਹ ਬਹੁਤ ਖੂਬਸੂਰਤ ਗੱਲ ਸੀ ਕਿ ਉਹਨਾਂ ਬੱਚਿਆਂ ਨੂੰ ਤੁਸੀਂ ਨਾਲ ਲੈ ਕੇ ਜਾਓ, ਉਹਨਾਂ ਬੱਚਿਆਂ ਨੂੰ ਬਾਜ਼ਾਰ ਲੈ ਕੇ ਜਾਓ, ਉਹਨਾਂ ਬੱਚਿਆਂ ਨੂੰ ਰਿਸ਼ਤੇਦਾਰੀਆਂ ਦੇ ਵਿੱਚ ਲੈ ਕੇ ਜਾਓ, ਉਹਨਾਂ ਨੂੰ ਜ਼ਿੰਦਗੀ ਜਿਉਣ ਦੇ ਵੱਧ ਤੋਂ ਵੱਧ ਮੌਕੇ ਦਿਓ, ਉਹਨਾਂ ਕੋਲੇ ਅਨੁਭਵ ਹੋਣ, ਉਹ ਮੈਚਿਓਰ ਹੋਣਗੇ ਬੱਚੇ। ਤੇ ਇਹ ਬਹੁਤ ਮਹੱਤਵਪੂਰਨ ਏਜੰਡਾ ਹੈ ਕਿ ਸਾਡਾ ਸਮਾਜ ਇਹਨਾਂ ਬੱਚਿਆਂ ਪ੍ਰਤੀ ਸੰਵੇਦਨਸ਼ੀਲ ਹੋਵੇ। ਅਸੀਂ ਉਹਨਾਂ ਤੇ ਤਰਸ ਨਾ ਕਰੀਏ, ਅਸੀਂ ਉਹਨਾਂ ਦੀ ਮਦਦ ਕਰੀਏ। ਜਿੰਨੀ ਦੇਰ ਤੱਕ ਅਸੀਂ ਸਿਰਫ ਤਰਸ ਕਰਾਂਗੇ ਉਨੀ ਦੇਰ ਤੱਕ ਅਸੀਂ ਆਪਦੇ ਆਪ ਨੂੰ ਕੋਈ ਦਾਤੇ ਸਮਝਾਂਗੇ ਜਾਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਾਂਗੇ। ਪਰ ਜਦੋਂ ਅਸੀਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਨਾਲ ਤੋਰਾਂਗੇ, ਉਹਨਾਂ ਨੂੰ ਜਿਹੋ ਜਿਹੀਆਂ ਉਹਨਾਂ ਦੀਆਂ ਲੋੜਾਂ ਨੇ ਉਹਦੇ ਮੁਤਾਬਕ ਉਹਨਾਂ ਦੀ ਮਦਦ ਕਰਾਂਗੇ, ਉਹਨਾਂ ਦੇ ਕੰਮਾਂ ਦੇ ਵਿੱਚ, ਉਹਨਾਂ ਦੀ ਮੈਡੀਕਲ ਕੋਈ ਮਦਦ ਲੈਣ ਦੇ ਰੂਪ ਦੇ ਵਿੱਚ ਜਾਂ ਉਹਨਾਂ ਦੀ ਪੜ੍ਹਾਈ ਦੇ ਰੂਪ ਦੇ ਵਿੱਚ, ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ। ਤੇ ਇੱਕ ਗੱਲ ਮੈਨੂੰ ਹੋਰ ਵੀ ਲੱਗਦੀ ਸੀ ਕਿ ਜਦੋਂ ਆਨੰਦ ਸਾਹਿਬ ਦੱਸ ਰਹੇ ਸੀ ਕਿ ਸਾਡੇ ਕੋਲੇ ਡਾਕਟਰ ਨਹੀਂ ਹੈਗੇ ਕਿ ਇਹਨਾਂ ਬੱਚਿਆਂ ਨੂੰ ਸਰਟੀਫਿਕੇਟ ਦੇ ਸਕਣ, ਤਾਂ ਇਹੋ ਜਿਹੇ ਪ੍ਰਬੰਧ ਵੀ ਹੋ ਸਕਦੇ ਨੇ ਕਿ ਡਾਕਟਰ ਡਿਪਿਊਟ ਕੀਤੇ ਜਾਣ ਹਫ਼ਤੇ 'ਚ ਇੱਕ ਦਿਨ ਜਾਂ 15 ਦਿਨਾਂ 'ਚ ਇੱਕ ਦਿਨ। ਜੇ ਕੋਈ ਪੀਜੀਆਈ ਦਾ ਡਾਕਟਰ ਅੰਮ੍ਰਿਤਸਰ ਆ ਜਾਏ ਜਾਂ ਪੀਜੀਆਈ ਦਾ ਡਾਕਟਰ ਜਲੰਧਰ ਆ ਜਾਏ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਆਵੇ ਜੀ, 15 ਦਿਨਾਂ ਦੇ ਵਿੱਚ ਇੱਕ ਦਿਨ ਇੱਕ ਥਾਂ ਤੇ ਕੈਂਪਿੰਗ ਕਰ ਲਈ ਜਾਵੇ ਕਿ ਉੱਥੇ ਸਾਰੇ ਡਾਕਟਰ ਅਵੇਲੇਬਲ ਹੋਣ ਤੇ ਸਾਰੇ ਜਿੰਨੇ ਵੀ ਸਰਟੀਫਿਕੇਟਾਂ ਦੀ ਲੋੜ ਹੈ ਤਾਂ ਉਹ ਮਹੀਨੇ ਦੇ ਵਿੱਚ ਇੱਕ ਦਿਨ ਵੀ ਜੇ ਰੱਖ ਲਈਏ ਤਾਂ ਇਹਦੇ ਨਾਲ ਵੀ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ। ਸੋ ਬਹੁਤ ਕੁਝ ਕੀਤਾ ਜਾ ਸਕਦਾ ਜੇ ਪ੍ਰਾਇੋਰਟੀਜ਼ ਹੋਣ। ਪਰ ਇਹ ਆਨੰਦ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਕਿ ਸਾਡੀਆਂ ਸਰਕਾਰਾਂ ਦੀ ਪ੍ਰਾਇੋਰਟੀਜ਼ ਨਹੀਂ ਹੈਗੀਆਂ, ਤਰਜੀਹਾਂ ਨਹੀਂ ਹੈਗੀਆਂ ਉਹਨਾਂ ਦੀਆਂ। ਉਹਨਾਂ ਨੂੰ ਲੱਗਦਾ ਕਿ ਵੋਟਾਂ ਜਿੱਥੋਂ ਮਿਲਣਗੀਆਂ ਅਸੀਂ ਉਸ ਸੈਕਸ਼ਨ ਨੂੰ ਡੀਲ ਕਰੀਏ, ਤੇ ਇਸ ਕਰਕੇ ਇਹ ਬੱਚੇ ਲਗਾਤਾਰ ਹਾਸ਼ੀਏ ਤੇ ਰਹਿ ਜਾਂਦੇ ਨੇ। ਅਸੀਂ ਮਹਿਕਮੇ ਬਣਾ ਲਏ ਸਮਾਜਿਕ ਸੁਰੱਖਿਆ ਵਿਭਾਗ ਵਰਗੇ, ਜਿਨ੍ਹਾਂ ਮਹਿਕਮਿਆਂ ਦਾ ਕੰਮ ਹੀ ਇਹੋ ਜਿਹੇ ਬੱਚਿਆਂ ਨੂੰ ਸੁਰੱਖਿਆ ਦੇਣਾ, ਤੇ ਪਰ ਉਹ ਮਹਿਕਮੇ ਪਤਾ ਨਹੀਂ ਕੀ ਕਰਦੇ ਨੇ। ਜਿਹੜੇ ਸਭ ਤੋਂ ਵੱਧ ਲੋੜਵੰਦ ਬੱਚੇ ਨੇ, ਜਿਨ੍ਹਾਂ ਨਾਲ ਸਭ ਤੋਂ ਵੱਧ ਜੁੜਨ ਦੀ ਜ਼ਰੂਰਤ ਹੈ, ਅਸੀਂ ਉੱਥੇ ਨਹੀਂ ਜੁੜ ਸਕੇ ਹੈਗੇ। ਸੋ ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ। ਅਸੀਂ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਅਵੇਅਰਨੈਸ ਦੇ ਐਂਗਲ ਤੋਂ ਤੁਹਾਨੂੰ ਕਦੇ ਵੀ ਲੱਗਦਾ ਹੋਵੇ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ। ਮੈਂ ਨਿੱਜੀ ਤੌਰ ਤੇ ਕਲਚਰਲ ਫਰੰਟ ਤੇ ਵੀ ਕੰਮ ਕਰਦਾ, ਉੱਥੇ ਵੀ ਕੋਈ ਨਾਟਕ, ਕੋਈ ਹੋਰ ਚੀਜ਼ਾਂ ਇਸ ਕਿਸਮ ਦੀਆਂ, ਮੈਂ ਇਸ ਪਾਸੇ ਵੀ ਤੁਹਾਡੀ ਕੋਈ ਹੈਲਪ ਕਰ ਸਕਦਾ ਕਿ ਇਹੋ ਜਿਹੇ ਬੱਚਿਆਂ ਤੇ ਕੁਝ ਅਸੀਂ ਵਰਕ ਕਰ ਸਕੀਏ ਕਲਚਰਲ ਐਂਗਲ ਤੋਂ ਵੀ। ਸੋ ਜਿੰਨਾ ਅਸੀਂ ਕਰ ਸਕਦੇ ਹਾਂ ਜ਼ਰੂਰ ਅਸੀਂ ਤੁਹਾਡੇ ਨਾਲ ਹੋਵਾਂਗੇ ਤੇ ਆਪਾਂ ਰਲ ਮਿਲ ਕੇ ਇਸ ਨੂੰ ਸੱਚਮੁੱਚ ਸਰਕਾਰਾਂ ਦੇ ਏਜੰਡੇ ਤੇ ਜੇ ਲਿਆ ਸਕੀਏ ਤਾਂ ਇਹਨਾਂ ਬੱਚਿਆਂ ਦੀ ਹੈਲਪ ਕਰ ਸਕੀਏ। ਕਿਸੇ ਬੱਚੇ ਨੂੰ ਜ਼ਿੰਦਗੀ ਦੇ ਦੇਣਾ ਐਦੋਂ ਵੱਡਾ ਪੁੰਨ, ਐਦੋਂ ਵੱਡੀ ਸਮਾਜ ਸੇਵਾ ਕੋਈ ਨਹੀਂ ਹੁੰਦੀ ਹੈਗੀ। ਹੋਰ ਬਾਕੀ ਜਿੰਨੇ ਮਰਜ਼ੀ ਦਿਖਾਵੇ ਕਰ ਲਈਏ ਅਸੀਂ ਕਿ ਇੰਨਾ ਅਸੀਂ ਡੋਨੇਸ਼ਨ ਕਰ ਰਹੇ ਹਾਂ ਜੀ, ਇੰਨੀ ਅਸੀਂ ਸਮਾਜ ਸੇਵਾ ਕਰ ਰਹੇ ਹਾਂ ਜੀ, ਅਸੀਂ ਇਹਨੇ ਲੰਗਰ ਲਾ ਰਹੇ ਹਾਂ ਜੀ, ਪਰ ਮੈਨੂੰ ਲੱਗਦਾ ਕਿ ਜੇ ਇੱਕ ਬੱਚੇ ਨੂੰ ਵੀ ਅਸੀਂ ਜ਼ਿੰਦਗੀ ਦੇ ਸਕੀਏ ਤਾਂ ਉਹ ਲੱਖ ਲੰਗਰਾਂ ਤੋਂ ਜ਼ਿਆਦਾ ਕੀਮਤੀ ਗੱਲ ਹੈ ਉਹ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਾਂਦਿਆਂ ਇੱਕ ਰਿਕੁਐਸਟ ਕਰਾਂਗਾ, ਮੈਨੂੰ ਅੱਜ ਦਾ ਤੁਹਾਡਾ ਪ੍ਰੋਗਰਾਮ ਔਰ ਤੁਹਾਡਾ ਇਹ ਪਲੇਟਫਾਰਮ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਜਦੋਂ ਮੈਨੂੰ ਟੈਲੀਫੋਨ ਕੀਤਾ ਸੀਗਾ ਵੀਰ ਮੇਰੇ ਬ੍ਰਹਮਦੀਪ ਜੀ ਨੇ, ਤੇ
ਮੇਰੀ ਇੱਕ ਰਿਕੁਐਸਟ ਹੈਗੀ ਹੈ ਕਿ ਕੋਸ਼ਿਸ਼ ਕੀਤੀ ਜਾਏ ਕਿ ਇਸ ਪਲੇਟਫਾਰਮ ਉੱਤੇ ਮੰਤਰੀ ਜੀ ਨੂੰ, ਸੋਸ਼ਲ ਸਿਕਿਉਰਿਟੀ ਵਾਲਿਆਂ ਨੂੰ ਜੀ ਕਦੀ ਲੈ ਕੇ ਆਇਆ ਜਾਏ, ਕਦੀ ਪ੍ਰਿੰਸੀਪਲ ਸੈਕਟਰੀ ਸੀਮਾ ਜੈਨ ਜੀ ਨੂੰ ਬੁਲਾਇਆ ਜਾਏ, ਤਾਂ ਕਿ ਜੀ। ਉਹਨਾਂ ਨੂੰ ਆਪਣੀਆਂ ਅਸੀਂ ਦਿੱਕਤਾਂ ਦੱਸ ਸਕੀਏ, ਤਾਂ ਕਿ ਉਹ ਉੱਥੇ ਬੈਠੇ ਹੋਏ ਉਹਨਾਂ ਫਾਈਲਾਂ ਤੇ ਉਸ ਵੇਲੇ ਗੌਰ ਕਰਨ ਕਿ ਇਹ ਕਿੱਥੋਂ ਤੱਕ ਅਸੀਂ ਇਹਨਾਂ ਨਾਲ ਜਸਟਿਸ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਹੈਗੇ। ਜੀ ਜੀ, ਬਹੁਤ ਬਹੁਤ Thank you so ਸ਼ੁਕਰੀਆ much. ਸਰ। ਬਿਲਕੁਲ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ, ਜਿੰਨੇ ਵੀ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰਾਂਗੇ, ਤਾਲਮੇਲ ਦੇ ਵਿੱਚ ਰਹਾਂਗੇ। ਤੁਹਾਡਾ ਨੰਬਰ ਅਸੀਂ ਬਾਕੀ ਟੀਚਰਸ ਨੂੰ, ਜਿਵੇਂ ਕੁਲਜੀਤ ਕੌਰ ਆ ਸਾਡੇ ਨਾਲ, ਇਹਨਾਂ ਨੂੰ ਵੀ ਅਸੀਂ ਦੇਵਾਂਗੇ, ਇਹ ਤੁਹਾਡੇ ਨਾਲ ਡਾਇਰੈਕਟ ਵੀ ਤਾਲਮੇਲ ਕਰ ਸਕਣਗੇ। ਸੋ ਆਪਾਂ ਕੁਝ ਨਾ ਕੁਝ ਆਪਣੇ ਵੱਲੋਂ ਜੋ ਕਰ ਸਕਦੇ ਹਾਂ ਉਹ ਕਰਨ ਦੀ ਕੋਸ਼ਿਸ਼ ਕਰੀਏ। ਅੱਜ ਆਪਣੇ ਜੁੜਨ ਦਾ ਇਹੀ ਮਕਸਦ ਸੀ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਆਪਣੀ ਗੱਲ ਕਹਿਣ, ਸਮਝਣ ਤੇ ਸੁਣਾਉਣ ਦੇ ਵਿੱਚ ਕਾਮਯਾਬ ਹੋਏ ਆ। ਭਾਵੇਂ ਛੋਟੇ ਸੈਕਸ਼ਨ ਤੱਕ ਗਏ ਆ, ਪਰ ਗੱਲਾਂ ਜੇ ਤੁਰਨਗੀਆਂ ਤਾਂ ਹੀ ਅੱਗੇ ਤੱਕ ਜਾਣਗੀਆਂ। ਸੋ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਸ਼ੁਕਰੀਆ ਸਰ।